ਸੋ ਗੱਲਬਾਤ ਕੀਤੀ ਅਸੀਂ ਲਖਵੀਰ ਹੋਣਾ ਦੇ ਨਾਲ ਤੇ ਬਹੁਤ ਹੀ ਪਿਆਰਾ ਨੌਜਵਾਨ ਪਿਆਰਾ ਜਿਹਾ ਜੈਸ ਸਹੋਤਾ ਤੇ ਮੈਨੂੰ ਪੂਰੀ ਉਮੀਦ ਹੈ ਕਿ ਸਾਂਝਾ ਟੀਵੀ ਦੇ ਇਸ ਮਿਸ਼ਨ ਜੈਸ ਦੇ ਵਿੱਚ ਵੀ ਤੁਸੀਂ ਸਾਡਾ ਸਾਥ ਦਿਓਗੇ। ਕਹਿੰਦੇ ਕਿ ਕਮਿਊਨਿਟੀ ਦਾ ਕੋਈ ਵੀ ਕੰਮ ਹੋਵੇ ਤੇ ਅਸੀਂ ਜਦੋਂ ਰਲ ਕੇ ਚੱਲਦੇ ਆਂ, ਅਸੀਂ ਰਲ ਕੇ ਇਹੋ ਜਿਹੇ ਕੰਮਾਂ ਨੂੰ ਅੱਗੇ ਲੈ ਕੇ ਆਉਂਦੇ ਆਂ ਤੇ ਸਾਡੀ ਕਮਿਊਨਿਟੀ ਕਿਤੇ ਨਾ ਕਿਤੇ ਇਹਨਾਂ ਗੱਲਾਂ ਤੋਂ ਉੱਪਰ ਉੱਠ ਕੇ ਭਾਈਚਾਰਕ ਸਾਂਝ ਦੇ ਨਾਲ ਸੋਚਦੀ ਆ। ਸੋ ਕੁਝ ਖਾਸ ਨਹੀਂ ਜੀ, ਇਸ ਬੱਚੇ ਦੀ ਜਿਹੜੀ ਵੀਲ ਚੇਅਰ ਲੈਣ ਦੇ ਲਈ ਸਿਰਫ $25,000 ਚਾਹੀਦਾ ਹੈ ਗੋਫੰਡਮੀ ਤੇ। ਸੋ ਸਾਂਝਾ ਟੀਵੀ ਨੇ ਜਿੱਥੇ ਸਾਡਾ ਕਾਰਵਾਂ ਜਿਹੜਾ ਚੱਲਿਆ ਸੀ ਮਿਸ਼ਨ ਆਰੀਅਨ ਨੂੰ ਲੈ ਕੇ, ਉਹ ਕਾਰਵਾਂ ਸਾਡਾ ਖੜਾ ਨਹੀਂ ਹੋਇਆ। ਉਸ ਕਾਰਵਾਂ ਦੇ ਵਿੱਚ ਸਾਡੇ ਤੱਕ ਪਹੁੰਚ ਕੀਤੀ ਜੈਸ ਸਹੋਤਾ ਨੇ, ਜਸਕਰਨ ਸਹੋਤਾ ਨੇ। ਸੋ ਉਹ ਕਾਰਵਾਂ ਸਾਡਾ ਉਵੇਂ ਹੀ ਚੱਲਦਾ ਰਿਹਾ ਤੇ ਅੱਜ ਅਸੀਂ ਸਾਂਝੇ ਦੀ ਟੀਮ ਜਸਕਰਨ ਦੇ ਘਰੇ ਆਏ ਆ। ਜਸਕਰਨ ਸਹੋਤਾ, ਜਿਹਨੂੰ ਪਿਆਰ ਦੇ ਨਾਲ ਅਸੀਂ ਜੈਸ ਕਹਿੰਦੇ ਆ। ਸੋ ਸਾਡਾ ਛੋਟਾ ਜਿਹਾ ਕਾਰਵਾਂ ਆ, ਛੋਟੀ ਜੀ ਸਾਡੀ ਜਿਹੜੀ ਇੱਕ ਕੋਸ਼ਿਸ਼ ਆ ਇਸ ਬੱਚੇ ਨੂੰ, ਇਸ ਦੇ ਜਨਮ ਦਿਨ ਜੋ ਕਿ ਨਵੰਬਰ ਦੇ ਵਿੱਚ ਆ, ਉਸ ਤੋਂ ਪਹਿਲਾਂ ਇਹਨੂੰ ਇਹਦੀ ਜਿਹੜੀ ਪਾਵਰ ਚੇਅਰ ਲੈ ਕੇ ਦੇਣ ਦੀ। ਸੋ ਮੈਨੂੰ ਪੂਰੀ ਉਮੀਦ ਆ, ਬਹੁਤ ਮਾਣ ਆ ਸਾਨੂੰ ਕਮਿਊਨਿਟੀ ਤੇ ਕਿ ਕਮਿਊਨਿਟੀ ਇਸ ਬੱਚੇ ਦੇ ਜਿਹੜੇ ਇੱਕ ਛੋਟੀ ਜੀ ਚੇਅਰ ਦੇ ਸੁਪਨੇ ਆ, ਜਿਹਦੇ ਵਿੱਚ ਚੱਲ ਸਕਦਾ, ਖੜ ਸਕਦਾ, ਆਪਣੇ ਕੰਮ ਆਪ ਕਰ ਸਕਦਾ। ਸੋ ਲਖਵੀਰ ਹੁਣਾਂ ਨੇ ਕਮਿਊਨਿਟੀ ਅੱਗੇ ਬੇਨਤੀ ਕੀਤੀ ਹੈ ਤੇ ਬੱਚੇ ਨੇ ਬਹੁਤ ਪਿਆਰਾ ਮੈਸੇਜ ਦਿੱਤਾ ਆ। ਸੋ ਇਸੇ ਤਰ੍ਹਾਂ ਹੀ ਤੁਹਾਡੇ ਅੱਗੇ ਵੀ ਇਹੀ ਅਸੀਂ ਬੇਨਤੀ ਕਰਦੇ ਹਾਂ ਕਿ ਜ਼ਰੂਰ ਇਸ ਬੱਚੇ ਦਾ ਗੋਫੰਡਮੀ ਦੇ ਰਾਹੀਂ ਸਾਥ ਦਿਓ ਔਰ ਆਉਣ ਵਾਲੇ ਸਮੇਂ ਦੇ ਵਿੱਚ ਕਮਿਊਨਿਟੀ ਦੀ ਹੋਰ ਕਿਸੇ ਪਰਿਵਾਰ ਦੇ ਨਾਲ ਫਿਰ ਅਸੀਂ ਇਸੇ ਤਰ੍ਹਾਂ ਤੁਹਾਡੇ ਸਾਹਮਣੇ ਲਾਈਵ ਹੋਵਾਂਗੇ, ਤੁਹਾਡੇ ਸਾਹਮਣੇ ਆਵਾਂਗੇ। ਸੋ ਮੈਂ ਬਲਜਿੰਦਰ ਕੌਰ, ਸਰੀ ਡੈਲਟਾ ਤੋਂ, ਕੈਮਰਾਮੈਨ ਜੱਸੀ ਦੇ ਨਾਲ। ਕੀਪ ਵਾਚਿੰਗ ਸਾਂਝਾ ਟੀਵੀ। ਸਤਿ ਸ਼੍ਰੀ ਅਕਾਲ ਜੀ। ਸਾਂਝਾ ਟੀਵੀ ਦੇਖ ਰਹੇ ਸਾਰੇ ਹੀ ਪਰਿਵਾਰਾਂ ਨੂੰ ਬਲਜਿੰਦਰ ਕੌਰ ਵੱਲੋਂ ਪਿਆਰ ਸਹਿਤ ਸਤਿ ਸ਼੍ਰੀ ਅਕਾਲ ਤੇ ਜੀ ਆਇਆਂ ਨੂੰ। ਤੁਹਾਨੂੰ ਗੱਲਾਂ ਖਰੀਆਂ ਵਿੱਚ ਮੇਰਾ ਸਾਥ ਦੇਣ ਲਈ ਮੇਰੇ ਨਾਲ ਬੈਠੇ ਨੇ ਸਾਂਝਾ ਟੀਵੀ ਦੇਖ ਰਹੇ ਸਾਰੇ ਪਰਿਵਾਰਾਂ ਨੂੰ ਰਫਤਾਰ ਸਿੰਘ ਗਿੱਲ ਵੱਲੋਂ ਪਿਆਰ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਜੀ। ਤੁਹਾਨੂੰ ਵੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਰਫਤਾਰ ਜੀ, ਕੀ ਹਾਲ ਹੈ? ਠੀਕ ਠਾਕ ਜੀ, ਬਹੁਤ ਵਧੀਆ ਜੀ। ਅੱਜ ਰਫਤਾਰ ਜੀ ਆਪਾਂ ਸ਼ੋਅ ਦੀ ਜਿਹੜੀ ਸ਼ੁਰੂਆਤ ਕੀਤੀ ਇੱਕ ਖਾਸ ਵੀਡੀਓ ਦੇ ਨਾਲ ਕੀਤੀ ਆ ਜੀ। ਸੋ ਤੁਹਾਨੂੰ ਇਹਦੇ ਬਾਰੇ ਪਤਾ ਸੀ, ਕਿਵੇਂ ਲੱਗੇ? ਮੈਨੂੰ ਇਹਦੇ ਬਾਰੇ ਨਹੀਂ ਪਤਾ ਸੀਗਾ, ਸੋ ਹੁਣ ਮੈਂ ਵੀਡੀਓ ਦੇਖੀ, ਹੁਣ ਵੀਡੀਓ ਦੇਖ ਕੇ ਪਤਾ ਲੱਗਿਆ ਜੀ। ਜੀ ਜੀ। ਸੋ ਤੁਸੀਂ ਵੀ ਸੋਚਦੇ ਹੋਵੋਗੇ ਅੱਜ ਅਸੀਂ ਆਪਣੇ ਸ਼ੋਅ ਦੀ ਇੱਕ ਖਾਸ ਸ਼ੁਰੂਆਤ ਕੀਤੀ ਹੈ। ਕਹਿੰਦੇ ਜਦੋਂ ਕਮਿਊਨਿਟੀ ਦੇ ਵਿੱਚ ਅਸੀਂ ਕਿਸੇ ਇੱਕ ਮਿਸ਼ਨ ਨੂੰ ਕੰਪਲੀਟ ਕਰਦੇ ਆ ਤੇ ਹੋਰ ਬਹੁਤਿਆਂ ਦੀਆਂ ਆਸਾਂ ਉਮੀਦਾਂ ਜਾਗ ਜਾਂਦੀਆਂ ਆ, ਹੋਰਾਂ ਨੂੰ ਵੀ ਤੁਹਾਡੇ ਤੋਂ ਆਸ ਹੋਣ ਲੱਗ ਪੈਂਦੀ ਹੈ। ਤੇ ਇਹ ਬੱਚਾ ਵੀ ਰਫਤਾਰ ਬਹੁਤ ਛੋਟੀ ਉਮਰ ਦਾ 17 ਕੁ ਸਾਲਾਂ ਦਾ ਜਸਕਰਨ ਸਿੰਘ ਸਹੋਤਾ ਜੀ, ਤੇ ਪਿਆਰ ਦੇ ਨਾਲ ਇਹਨੂੰ ਜੈਸ ਕਹਿੰਦੇ ਆ। ਔਰ ਇਹ ਬੱਚਾ ਜਿਹੜਾ ਸ਼ੁਰੂ ਤੋਂ ਹੀ ਜਦੋਂ 4 ਸਾਲ ਦਾ ਸੀ, ਜਦੋਂ ਇਹ ਇੱਥੇ ਆ ਗਿਆ ਸੀ, ਕੈਨੇਡਾ ਦੇ ਵਿੱਚ ਆ ਗਿਆ ਸੀ, ਉਦੋਂ ਤੋਂ ਹੀ ਇਸ ਨੂੰ ਪ੍ਰੋਬਲਮ ਸੀਗੀ। ਔਰ ਹੌਲੀ ਹੌਲੀ ਇਹ ਬੱਚੇ ਦੇ ਕਾਫੀ ਸਰਜਰੀਆਂ ਹੋਈਆਂ, 3-4 ਸਰਜਰੀਆਂ ਹੋਣ ਤੋਂ ਬਾਅਦ ਹੁਣ ਡਾਕਟਰਸ ਨੇ ਇਹ ਕਿਹਾ ਆ ਕਿ ਇਹ ਬੱਚਾ ਸਾਰੀ ਲਾਈਫ ਜਿਹੜੀ ਹੈ ਆਪਣੀ ਵੀਲ ਚੇਅਰ ਦੇ ਵਿੱਚ ਹੀ ਰਹੂਗਾ। ਇਹ ਚੱਲ ਫਿਰ ਨਹੀਂ ਸਕਦਾ ਤੇ ਆਪਣੇ ਆਪ ਲਈ ਕੁਝ ਕਰ ਨਹੀਂ ਸਕਦਾ ਜਿੰਨਾ ਚਿਰ ਇਹ ਮੈਨੂਅਲ ਵੀਲ ਚੇਅਰ ਦੇ ਵਿੱਚ ਆ। ਵੀਲ ਚੇਅਰ ਜਿਹੜੀ ਇਹਦੀ, ਉਹਨੂੰ ਪੁਸ਼ ਕਰਨਾ ਪੈਂਦਾ ਆ ਤੇ ਉਹ ਕੋਈ ਫੰਕਸ਼ਨ ਨਹੀਂ ਕਰਦੀ, ਜਸਟ ਅ ਰੈਗੂਲਰ ਵੀਲ ਚੇਅਰ ਆ। ਪਰ ਇਸ ਬੱਚੇ ਨੂੰ ਕਾਫੀ ਸਾਰੀਆਂ ਸੁਸਾਇਟੀਜ਼ ਵੱਲੋਂ ਫੰਡਿੰਗ ਦਿੱਤੀ ਗਈ ਆ ਔਰ ਇਹਨਾਂ ਦੇ ਕੋਲ ਤਕਰੀਬਨ $25,000 ਆਪਣਾ ਜਮ੍ਹਾਂ ਹੋ ਗਿਆ। ਪਰ 18 ਸਾਲ ਤੋਂ ਬਾਅਦ ਜਿਹੜੀ ਇਹਨਾਂ ਨੂੰ ਵੈਸੇ ਜਿਹੜੀ ਸਬਸਿਡੀ ਮਿਲਦੀ ਹੈ ਸਪੈਸ਼ਲ ਨੀਡ ਬੱਚਿਆਂ ਨੂੰ, ਉਹ ਮਿਲਣੀ ਆ। ਪਰ ਵੈਸੇ ਉਹ ਕਹਿੰਦੇ ਕਿ ਤੁਸੀਂ ਆਪਣੇ ਘਰੇ ਦੀ ਦੇਖਭਾਲ ਲਈ ਕਿਸੇ ਨੂੰ ਸੱਦ ਸਕਦੇ ਆ, ਕਿਉਂਕਿ ਜਦੋਂ ਤੁਹਾਨੂੰ ਉਹਨਾਂ ਵੱਲੋਂ ਭੇਜਿਆ ਜਾਂਦਾ ਹੈ ਕਿਸੇ ਨੂੰ, ਨਰਸ ਨੂੰ ਜਾਂ ਕਿਸੇ ਨੂੰ, ਉਹ ਜ਼ਿਆਦਾ ਮਹਿੰਗੇ ਪੈਂਦੇ ਆ। ਉਹ ਫਿਰ ਤੁਹਾਨੂੰ ਪੇ ਕਰ ਦਿੰਦੇ ਆ ਕਿ ਤੁਸੀਂ ਬੁਲਾਓ ਤੇ ਬਾਕੀ ਸਾਰੀਆਂ ਰਿਸਪੌਂਸਿਬਿਲਟੀਆਂ ਪੇਰੈਂਟਸ ਦੀਆਂ ਆ। ਪਰ ਜਸਕਰਨ ਦੇ ਕੋਲ, ਜਸਕਰਨ ਦੀ ਛੋਟੀ ਭੈਣ ਆ ਕਿਰਨ, 15 ਸਾਲਾਂ ਦੀ ਹੈ। ਜਸਕਰਨ ਦੇ ਮੋਮ ਆ, ਜਸਕਰਨ ਦੇ ਡੈਡ 4 ਸਾਲ ਪਹਿਲਾਂ ਇਸ ਦੁਨੀਆ ਤੋਂ ਇਹਨਾਂ ਨੂੰ ਛੱਡ ਕੇ ਚਲੇ ਗਏ ਸੀ ਔਰ ਇਹਨਾਂ ਦੀ ਮੋਮ ਲਈ ਬਹੁਤ ਔਖਾ ਆ। ਮੈਂ ਇਸ ਪਰਿਵਾਰ ਨੂੰ ਮਿਲੀ ਆ, ਜਾ ਕੇ ਗੱਲਬਾਤ ਕੀਤੀ ਆ ਔਰ ਸਾਰਾ ਦਿਨ ਉਹ ਆਪਣੇ ਬੱਚੇ ਨੂੰ ਦੇਖਦੇ ਆ ਤੇ ਰਾਤ ਦਾ ਉਹ ਕੰਮ ਕਰਦੇ ਹੈਗੇ ਆ।
ਔਰ ਉਹਨਾਂ ਨੇ ਕਮਿਊਨਿਟੀ ਦੇ ਅੱਗੇ ਗੋ ਫੰਡ ਮੀ ਚਲਾਇਆ ਔਰ ਜਸਕਰਨ ਦੇ ਨਾਲ ਜੈਸ ਦੇ ਨਾਲ ਜਦੋਂ ਗੱਲ ਕੀਤੀ ਤੇ ਉਹਨਾਂ ਨੂੰ ਪੁੱਛਿਆ ਕਿ ਜੈਸ ਤੁਸੀਂ ਜਿਹੜੀ ਵੀਲ ਚੇਅਰ ਆ ਉਹ ਕੀ ਕਰਦੀ ਆ ਜਿਹੜੀ ਇੱਕ ਪਾਵਰ ਚੇਅਰ ਦਾ ਨਾਂ ਦਿੱਤਾ ਆ ਜਿਹੜੀ 49000 ਕੈਨੇਡੀਅਨ ਡਾਲਰ ਦੀ ਆ ਸੋ ਇੱਕ ਘੱਟ ਕਹਿ ਲਓ 49000 ਡਾਲਰ ਦੀ ਆ ਸੋ ਉਹਨਾਂ ਨੂੰ ਪੁੱਛਿਆ ਜਸਕਰਨ ਜੀ ਉਹ ਚੇਅਰ ਕਿਉਂ ਇੰਨੀ ਖਾਸ ਆ ਉਹ ਕਹਿੰਦੇ ਕਿ ਉਹ ਚੇਅਰ ਦੇ ਨਾਲ ਮੈਂ ਖੜਾ ਹੋ ਸਕਦਾ ਹਾਂ ਅੱਛਾ ਜੀ ਜੇ ਮੈਂ ਘਰ ਦੇ ਵਿੱਚ ਇਕੱਲਾ ਆ ਮੈਂ 90 ਡਿਗਰੀ ਤੇ ਉਹ ਘੁੰਮਦੀ ਆ ਤੇ ਮੈਂ ਕਿਚਨ 'ਚ ਜਾ ਕੇ ਕੁਝ ਰੀਚ ਕਰ ਸਕਦਾ ਸੋ ਮੇਰੀ ਮਮ ਜਿਹੜੀ ਆ ਉਹ ਸਾਰਾ ਦਿਨ ਸਾਰਾ ਮੇਰੇ ਨਾਲ ਨਹੀਂ ਕਿਸੇ ਨੂੰ ਰਹਿਣਾ ਪਊਗਾ ਮੈਂ ਆਪਣੇ ਆਪ ਲਈ ਕੁਝ ਕਰ ਸਕਦਾ ਆ ਜੀ ਜੇ ਮੈਂ ਬਾਹਰ ਵੀ ਕਿਤੇ ਗਿਆ ਆ ਕਿਤੇ ਸਟੋਰ 'ਚ ਵੀ ਗਿਆ ਆ ਮੈਂ ਕਿਸੇ ਚੀਜ਼ ਨੂੰ ਚੱਕਣਾ ਮੈਂ ਉੱਥੇ ਰੀਚ ਕਰ ਸਕਦਾ ਸੋ ਉਹ ਚੇਅਰ ਜਿਹਦੀ ਆ ਉਹਦੀ ਫੰਡਿੰਗ ਇਹਨਾਂ ਨੂੰ ਮਿਲ ਚੁੱਕੀ ਆ ਜਿੰਨੀ ਮਿਲਣੀ ਸੀ ਪਰ ਜਿਹੜੀ ਐਕਸਟਰਾ ਫੰਡਿੰਗ ਆ ਉਹ ਇਹਨਾਂ ਨੂੰ ਆਪ ਜਮ੍ਹਾਂ ਕਰਨੀ ਪੈਣੀ ਆ ਸੋ ਜਿਸ ਕਾਰਨ ਨੇ ਇੱਕ ਗੋ ਫੰਡ ਮੀ ਪੇਜ ਚਲਾਇਆ ਉਹਦੇ ਤੇ ਲਿਖਿਆ ਜੈਸ ਸਹੋਤਾ ਨੀਡ ਯੂਰ ਹੈਲਪ ਜੀ ਸੋ ਆਪਾਂ ਆਰੀਅਨ ਦੀ ਗੱਲ ਕਰਦੇ ਹਾਂ ਆਰੀਅਨ ਨੇ ਉਹਨਾਂ ਨੇ ਉਹਨਾਂ ਦੇ ਪਰਿਵਾਰ ਨੇ ਉਹਨਾਂ ਦੇ ਜਿੰਨੇ ਰਿਲੇਟਿਵ ਨੇ ਉਹਨਾਂ ਨੇ ਪੇਜ ਚਲਾਇਆ ਸੀਗਾ ਜਿਹੜਾ ਗੋ ਫੰਡ ਮੀ ਉਹ ਮਾਰਚ ਦੇ ਵਿੱਚ ਸਟਾਰਟ ਕੀਤਾ ਸੀਗਾ ਪਰ ਰਿਸਪੌਂਸ ਜ਼ਿਆਦਾ ਨਹੀਂ ਮਿਲਿਆ ਸੀਗਾ ਹਨਾ ਕਿਉਂਕਿ ਕੋਵਿਡ ਆ ਗਿਆ ਸੀਗਾ ਉਹਦੇ ਕਰਕੇ ਹੁਣ ਜਦੋਂ ਤੋਂ ਜੁਲਾਈ ਅਗਸਤ ਦੇ ਵਿੱਚ ਜ਼ਿਆਦਾ ਚੱਲਿਆ ਤੇ ਉਹਨਾਂ ਦਾ ਜਿਹੜਾ ਗੋਲ ਸੀ ਸਾਰਾ ਉਹ ਪੂਰਾ ਹੋ ਗਿਆ ਸੋ ਬਹੁਤ ਮੁਬਾਰਕਾਂ ਪਰਿਵਾਰ ਨੂੰ ਵੀ ਤੇ ਸਾਰੀ ਕਮਿਊਨਿਟੀ ਚਾਹੁੰਦੀ ਆ ਵੀ ਉਹ ਬੱਚਾ ਬਹੁਤ ਛੇਤੀ ਜਲਦ ਤੋਂ ਜਲਦ ਜਿਹੜੀ ਉਹਦੀ ਟ੍ਰੀਟਮੈਂਟ ਆ ਸਟਾਰਟ ਹੋ ਜਾਵੇ ਤੇ ਜਲਦ ਤੋਂ ਜਲਦ ਠੀਕ ਹੋ ਜਾਵੇ ਜੀ ਸੋ ਉਦਾਂ ਹੀ ਅਗਲਾ ਸਾਰੇ ਲੋਕ ਇੱਕ ਗੱਲ ਜ਼ਰੂਰ ਆਪਾਂ ਨੂੰ ਕਹਿੰਦੇ ਹੁੰਦੇ ਆ ਉਹਦੇ ਵਿੱਚ ਆਪਾਂ ਵੀ ਆ ਜਾਂਦੇ ਆ ਵੀ ਜਦੋਂ ਇਦਾਂ ਕੋਈ ਆਪਾਂ ਗੋ ਫੰਡ ਮੀ ਜਾਂ ਕੋਈ ਕਿਸੇ ਦੀ ਹੈਲਪ ਹੁੰਦੀ ਆ ਜਾਂ ਕੋਈ ਕਮਿਊਨਿਟੀ ਇਦਾਂ ਸੇਵਾ ਕਰਦੀ ਆ ਜਾਂ ਹੈਲਪ ਕਰਦੀ ਆ ਕਿਸੇ ਦੀ ਤਾਂ ਹੋਰ ਕਈ ਜਾਣੇ ਹੋ ਜਾਂਦੇ ਆ ਹਨਾ ਅਗਲਾ ਕਹਿੰਦਾ ਵੀ ਹੁਣ ਦੇਖੋ ਕਿੰਨੇ ਜਾਣੇ ਹੋਣਗੇ ਪਰ ਕਿਸੇ ਨੂੰ ਉਮੀਦ ਹੋ ਜਾਂਦੀ ਆ ਵੀ ਜੇ ਉਹਨਾਂ ਦਾ ਬੱਚਾ ਇਹਨੂੰ ਇੰਨੀ ਛੇਤੀ ਉਹ ਠੀਕ ਹੋ ਸਕਦਾ ਜਾਂ ਕੋਈ ਆਸ ਦੀ ਕਿਰਨ ਜਾਗਦੀ ਆ ਹੁਣ ਇਹਨਾਂ ਦੇ ਬੱਚੇ ਦੀ ਗੱਲ ਕਰਦੇ ਜਿਸ ਕਰਦੀ ਤੁਸੀਂ ਘਰ ਵੀ ਜਾ ਕੇ ਹਨ ਤੇ ਇੱਕ ਆਸ ਦੀ ਕਿਰਨ ਜਦੋਂ ਦੇਖਦੀ ਆ ਨਾ ਤਾਂ ਕਿਸੇ ਨੂੰ ਦੇਖ ਕੇ ਆਸ ਦੀ ਕਿਰਨ ਜਾਗਦੀ ਹੁੰਦੀ ਆ ਬਈ ਚਲੋ ਉਹਨਾਂ ਦਾ ਬੱਚਾ ਠੀਕ ਹੋ ਗਿਆ ਤਾਂ ਹੋ ਸਕਦਾ ਸਾਡੇ ਬੱਚੇ ਨੂੰ ਵੀ ਕੋਈ ਜਿਹੜੀ ਕੋਈ ਵੀਲ ਚੇਅਰ ਬਣ ਜਾਵੇ ਸਾਡਾ ਬੱਚਾ ਵੀ ਮਾੜਾ ਮੋਟਾ ਤੁਰਨ ਫਿਰਨ ਲੱਗ ਜਾਵੇ ਸੋ ਇੱਕ ਆਸ ਦੀ ਕਿਰਨ ਆ ਸੋ ਜਿੱਥੇ ਕਮਿਊਨਿਟੀ ਨੇ ਜ਼ਿਆਦਾ ਕਹਿੰਦੇ ਵੀ ਕਮਿਊਨਿਟੀ ਸਾਰੀ ਆਪਣੀ ਪੂਰੀ ਦੁਨੀਆ ਦੇ ਵਿੱਚ ਫੈਲੀ ਪਈ ਆ ਕੋਈ ਕੰਟਰੀ ਨਹੀਂ ਹੋਣੀ ਜਿੱਥੇ ਪੰਜਾਬੀ ਨਹੀਂ ਹੋਣਾ 99.9% ਮੈਂ ਥੱਲੇ ਦੇਖਦਾ ਹੁੰਦਾ ਸੀਗਾ ਪੰਜਾਬੀਆਂ ਦੇ ਨਾਂ ਹੁੰਦੇ ਸੀਗੇ ਹਨਾ ਜੀ ਤੇ 28 ਜਿਹੜਾ 28 ਲੱਖ ਡਾਲਰ ਜਿਹੜਾ ਇਕੱਠਾ ਕਰ ਦੇਣਾ ਬਹੁਤ ਛੋਟੀ ਗੱਲ ਨਹੀਂ ਹੈਗੀ ਕੋਈ ਬਹੁਤ ਵੱਡੀ ਗੱਲ ਹੈ 28 ਜਿਹੜਾ ਲੱਖ ਇਕੱਠਾ ਕਰਤਾ ਹਨਾ ਤੇ ਹੁਣ ਆ ਗਈ ਜਸਕਰਨ ਦੀ ਗੱਲ ਉਹਦੇ ਲਈ ਤੁਸੀਂ ਦੱਸਿਆ ਵੀ ਪਹਿਲਾਂ 25000 ਡਾਲਰ 20-25000 ਹੋਇਆ ਤੇ 20-25000 ਡਾਲਰ ਹੋਰ ਚਾਹੀਦਾ ਇਹ ਬਹੁਤ ਨਿੱਕੀ ਗੱਲ ਆ ਤਾਂ ਹੁਣ ਜਿੰਨੀ ਆਪਾਂ ਨੂੰ ਬੱਚੇ ਲਈ ਛੋਟੇ ਬੱਚੇ ਲਈ ਉਹ ਖੁਸ਼ੀ ਹੋਈ ਹੈ ਨਾ ਆਰੀਅਨ ਲਈ ਉਨੀ ਹੀ ਖੁਸ਼ੀ ਪਰਿਵਾਰ ਨੂੰ ਉਨੀ ਹੀ ਖੁਸ਼ੀ ਮਿਲ ਸਕਦੀ ਹੈ ਜੇ ਆਪਾਂ ਸਾਰੇ ਇਕੱਠੇ ਹੋ ਕੇ ਉਹ ਪਰਿਵਾਰ ਦੀ ਕਿਸੇ ਦੀ ਬਾਂਹ ਫੜਦੇ ਹਾਂ ਬਿਲਕੁਲ ਰਫਤਾਰ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਅਸੀਂ ਚੈਰਿਟੀ ਦਿੰਦੇ ਆ ਸਾਡੇ ਗੁਰਾਂ ਨੇ ਸਾਨੂੰ ਦਸਬੰਧ ਕੱਢਣਾ ਸਿਖਾਇਆ ਜੀ ਅਸੀਂ ਦਸਬੰਧ ਕੱਢ ਕੇ ਹਮੇਸ਼ਾ ਚਾਹੁੰਦੇ ਹਾਂ ਕਿ ਕਿਸੇ ਨੇਕ ਕੰਮ ਦੇ ਵਿੱਚ ਲਾਇਆ ਜਾਵੇ ਆਪਣੇ ਹੱਥੀਂ ਲਾਇਆ ਜਾਵੇ ਸੋ ਮੈਨੂੰ ਇੱਕ ਗੱਲ ਮੈਂ ਤੁਹਾਡੇ ਤੋਂ ਜਾਣਨਾ ਚਾਹੂੰਗੀ ਤੁਸੀਂ ਆਪਣਾ ਦਸਬੰਧ ਕਿਵੇਂ ਵਰਤਦੇ ਹੈਗੇ ਤੁਸੀਂ ਆਪਣੇ ਦਸਬੰਧ ਨੂੰ ਕਿੱਥੇ ਲਾਉਂਦੇ ਹੈਗੇ ਮੇਰਾ ਇਦਾਂ ਹੁੰਦਾ ਜੀ ਵੀ ਜਿਹੜਾ ਦਸਵੰਧ ਕੱਢਣਾ ਮੈਂ ਜੋ ਵੀ ਦਸਵੰਧ ਕੱਢਣਾ ਮੈਂ ਇਹ ਨਹੀਂ ਹੈਗਾ ਵੀ ਮੈਂ ਕੋਈ ਕਈ ਵਾਰ ਹੁੰਦਾ ਨਾ ਆਪਾਂ ਘਰ ਦੇ ਵਿੱਚ ਕੋਈ ਪਿੱਗੀ ਬੈਂਕ ਲਾਈਆ ਜਾਂ ਕੁਝ ਲਾਇਆ ਆਪਾਂ ਮਹੀਨੇ ਦੇ ਮਹੀਨੇ ਉਹਦੇ ਵਿੱਚ ਪਾ ਦਿੰਦੇ ਹਾਂ ਹਨਾ ਪਰ ਮੈਂ ਦਿਮਾਗ ਦੇ ਵਿੱਚ ਸੋਚੀ ਜਾਂਦਾ ਹੁੰਦਾ ਵੀ ਹੁਣ ਮੈਂ ਆਹ ਮਹੀਨੇ ਮੈਂ ਇੰਨਾ ਕੰਮ ਕੀਤਾ ਮੈਂ ਇੰਨੀ ਮਨੀ ਕੱਢਣੀ ਆ ਮੈਨੂੰ ਦਿਮਾਗ 'ਚ ਕੱਢਣੀ ਪਰ ਜਦੋਂ ਸਾਲ ਦੇ ਐਂਡ ਜਾਂ 6 ਮਹੀਨਿਆਂ ਦਾ ਹੋ ਜਾਂਦਾ ਮੈਂ ਸਟਾਰਟ ਕਰ ਦਿੰਦਾ ਆਪਣੇ ਪਿੰਡ ਤੋਂ ਕਿਉਂਕਿ ਪਿੰਡ ਦੇ ਵਿੱਚ ਇਦਾਂ ਦੇ ਲੋਕ ਵੀ ਹੈਗੇ ਜਿਹੜੇ ਨਾਲ ਪੜ੍ਹੇ ਨਾਲ ਖੇਡੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਜਾ ਕੇ ਰੋਟੀਆਂ ਖਾਧੀਆਂ ਜਿਨ੍ਹਾਂ ਦੇ ਘਰਾਂ ਦੇ ਵਿੱਚ ਜਾ ਕੇ ਇਲਤਾਂ ਕੀਤੀਆਂ ਸੋ ਉਹ ਪਰਿਵਾਰ ਅੱਜ ਬਹੁਤ ਔਖੇ ਆ ਸੋ ਹੋਰ ਆਪਾਂ ਬਾਹਰ ਦੇਖਣ ਨਾਲੋਂ ਜੇ ਆਪਾਂ ਆਪਦਾ ਪਰਿਵਾਰ ਸਾਂਭ ਲਈਏ ਨਾ ਆਪਦਾ ਪਿੰਡ ਸਾਂਭ ਲਈਏ ਤਾਂ ਮੈਨੂੰ ਲੱਗਦਾ ਵੀ ਕੋਈ ਵੀ ਨਾ ਗਰੀਬ ਹੋਵੇ ਆਪਾਂ ਬਾਹਰ ਕਰਦੇ ਆ ਪਰ ਆਪਾਂ ਜਿੰਨੇ ਵੀ ਆ ਜੇ ਇੱਕ ਪਿੰਡ ਦੇ ਵਿੱਚੋਂ ਇੱਕ NRI ਵੀ ਬਾਹਰ ਗਿਆ ਹੋਇਆ ਨਾ ਤਾਂ ਆਪਾਂ ਮਹੀਨੇ 'ਚ 2 ਵਾਰ ਕਿਤੇ ਬਾਹਰ ਡਿਨਰ ਨਾ ਕਰੀਏ ਤਾਂ ਆਪਣੇ ਪਿੰਡ 'ਚ ਮੈਨੂੰ ਲੱਗਦਾ ਕੋਈ ਗਰੀਬ ਹੀ ਨਹੀਂ ਹੋਣਾ ਕਿਉਂਕਿ ਨਿੱਕੀਆਂ ਨੀਡ ਹੁੰਦੀਆਂ ਨੇ ਕੋਈ ਐਂ ਨਹੀਂ ਗਾ ਕਿਸੇ ਨੇ ਉਹਨਾਂ ਨੇ ਕੋਈ ਕਾਰ ਲੈਣੀ ਉਹਨਾਂ ਨੇ ਕੋਈ ਮੋਟਰਸਾਈਕਲ ਲੈਣਾ ਨਿੱਕੀਆਂ ਜ਼ਰੂਰਤਾਂ ਹੁੰਦੀਆਂ ਨੇ ਕਿਸੇ ਨੂੰ ਕੋਈ ਆਪਾਂ 1 ਕਿਲੋ ਦੁੱਧ ਹੀ ਲਾ ਦਿਓ 1 ਕਿਲੋ ਦੁੱਧ ਦਾ ਜੇ ਮਹੀਨੇ ਦਾ 3000 ਵੀ ਬਣਿਆ ਤਾਂ ਆਪਣੇ 70-80 ਡਾਲਰ ਨੇ ਉਹਨਾਂ ਦੇ ਐਨ ਬੱਚੇ ਦੁੱਧ ਵੀ ਪੀਣਗੇ ਦਹੀਂ ਵੀ ਖਾਣਗੇ ਲੱਸੀ ਵੀ ਪੀਣਗੇ ਸਾਰਾ ਕੁਝ ਸੋ ਇੱਕ ਨਿੱਕੀਆਂ ਜ਼ਰੂਰਤਾਂ ਹੁੰਦੀਆਂ ਨੇ ਮੈਂ ਜੋ ਵੀ ਕਰਦਾ ਮੈਂ ਪਿੰਡ ਤੋਂ ਸਟਾਰਟ ਕਰਦਾ ਹਾਂ ਹਰ 2 ਮਹੀਨਿਆਂ ਬਾਅਦ ਮੈਂ ਪਿੰਡ ਦੇ ਵਿੱਚ ਕੋਈ ਨਿੱਕਾ ਜਿਹਾ ਫੰਕਸ਼ਨ ਰੱਖ ਕੇ ਕਿਸੇ ਬੱਚਿਆਂ ਨੂੰ ਕੋਈ ਪੜ੍ਹਾਈ ਦੇ ਵਿੱਚੋਂ ਪਹਿਲੇ ਨੰਬਰ ਤੇ ਪਹਿਲੇ ਦੂਜੇ ਨੰਬਰ ਤੇ ਆਇਆ ਜਾਂ ਕੋਈ ਪਿੰਡ ਦੇ ਵਿੱਚੋਂ ਕੋਈ ਚੰਗਾ ਕੰਮ ਕਰ ਰਿਹਾ ਜਾਂ ਪਿੰਡ ਦੇ ਵਿੱਚ ਕੋਈ ਪੁਲਿਸ ਦੇ ਵਿੱਚ ਭਰਤੀ ਹੋਇਆ ਸੋ ਉਹ ਇਹ ਨਹੀਂ ਹੁੰਦਾ ਵੀ ਉਹਨਾਂ ਨੂੰ ਕੋਈ ਹੁਣ ਸਾਡੇ ਪਿੰਡ ਮੁੰਡੇ ਨੇ 2 ਪੁਲਿਸ ਦੇ ਵਿੱਚ ਭਰਤੀ ਹੋਇਆ ਉਹਨਾਂ ਨੂੰ 1100 ਰੁਪਏ ਨਾਲ ਸਨਮਾਨਿਤ ਕੀਤਾ ਤੇ ਨਾਲ ਉਹਨਾਂ ਨੂੰ ਟਰੋਫੀਆਂ ਦਿੱਤੀਆਂ ਨੇ 1100 ਰੁਪਏ ਉਹਨਾਂ ਦੇ ਲਈ ਨਥਿੰਗ ਆ ਕਿਉਂਕਿ ਚੰਗੇ ਪਰਿਵਾਰਾਂ ਦੇ ਨੇ ਪਰ ਉਹ ਕਹਿੰਦੇ ਵੀ ਜਿਹੜਾ 1100 ਲੈ ਕੇ ਕਹਿੰਦੇ ਜਿਹੜੀ ਅਸੀਂ ਉੱਥੋਂ 50-60 ਹਜ਼ਾਰ ਸਾਡੀ ਤਨਖਾਹ ਹੁੰਦੀ ਆ ਮਹੀਨੇ ਦੀ ਕਹਿੰਦੇ ਉਹਦੇ ਨਾਲ ਸਾਨੂੰ 1100 ਰੁਪਏ ਵਧੀਆ ਲੱਗਿਆ
ਕਹਿੰਦਾ ਵੀਰੇ ਤੇਰਾ ਜਿਹੜਾ 1100 ਰੁਪਈਆ ਤਾਂ ਭੇਜਿਆ ਸੀ ਕਹਿੰਦਾ ਉਹ ਮੈਂ ਹੁਣ ਸ਼ੀਸ਼ੇ ਦੇ ਵਿੱਚ ਲਾ ਕੇ ਕਹਿੰਦਾ ਉਹ ਨੋਟ ਮੈਂ ਪੂਰੀ ਲਾਈਫ ਦੇ ਵਿੱਚ ਕਦੇ ਖਰਚਣੇ ਨਹੀਂ, ਕਿਉਂਕਿ ਮੈਨੂੰ ਇੰਨਾ ਵਧੀਆ ਲੱਗਿਆ ਵੀ ਤੂੰ ਮੈਨੂੰ ਸਾਨੂੰ ਵੀ ਪਿੰਡ 'ਚ ਯਾਦ ਕਰਦਾ। ਜੀ ਸੋ ਇਹ ਬਹੁਤ ਜ਼ਰੂਰੀ ਹੁੰਦਾ, ਮੈਂ ਪਿੰਡ 'ਚ ਕਰਦਾ ਜੋ ਵੀ ਕਰਦਾ। ਪਹਿਲਾਂ ਤੇ ਰਫਤਾਰ ਮੈਂ ਗੱਲ ਕਰੂੰਗੀ ਕਿ ਜਿਨ੍ਹਾਂ ਵੀ ਕਮਿਊਨਿਟੀ ਦੇ ਕਹਿ ਲਓ ਕਿ ਦਾਨੀ ਸੱਜਣਾ ਨੇ ਆਰੀਅਨ ਮਿਸ਼ਨ ਨੂੰ ਕੰਪਲੀਟ ਕਰਨ ਦੇ ਵਿੱਚ ਸਾਡਾ ਸਾਥ ਦਿੱਤਾ, ਪੂਰੇ ਮੀਡੀਆ ਨੇ ਸਾਥ ਦਿੱਤਾ ਸਾਡੇ ਇਸ ਮੁਹਿੰਮ ਦੇ ਵਿੱਚ, ਸਾਡੇ ਇਸ ਕਹਿ ਲਓ ਕਿ ਜਿਹੜਾ ਅਸੀਂ ਇੱਕ ਲੈ ਕੇ ਚੱਲੇ ਸੀ, ਮਿਸ਼ਨ ਲੈ ਕੇ ਚੱਲੇ ਸੀ। ਸੋ ਨੀਰੂ ਬਾਜਵਾ ਉਹਨਾਂ ਨੇ ਸਾਥ ਦਿੱਤਾ, ਸੋ ਸਾਰਿਆਂ ਦਾ ਥੈਂਕ ਯੂ। ਪਰ ਕੁਝ ਇੱਕ ਸਟਿਲ ਹੱਲੇ ਸਾਡੇ ਕੋਲ ਆ ਰਹੇ ਨੇ ਪਰਿਵਾਰ ਜਿਹੜੇ ਕਿ ਆਰੀਅਨ ਦੇ ਲਈ ਡੋਨੇਸ਼ਨ ਦੇਣਾ ਚਾਹੁੰਦੇ ਨੇ, ਪਰ ਸਾਡੇ ਨਾਲ ਕੈਲੀਫੋਰਨੀਆ ਤੋਂ ਕਾਲ ਹੈ ਜੀ, ਅਸੀਂ ਇਹ ਕਾਲ ਲੈ ਲਈਏ। ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭੈਣ ਬਲਜਿੰਦਰ ਕੌਰ ਜੀ ਤੇ ਵੀਰ ਰਫਤਾਰ ਸਿੰਘ ਗਿੱਲ ਜੀ, ਸਰਪਰੀ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ। ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭੈਣ ਜੀ ਮੈਨੂੰ ਮੇਰੀ ਆਵਾਜ਼ ਵਾਪਸ ਆ ਰਹੀ ਹੈ ਜੀ? ਸਾਨੂੰ ਬਿਲਕੁਲ ਸਹੀ ਸੁਣਦੀ ਹੈ ਜੀ ਤੁਹਾਡੀ ਆਵਾਜ਼, ਕੁਝ ਇਦਾਂ ਦਾ ਨਹੀਂ ਹੋ ਰਿਹਾ। ਠੀਕ ਹੈ ਜੀ ਜੀ। ਸੋ ਮੈਂ ਇੱਕ ਤਾਂ ਤੁਹਾਨੂੰ ਸਵਾਲ ਕਰਨਾ ਜੀ, ਤੇ ਫਿਰ ਥੋੜੀ ਜਿਹੀ ਅਪਡੇਟ ਦੇਣੀ ਹੈ, ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਕਰ ਸਕਦਾ ਜੀ? ਬਿਲਕੁਲ ਜੀ, ਕਰ ਸਕਦੇ ਆ ਤੁਸੀਂ। ਭੈਣ ਜੀ ਜੇ ਮੈਂ ਗਲਤ ਨਾ ਹੋਵਾਂ ਤਾਂ ਪਿਛਲੇ ਤੋਂ ਪਿਛਲੇ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਨੂੰ ਕਾਲ ਕੀਤੀ ਸੀਗੀ ਜੀ, ਤੇ ਤੁਸੀਂ ਕੁਝ ਮੈਨੂੰ ਸਵਾਲ ਕੀਤੇ ਸੀਗੇ ਜੀ। ਹਾਂਜੀ, ਮੇਰੇ ਕੱਪੜੇ ਬਾਰੇ ਜੀ। ਜੀ ਬਿਲਕੁਲ ਜੀ। ਮੈਂ ਤਨਖਾਹ ਨੱਪੀ ਆ, ਮੈਂ ਫਰਾਡ ਕੀਤਾ ਆ, ਜੀ ਬਲਾ ਜੀ ਬਿਲਕੁਲ ਕੀਤੇ ਸੀ ਜੀ। ਤੇ ਮੈਂ ਜਿੰਨਾ ਕੁ ਸਫਾਈ ਦੇ ਸਕਦਾ ਸੀ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਸਫਾਈ ਦਿੱਤੀ ਸੀ ਜੀ। ਤੇ ਮੇਰਾ ਤੁਹਾਨੂੰ ਸਵਾਲ ਇਹ ਆ ਕਿ ਜਿਨ੍ਹਾਂ ਨੇ ਮੇਰੇ ਤੇ ਇਲਜ਼ਾਮ ਲਾਏ ਸੀ ਤੁਸੀਂ ਉਹਨਾਂ ਨੂੰ ਕਿਉਂ ਨਹੀਂ ਲੈ ਕੇ ਨਾ ਪਿਛਲੇ ਪ੍ਰੋਗਰਾਮ ਦੇ ਵਿੱਚ ਤੇ ਅੱਜ ਲੈ ਕੇ ਆ ਰਹੇ ਹੋ ਜੀ? ਇਹ ਮੇਰਾ ਤੁਹਾਨੂੰ ਸਵਾਲ ਹੈ, ਇਹਦਾ ਜਵਾਬ ਬਾਅਦ ਦੇ ਵਿੱਚ ਦੇ ਜੀ ਬਿਲਕੁਲ ਜੀ। ਤੇ ਇੱਕ ਮੈਂ ਅਪਡੇਟ ਦੇਣੀ ਚਾਹੁੰਦਾ ਸੀਗਾ ਤੇ ਮੈਂ ਮਾਫੀ ਚਾਹੁੰਦਾ ਜੀ, ਖਾਸ ਤੌਰ ਤੇ ਜਿਹੜੇ ਵੀ ਮੇਰੀ ਗੱਲ ਸੁਣਦੇ ਆ, ਕਿਉਂਕਿ ਉਹਨਾਂ ਕਹਿੰਦਾ ਜਦੋਂ ਵੀ ਆਉਂਦਾ ਤੇ ਗੁਰੂ ਘਰ ਦੀ ਗੱਲ ਕਰਦਾ ਜੀ। ਪਰ ਮੈਂ ਮਾਫੀ ਚਾਹੁੰਦਾ ਵੀ ਕਈ ਵਾਰੀ ਨਾ ਚਾਹੁੰਦੇ ਹੋਏ ਵੀ ਉਹ ਗੱਲ ਨੂੰ ਫਿਰ ਦੁਬਾਰਾ ਮੀਡੀਆ ਦੇ ਵਿੱਚ ਲੈ ਕੇ ਆਉਣਾ ਪੈਂਦਾ ਜੀ, ਕਿਉਂਕਿ ਜਦੋਂ ਕੁਝ ਕੁ ਬੰਦੇ ਆਪਣੀ ਧੌਂਸ ਜਮਾਉਂਦੇ ਨੇ ਨਾ ਜੀ, ਉਹ ਵਿੱਚ ਹੀ ਪ੍ਰਾਪਰਟੀ ਸਮਝ ਲੈਂਦੇ ਨੇ ਗੁਰੂ ਘਰ ਨੂੰ, ਤੇ ਉਦੋਂ ਫਿਰ ਸਾਨੂੰ ਕਿਉਂਕਿ ਜਦੋਂ ਸਾਡੀ ਕਿਤੇ ਨਹੀਂ ਕੋਈ ਗੱਲਬਾਤ ਚੱਲਦੀ ਤੇ ਫਿਰ ਸਾਡੇ ਕੋਲ ਕੋਈ ਸੋਰਸ ਹੁੰਦਾ ਵੀ ਉਹਨੂੰ ਉਸ ਗੱਲ ਨੂੰ ਮੀਡੀਆ ਤੱਕ ਪਹੁੰਚਾ ਕੇ ਸੰਗਤ ਦੇ ਸਨਮੁਖ ਰੱਖ ਸਕੀਏ। ਫੈਸਲਾ ਸੰਗਤ ਨੇ ਕਰਨਾ ਵੀ ਉਹਦਾ ਕੀ ਫੈਸਲਾ ਕਰਨਾ ਜੀ ਬਿਲਕੁਲ ਜੀ। ਸਾਡੇ ਸਰੋਤਿਆਂ ਨੂੰ ਪਤਾ ਹੋਣਾ ਕਿ ਪਿਛਲੇ ਦਿਨੀ ਇਸੇ ਮਾਧਿਅਮ ਤੋਂ ਇੱਕ ਉਹਨਾਂ ਦੇ ਨਾਲ ਖਬਰ ਮੋਡੈਸਟੋ ਗੁਰੂ ਘਰ ਦੀ ਨਸ਼ਰ ਕੀਤੀ ਸੀ, ਜਿਹਦੇ ਵਿੱਚ ਮਈ ਦੇ ਸ਼ਾਇਦ ਪਹਿਲੇ ਹਫ਼ਤੇ ਗੁਰੂ ਘਰ ਦਾ ਨਿਸ਼ਾਨ ਸਾਹਿਬ ਜਿਹੜਾ ਉਹ ਭਗਵੇਂ ਰੰਗ ਦਾ ਲਹਿਰਾਇਆ ਗਿਆ ਸੀਗਾ। ਤੇ ਉਹ ਜਦੋਂ ਖਬਰ ਮੀਡੀਆ 'ਚ ਆਈ ਸੀ ਤੇ ਫਿਰ ਸੋਸ਼ਲ ਮੀਡੀਆ ਦੇ ਦਬਾਅ ਦੇ ਕਾਰਨ ਪ੍ਰਬੰਧਕ ਕਮੇਟੀ ਨੇ ਉਹ ਨਿਸ਼ਾਨ ਸਾਹਿਬ ਜਿਹੜਾ ਸੀ ਉਹ ਉਤਾਰ ਕੇ ਤੇ 14 ਤਰੀਕ ਨੂੰ 14 ਮਈ ਨੂੰ ਫਿਰ ਦੁਬਾਰਾ ਜਿਹੜਾ ਉਹਨੂੰ ਜਿਹੜਾ ਸਹੀ ਆ ਉਹ ਲਹਿਰਾਇਆ ਗਿਆ ਸੀਗਾ ਜੀ ਬਿਲਕੁਲ ਜੀ। ਤੇ ਉਸ ਦੇ ਸੰਬੰਧ ਦੇ ਵਿੱਚ ਉੱਥੋਂ ਦੇ ਜਿਹੜੇ ਗ੍ਰੰਥੀ ਆ ਉਹਨਾਂ ਨੇ ਕੁਝ ਅਪਜਨਕ ਸ਼ਬਦ ਮੇਰੀ ਭੈਣ ਵਾਸਤੇ ਬੋਲੇ ਸੀ, ਸੋ ਇਸ ਦੇ ਕਾਰਨ ਉਹਨਾਂ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਅਸਤੀਫਾ ਦੇ ਕੇ ਉੱਥੋਂ ਜਾਣਾ ਪਿਆ ਸੀਗਾ ਜੀ। ਜੀ ਉਹਨਾਂ ਨੇ ਜਿਹੜਾ ਅਸਤੀਫਾ ਸੀਗਾ ਜੀ ਉਹ 24 ਤਰੀਕ ਨੂੰ ਦਿੱਤਾ ਸੀ ਮਈ ਨੂੰ, ਤੇ ਸ਼ਨੀਵਾਰ ਨੂੰ 28 ਤਰੀਕ ਨੂੰ ਉਹਨਾਂ ਦਾ ਜਿਹੜਾ ਅਸਤੀਫਾ ਆ ਉਹ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰਵਾਨ ਕਰ ਲਿਆ। ਤੇ ਉਹਨਾਂ ਨੇ ਕਮੇਟੀ ਨੂੰ ਇੱਕ ਬੇਨਤੀ ਕੀਤੀ ਸੀ ਕਿ ਅਸੀਂ ਇੱਕ ਪ੍ਰੋਗਰਾਮ ਵਿਆਹ ਦਾ ਫੜਿਆ ਹੋਇਆ ਸ਼ਨੀਵਾਰ ਨੂੰ ਜੀ, ਸਾਨੂੰ ਉਹ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਤੇ ਕਮੇਟੀ ਨੇ ਬੜੇ ਫਰਾਕ ਦਿਲੀ ਨਾਲ ਉਹਨਾਂ ਨੂੰ ਕਿਹਾ ਵੀ ਤੁਸੀਂ ਨਿਭਾ ਸਕਦੇ ਹੋ ਜੀ। ਤੇ ਸ਼ਨੀਵਾਰ ਨੂੰ ਉਹ ਆਮ ਦੀ ਤਰ੍ਹਾਂ ਉਹਨਾਂ ਨੇ ਆਪਣੀ ਡਿਊਟੀ ਜਦ ਕਿ ਉਹ ਅਸਤੀਫਾ ਦੇ ਚੁੱਕੇ ਸੀਗੇ ਜੀ, ਉਹਨਾਂ ਨੇ ਵਿਆਹ ਦੀ ਜਿਹੜੀ ਰਸਮ ਆ ਉਹ ਨਿਭਾਈ। ਤੇ ਉਸ ਤੋਂ ਅਗਲੇ ਦਿਨ ਐਤਵਾਰ ਨੂੰ ਜਿਹੜੇ ਰੋਜ਼ਾਨਾ ਦੀ ਤਰ੍ਹਾਂ ਜਾਂ ਹਫ਼ਤਾਵਾਰੀ ਪ੍ਰੋਗਰਾਮ ਸਾਜਦੇ ਨੇ ਉਹਦੇ ਦੌਰਾਨ ਉਹਨਾਂ ਨੇ ਕੀਰਤਨ ਕਰਨਾ ਆਣ ਕੇ ਸ਼ੁਰੂ ਕਰ ਦਿੱਤਾ। ਕਿਉਂਕਿ ਜਦੋਂ ਤੁਸੀਂ ਵੀ ਕੰਮ ਕਰਦੇ ਹੋ ਮੈਂ ਵੀ ਕੰਮ ਕਰਦਾ, ਜਦੋਂ ਅਸੀਂ ਕਿਸੇ ਨੂੰ ਲਿਖ ਕੇ ਦੇ ਦਿੰਦੇ ਆ ਕਿ ਮੈਂ ਤੁਹਾਡੇ ਲਈ ਕੰਮ ਨਹੀਂ ਕਰ ਸਕਦਾ, ਤੇ ਜਦੋਂ ਦੁਬਾਰਾ ਅਸੀਂ ਕੰਮ ਕਰਨਾ ਤੇ ਸਾਡਾ ਫਰਜ਼ ਬਣਦਾ ਅਸੀਂ ਉਹ ਪ੍ਰਬੰਧਕਾਂ ਨੂੰ ਪੁੱਛੀਏ ਵੀ ਅਸੀਂ ਆਹ ਕੰਮ ਕਰਨ ਲੱਗੇ ਆ ਜੀ। ਬਿਲਕੁਲ ਜੀ। ਜਦੋਂ ਪੁੱਛਣ ਤੋਂ ਬਗੈਰ ਉਹ ਕੰਮ ਅਸੀਂ ਸ਼ੁਰੂ ਕਰਦੇ ਆ ਤੇ ਪ੍ਰਬੰਧਕ ਕੋਲੇ ਹੱਕ ਆ ਵੀ ਉਹ ਤੁਹਾਨੂੰ ਕਹਿ ਸਕਦਾ ਭਾਈ ਵੀ ਤੁਸੀਂ ਆਹ ਕੰਮ ਕਰਕੇ ਤੇ ਆਪਣੀ ਛੁੱਟੀ ਕਰੋ, ਫਿਰ ਤੁਹਾਨੂੰ ਅਸੀਂ ਦੱਸਾਂਗੇ ਜਦ ਸਾਨੂੰ ਜ਼ਰੂਰਤ ਹੋਈ ਜੀ। ਹੋਇਆ ਇੰਜ ਕਿ ਉਹਨਾਂ ਨੇ ਐਤਵਾਰ ਨੂੰ 31 ਤਰੀਕ ਨੂੰ ਉਹਨਾਂ ਨੇ ਕੀਰਤਨ ਕਰਨਾ ਸ਼ੁਰੂ ਕੀਤਾ ਜੀ। ਤਾਂ ਪ੍ਰਬੰਧਕ ਕਮੇਟੀ ਦੇ ਸੱਜਣ ਕੁਝ ਬਾਹਰ ਖੜੇ ਸਨ ਕਿਉਂਕਿ ਸੰਗਤ ਆ ਨਹੀਂ ਸੀ, ਉਹਨਾਂ ਦੇਖਿਆ ਵੀ ਅੰਦਰ ਕੀਰਤਨ ਸ਼ੁਰੂ ਹੋ ਗਿਆ। ਤੇ ਗੁਰੂ ਘਰ ਦੇ ਜਿਹੜੇ ਸੈਕਟਰੀ ਆ ਸਰਦਾਰ ਜਗਤਾਰ ਸਿੰਘ, ਉਹਨਾਂ ਨੇ ਜਾ ਕੇ ਬੜੇ ਸਤਿਕਾਰ ਦੇ ਨਾਲ ਭਾਈ ਮਨਜੀਤ ਸਿੰਘ ਜੀ ਹੁਣਾਂ ਦੇ ਕੰਨ ਦੇ ਵਿੱਚ ਇੱਕ ਬੇਨਤੀ ਕੀਤੀ ਕਿ ਆਹ ਸ਼ਬਦ ਪੜ੍ਹ ਕੇ ਸਮਾਪਤੀ ਕਰ ਦਿਓ ਜੀ।
ਉਹਨਾਂ ਨੇ ਉਹ ਸ਼ਬਦ ਪੜਿਆ। ਉਸ ਤੋਂ ਬਾਅਦ 6 ਪੌੜੀਆਂ ਆਨੰਦ ਸਾਹਿਬ ਦਾ ਪਾਠ ਕੀਤਾ ਗਿਆ, ਉਪਰੰਤ ਅਰਦਾਸ ਹੋਈ, ਉਪਰੰਤ ਹੁਕਮਨਾਮਾ ਲਿਆ ਗਿਆ। ਸਭ ਕੁਝ ਜਿਹੜਾ ਉਹ ਠੀਕ ਠਾਕ ਮਰਿਆਦਾ ਅਨੁਸਾਰ ਹੋਇਆ। ਤੇ ਇਸ ਗੱਲ ਦਾ ਤੂਲ ਜਿਹੜਾ ਕਿ ਸਾਬਕਾ ਇੱਕ ਮੈਂਬਰ ਕਮੇਟੀ ਆ ਜੀ ਦਲਜੀਤ ਸਿੰਘ ਮਾਨ, ਉਹਨਾਂ ਨੇ ਇਸ ਗੱਲ ਦੀ ਇੱਕ ਲਿਖਤੀ ਰੂਪ ਦੇ ਵਿੱਚ ਦਰਖਾਸਤ ਸ੍ਰੀ ਅਕਾਲ ਤਖਤ ਸਾਹਿਬ ਨੂੰ ਭੇਜੀ ਆ ਕਿ 31 ਤਰੀਕ ਨੂੰ ਭਾਈ ਮਨਜੀਤ ਸਿੰਘ ਤੇ ਅਮਰਜੀਤ ਸਿੰਘ ਦਾ ਕੀਰਤਨ ਬੰਦ ਕਰਕੇ ਪ੍ਰਬੰਧਕ ਕਮੇਟੀ ਨੇ ਬੇਅਦਬੀ ਕੀਤੀ ਹੈ ਜੀ ਗੁਰੂ ਘਰ ਵਿਖੇ। ਤੇ ਸਭ ਤੋਂ ਪਹਿਲਾਂ ਤਾਂ ਮੈਂ ਉਸ ਸੰਗਤ ਨੂੰ ਔਰ ਉਸ ਵੀਰ ਨੂੰ ਸਲੂਟ ਕਰਦਾ ਕਿ ਕਮ ਸੇ ਕਮ ਉਹਨਾਂ ਨੂੰ ਪਤਾ ਲੱਗਾ ਵੀ ਬੇਅਦਬੀ ਹੋਈ ਆ। ਮੈਂ ਸੋਚਦਾ ਵੀ ਸ਼ਾਇਦ ਉੱਥੇ ਬੰਦਾ ਹੀ ਨਹੀਂ ਹੋਣਾ ਜਿਹਨੂੰ ਪਤਾ ਹੀ ਨਹੀਂ ਵੀ ਇੱਥੇ ਬੇਅਦਬੀ ਵੀ ਹੁੰਦੀ ਆ। ਇੰਨਾ ਕੁਝ ਹੋ ਚੁੱਕਾ। ਤੇ ਦਲਜੀਤ ਸਿੰਘ ਮਾਨ ਨੂੰ ਮੇਰਾ ਸਿਰ ਝੁਕਦਾ ਵੀ ਕਮ ਸੇ ਕਮ ਇੱਕ ਸਿਰ ਹੈ ਜਿਹਨੂੰ ਇਹ ਪਤਾ ਲੱਗਾ ਵੀ ਉੱਥੇ ਬੇਅਦਬੀ ਹੋਈ ਆ ਜੀ। ਤੇ ਨਾਲ ਮੈਂ ਹੁਣ ਉਹਨਾਂ ਨੂੰ ਕੁਝ ਪੁਆਇੰਟ ਜਾਣੂ ਕਰਾਉਣੇ ਚਾਹੁੰਦਾ ਤੇ ਤੁਹਾਡੇ ਵੀ ਧਿਆਨ ਗੁਜ਼ਰੀ ਲਿਆਉਣਾ ਚਾਹੁੰਦਾ ਵੀ ਬੇਅਦਬੀ ਹੋਈ ਕਦੋਂ ਤੇ ਉਸ ਗੱਲ ਦਾ ਉਹਨਾਂ ਨੇ ਜ਼ਿਕਰ ਕਿਉਂ ਨਹੀਂ ਕੀਤਾ ਆਪਣੀ ਦਰਖਾਸਤ ਦੇ ਵਿੱਚ ਜੀ। 2012 ਦੇ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਰਦੂਲ ਸਿੰਘ ਬਾਜਵਾ ਤੇ ਰਣਜੀਤ ਸਿੰਘ ਸੈਕਟਰੀ ਕੋਲੇ ਸਮਾਂ ਮੰਗਦੇ ਨੇ ਬੋਲਣ ਵਾਸਤੇ ਤੇ ਉਹਨਾਂ ਦੀ ਦਾੜੀ ਨੂੰ ਹੱਥ ਪਾਇਆ ਜਾਂਦਾ। ਇਹ ਗੱਲ ਉਦੋਂ ਬੇਅਦਬੀ ਨਹੀਂ ਹੋਈ, ਉਦੋਂ ਦਲਜੀਤ ਸਿੰਘ ਮਾਨ ਦੇ ਸਿਰ ਤੇ ਨਹੀਂ ਬਲੁੰਦਰੇ ਗਏ ਜੀ। ਇਸ ਤੋਂ ਅੱਗੇ 2014 ਦੇ ਵਿੱਚ ਪ੍ਰਬੰਧ ਨੂੰ ਲੈ ਕੇ ਗੁਰਦੁਆਰਾ ਸਾਹਿਬ ਦੇ ਅੰਦਰ ਹਲਚਲ ਹੋਈ ਜੋ ਕਿ ਸਾਨੂੰ ਅਕਸਰ ਦੇਖਣ ਨੂੰ ਮਿਲਦੀ, ਜਿਹਦੇ ਵਿੱਚ ਜਿਹੜੇ ਮੌਜੂਦਾ ਪ੍ਰਬੰਧਕ ਨੇ ਦੋ ਧੜੇ ਨੇ ਉੱਥੇ ਤੇ ਉਹਨਾਂ ਦੀਆਂ ਸਤਿਕਾਰਯੋਗ ਭੈਣਾਂ ਨੇ ਸਟੇਜ ਤੋਂ ਉਹ ਸ਼ਬਦ ਬੋਲੇ ਜਿਹੜੇ ਕਿ ਅਕਸਰ ਅਸੀਂ ਨਹੀਂ ਬੋਲ ਸਕਦੇ ਔਨ ਦਾ ਏਅਰ, ਸਿੱਧੇ ਲਫ਼ਜ਼ਾਂ 'ਚ ਕਹਾਂਗੇ ਜਿਹੜੇ ਅਸੀਂ ਪਿੰਡਾਂ 'ਚ ਗਾਲੀ ਗਲੋਚ ਦੇ ਰੂਪ ਵਿੱਚ ਵਰਤਦੇ ਆ ਜੀ। ਔਰ ਗੁਰਦੁਆਰਾ ਸਾਹਿਬ ਦੀ ਗੋਲਕ ਨੂੰ ਲੱਤਾਂ ਮਾਰੀਆਂ ਗਈਆਂ, ਠੁੱਡੇ ਮਾਰੇ ਗਏ ਜੀ। ਉਦੋਂ ਦਲਜੀਤ ਸਿੰਘ ਮਾਨ ਦੇ ਹਿਰਦੇ ਨਹੀਂ ਬਲੁੰਦਰੇ ਗਏ ਕਿ ਇਹ ਬੇਅਦਬੀ ਨਹੀਂ। 2018 ਦੇ ਵਿੱਚ 10 ਤੇ 11 ਫਰਵਰੀ ਦੀ ਦਰਮਿਆਨੀ ਰਾਤ ਨੂੰ ਤਕਰੀਬਨ 10:30 ਵਜੇ ਦੇ ਕਰੀਬ, ਕਿਉਂਕਿ ਗੁਰਦੁਆਰਾ ਸਾਹਿਬ ਦੇ ਕੋਲ ਦੀ ਰੇਲਵੇ ਲਾਈਨ ਲੰਘਦੀ ਆ ਤੇ ਸਡਨਲੀ 10:30 ਦੇ ਕਰੀਬ ਰਾਤ ਨੂੰ ਰੇਲ ਗੱਡੀ ਦੇ ਪਟੜੇ ਲਾਈਨ ਤੋਂ ਲੱਥ ਗਏ ਤੇ ਉਹਨਾਂ ਨੇ ਜਿਹੜਾ ਪ੍ਰਸ਼ਾਸਨ ਹੈ ਉਹਨਾਂ ਨੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕੀ ਬੋਰਡ ਨੂੰ ਕਿਹਾ ਕਿ ਤੁਹਾਨੂੰ ਗੁਰਦੁਆਰਾ ਸਾਹਿਬ ਛੱਡ ਕੇ ਜਾਣਾ ਪੈ ਜਾ ਸਕਦਾ। 10 ਔਰ 11 ਦੀ ਦਰਮਿਆਨੀ ਰਾਤ ਨੂੰ 10:30 ਵਜੇ ਦੇ ਕਰੀਬ ਅਖੰਡ ਪਾਠ ਸਾਹਿਬ ਚੱਲਦਾ ਬੰਦ ਕੀਤਾ ਗਿਆ ਮਜਬੂਰੀ ਕਾਰਨ ਜੀ। ਪਰ ਉਸੇ ਅਖੰਡ ਪਾਠ ਨੂੰ 4:30 ਵਜੇ ਫਿਰ ਕੰਟੀਨਿਊ ਕੀਤਾ ਗਿਆ। ਉਹ ਜਿਹੜਾ 5 ਘੰਟੇ ਦਾ ਫਰਕ ਆ, ਹੋਣਾ ਤੇ ਇਹ ਚਾਹੀਦਾ ਸੀ ਉਹਦਾ 5 ਘੰਟੇ ਲੇਟ ਭੋਗ ਪਾਇਆ ਜਾਂਦਾ ਜਾਂ ਖਿਮਾ ਜਾਚਨਾ ਕੀਤੀ, ਪਰ ਨਹੀਂ, ਸਮੇਂ ਅਨੁਸਾਰ ਉਸ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਗਿਆ ਕਿ 5 ਘੰਟੇ ਦਾ ਜਿਹੜਾ ਗੈਪ ਰਿਹਾ ਜੀ ਉਹ ਬੇਅਦਬੀ ਨਹੀਂ ਹੋਈ। ਇਹ ਗੁਰੂ ਗ੍ਰੰਥ ਸਾਹਿਬ ਦੇ ਇੰਨਾ ਕੁਝ ਹੋਣ ਦੇ ਬਾਅਦ ਦਲਜੀਤ ਸਿੰਘ ਦੀਆਂ ਭਾਵਨਾਵਾਂ ਕਿਉਂ ਨਹੀਂ ਭੜਕੀਆਂ? ਜਦੋਂ ਇੱਕ ਭੈਣ ਨੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਨੂੰ ਇਹ ਪੁੱਛਿਆ ਕਿ ਨਿਸ਼ਾਨ ਸਾਹਿਬ ਕਿਹਨਾਂ ਨੇ ਬਦਲਿਆ, ਕਿਉਂ ਬਦਲਿਆ, ਤੇ ਉਹਦੇ ਪੁੱਛਣ ਦੇ ਬਾਵਜੂਦ ਉਹ ਇਹੋ ਜਿਹੇ ਸ਼ਬਦ ਬੋਲਦਾ ਮੈਂ ਬੋਲ ਨਹੀਂ ਸਕਦਾ, ਉਦੋਂ ਦਲਜੀਤ ਸਿੰਘ ਦੀਆਂ ਭਾਵਨਾਵਾਂ ਨਹੀਂ ਭੜਕੀਆਂ। ਜਦੋਂ ਅਮਰਜੀਤ ਸਿੰਘ ਦੇ ਬੇਟੇ ਨੇ ਔਨ ਦਾ ਰਿਕਾਰਡ YouTube ਤੇ ਤੁਸੀਂ ਵੀਡੀਓ ਦੇਖ, ਉਹਨੇ ਇਹ ਇਲਜ਼ਾਮ ਲਾਇਆ ਕਿ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਸ਼ਰਾਬ ਦਾ ਸੇਵਨ ਕਰਦੀ ਆ, ਕਿ ਉਦੋਂ ਦਲਜੀਤ ਸਿੰਘ ਮਾਨ ਦੀਆਂ ਇਹ ਭਾਵਨਾਵਾਂ ਨਹੀਂ ਭੜਕੀਆਂ। ਸੋ ਮੇਰੀ ਦਲਜੀਤ ਸਿੰਘ ਮਾਨ ਨੂੰ ਬੇਨਤੀ ਆ ਕਿ ਜਿੱਥੇ ਤੁਸੀਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਇਹ ਬੇਨਤੀ ਕੀਤੀ ਆ ਕੀਰਤਨ ਬੰਦ ਹੋਣ ਤੇ ਭਾਵਨਾਵਾਂ ਭੜਕੀਆਂ ਕਿ ਬੇਅਦਬੀ, ਕਿਉਂਕਿ ਮੈਨੂੰ ਵੀ ਗਾਹੇ ਬਗਾਏ ਹੁਣ ਨਹੀਂ, ਕੁਝ ਸਮਾਂ ਪਹਿਲਾਂ ਜਦੋਂ ਨਾਰਮਲ ਸੀ ਅਸੀਂ ਵੀ ਗੁਰੂ ਘਰ ਕਵਿਤਾ ਬੋਲਣ ਜਾਂਦੇ ਸੀ ਤਾਂ ਪ੍ਰਬੰਧਕ ਕਮੇਟੀ ਅਕਸਰ ਸਾਨੂੰ ਇਸ਼ਾਰਾ ਕਰ ਜਾਂਦੀ ਸੀ ਸਮੇਂ ਦੇ ਹਾਲਾਤ ਦੇ ਅਨੁਸਾਰ ਭਾਈ ਸਾਹਿਬ ਜੀ ਤੁਸੀਂ ਸਮਾਪਤੀ ਕਰ ਦਿਓ, ਤੇ ਕਈ ਵਾਰੀ ਹਾਲਾਤ ਦੇ ਮੁੱਖ ਰੱਖਦੇ ਇਹੋ ਜਿਹੀ ਬੇਨਤੀ ਅਕਸਰ ਕੀਤੀ ਜਾਂਦੀ ਆ। ਉਹ ਬੇਅਦਬੀ ਨਹੀਂ ਹੋਈ। ਬੇਅਦਬੀ ਜਿਹੜੀ ਹੋਈ ਆ ਉਹ ਤੁਹਾਨੂੰ ਪੁਆਇੰਟ ਗਿਣਾਤੇ ਆ। ਮੇਰੀ ਦਲਜੀਤ ਸਿੰਘ ਮਾਨ ਨੂੰ ਬੇਨਤੀ ਆ ਕਿ ਜਿੱਥੇ ਤੁਸੀਂ ਦਰਖਾਸਤ ਲਿਖੀ ਉੱਥੇ ਆ ਵੀ ਪੁਆਇੰਟ ਜਿਹੜੇ ਦਰਜ ਕਰਕੇ ਅਕਾਲ ਤਖਤ ਸਾਹਿਬ ਨੂੰ ਇਹ ਵੀ ਬੇਨਤੀ ਕੀਤੀ ਜਾਵੇ, ਇਹ ਨਾ ਹੋਵੇ ਕਿਤੇ ਕਿ ਮੇਰੇ ਵਰਗੇ ਬੰਦੇ ਨੂੰ ਦੁਬਾਰਾ ਦਰਖਾਸਤ ਭੇਜਣੀ ਪਵੇ ਸ੍ਰੀ ਅਕਾਲ ਤਖਤ ਸਾਹਿਬ ਤੇ। ਤੇ ਮੈਂ ਤੁਹਾਡੇ ਪਹਿਲੇ ਕੀਤੇ ਹੋਏ ਸਵਾਲ ਦਾ ਵੀ ਤੁਹਾਡੇ ਕੋਲ ਜਵਾਬ ਲੈਣਾ ਚਾਹੁੰਦਾ ਤੇ ਇਸ ਵਾਸਤੇ ਵੀ ਮੈਂ ਤੁਹਾਨੂੰ ਜਾਣੂ ਕਰਾਉਣਾ ਚਾਹੁੰਦਾ ਤੇ ਮੈਂ ਆਫ ਦਾ 에ਅਰ ਤੁਹਾਡੀ ਗੱਲਬਾਤ ਸੁਣਦਾ ਨਹੀਂ। ਬਹੁਤ ਬਹੁਤ ਧੰਨਵਾਦ। ਕੋਈ ਵੀ ਲਫ਼ਜ਼ ਉੱਚਾ ਬੋਲਿਆ ਹੋਵੇ
ਸੋ ਮੈਂ ਤੁਹਾਡੇ ਕੋਲ ਖਿਮਾ ਮੰਗਦਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਤੁਹਾਡਾ ਮਨਜੀਤ ਸਿੰਘ ਜੀ। ਔਰ ਇਹਨਾਂ ਦੀਆਂ ਸਾਰੀਆਂ ਹੀ ਗੱਲਾਂ ਜਿਹੜੀਆਂ ਮੈਂ ਲਿਖ ਲਈਆਂ, ਇਹਨਾਂ ਦੇ ਮੈਂ ਜ਼ਰੂਰ ਜਵਾਬ ਦੇਵਾਂਗੀ। ਪਰ ਪਹਿਲਾਂ ਜਿਹੜੇ ਸਾਡੇ ਕੋਲ ਅਸੀਂ ਜਿਸ ਗੱਲ ਦੇ ਉੱਤੇ ਗੱਲਬਾਤ ਕਰ ਰਹੇ ਸੀ, ਗੋ ਫੰਡ ਮੀ ਆਰੀਅਨ ਦਾ ਕਰ ਰਹੇ ਸੀ, ਔਰ ਅਸੀਂ ਰਿਕੁਐਸਟ ਕਰਨੀ ਚਾਹੁੰਦੇ ਹਾਂ ਕਿ ਆਰੀਅਨ ਦੀ ਜਿਹੜੀ ਫੰਡਿੰਗ 2.8 ਮਿਲੀਅਨ ਡਾਲਰ ਜਿਹੜਾ ਇਕੱਠਾ ਹੋ ਚੁੱਕਾ, ਤਕਰੀਬਨ 3 ਮਿਲੀਅਨ ਹੀ ਹੋ ਚੁੱਕਾ ਹੈਗਾ ਆ। ਸੋ ਉਹਨਾਂ ਨੇ ਗੋ ਫੰਡ ਮੀ ਪੇਜ ਜਿਹੜਾ ਬੰਦ ਕਰ ਦਿੱਤਾ ਆ, ਤੇ ਬਹੁਤ ਸਾਰੇ ਜਿਹੜੇ ਸਾਡੇ ਦਾਨੀ ਸੱਜਣ ਆ ਉਹ ਸਾਂਝਾ ਟੀਵੀ ਨਾਲ ਕੰਟੈਕਟ ਕਰ ਰਹੇ ਹੈਗੇ ਆ। ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਜੈਸ ਸਹੋਤਾ 17 ਸਾਲਾਂ ਦਾ ਨੌਜਵਾਨ ਆ, ਜਿਹਨੂੰ ਇੱਕ ਪਾਵਰ ਵੀਲ ਚੇਅਰ ਚਾਹੀਦੀ ਆ। ਉਸਨੇ ਵੀ ਇੱਕ ਗੋ ਫੰਡ ਮੀ ਪੇਜ ਚਲਾਇਆ ਆ। ਸੋ ਤੁਸੀਂ ਉਸ ਬੱਚੇ ਦੀ ਹੈਲਪ ਕਰ ਸਕਦੇ ਹੋ, ਜਿਸ ਨੂੰ ਅਸੀਂ ਸ਼ੋਅ ਦੇ ਸ਼ੁਰੂਆਤ ਵਿੱਚ ਤੁਹਾਨੂੰ ਦਿਖਾਇਆ ਸੀ। ਔਰ ਜਿਨ੍ਹਾਂ ਨੇ ਸਾਡੇ ਤੱਕ ਫੰਡਿੰਗ ਪਹੁੰਚਦੀ ਕੀਤੀ ਆ, ਇਹ ਫੰਡਿੰਗ ਉਹਨਾਂ ਦੇ ਨਾਲ ਅਸੀਂ ਕਨਫਰਮ ਕਰ ਚੁੱਕੇ ਆ, ਔਰ ਉਹਨਾਂ ਨੇ ਕਿਹਾ ਕਿ ਇਹ ਫੰਡਿੰਗ ਅਸੀਂ ਜੈਸ ਸਹੋਤਾ ਨੂੰ ਵੀਲ ਚੇਅਰ ਲੈਣ ਦੇ ਲਈ ਦੇ ਸਕਦੇ ਆ। ਸੋ ਮੈਂ ਥੈਂਕ ਯੂ ਕਰਨਾ ਚਾਹੁੰਦੀ ਆ ਮਮਤਾ ਫਾਊਂਡੇਸ਼ਨ ਤੋਂ ਮੱਖਣ ਸਿੰਘ ਟੁੱਟ ਤੇ ਗੁਰਬਖਸ਼ ਕੌਰ ਦਿਓ ਹੋਣਾ ਦਾ, ਜਿਨ੍ਹਾਂ ਨੇ $500 ਦਿੱਤਾ ਹੈਗਾ ਜੈਸ ਸਹੋਤਾ ਲਈ। ਦਵਿੰਦਰ ਮੱਟੂ ਤੇ ਸੁਖੀ ਜੀ, ਇਹਨਾਂ ਨੇ $100 ਦਿੱਤਾ ਆ। ਰਾਜ ਚੀਮਾ, ਮੈਂ ਇਹਨਾਂ ਨੂੰ ਜਾਣਦੀ ਨਹੀਂ, ਇਹ ਮੈਨੂੰ ਮਿਲੇ ਸੀਗੇ ਜਿਹੜੇ ਕਿ ਡੈਲਟਾ ਵੈਡਿੰਗ ਤੇ ਮਿਲੇ ਸੀ। ਇਹਨਾਂ ਨੇ $50 ਦਿੱਤੇ ਹੈਗੇ ਜੈਸ ਦੇ ਲਈ। ਸੰਧੂ ਕਲਾਥ ਹਾਊਸ ਵੱਲੋਂ $100 ਦਿੱਤਾ ਗਿਆ। ਚਾਰਟਰ ਇਮੀਗ੍ਰੇਸ਼ਨ ਵੱਲੋਂ $100 ਦਿੱਤਾ ਗਿਆ। ਤੇ ਇੱਕ ਸਾਡੀ ਭੈਣ ਜਿਨ੍ਹਾਂ ਨੇ ਨਵੇਂ ਕੰਮ ਦੀ ਸ਼ੁਰੂਆਤ ਕੀਤੀ ਆ, ਸੋ ਵਾਹਿਗੁਰੂ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ, ਸਤਵੀਰ ਕੌਰ ਬਰਾੜ ਆ, ਇਹਨਾਂ ਨੇ $1100 ਦਿੱਤਾ ਆ। ਸੋ ਇਹ ਜਿਹੜੀ ਸਾਰੀ ਰਾਸ਼ੀ ਆ, ਇਹ ਲਖਵੀਰ ਕੌਰ ਸਹੋਤਾ ਹੋਣਾ ਦਾ ਬੇਟਾ ਜਸਕਰਨ ਸਿੰਘ ਸਹੋਤਾ, ਜਿਸ ਦਾ ਗੋ ਫੰਡ ਮੀ ਪੇਜ ਚੱਲਦਾ ਆ, ਉਸ ਨੂੰ 25,000 ਦੀ ਲੋੜ ਆ। ਤਕਰੀਬਨ 4,000 $4,500 ਉੱਥੇ ਹੋਇਆ ਆ। ਤੇ ਬਾਕੀ ਜਿਹੜੀ ਆ ਸਾਡੇ ਤੱਕ ਪਹੁੰਚ ਕੀਤੀ ਆ, ਇਹ ਜਿਹੜੇ ਮੈਂ ਨਾਂ ਬੋਲੇ ਆ, ਮੈਂ ਇਹਨਾਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੀ ਆ ਕਿ ਤੁਸੀਂ ਆਰੀਅਨ ਨੂੰ ਇਹ ਫੰਡਿੰਗ ਦੇਣਾ ਚਾਹੁੰਦੇ ਸੀ, ਪਰ ਇਹ ਤੁਹਾਡੀ ਫੰਡਿੰਗ ਹੁਣ ਤੁਹਾਡੇ ਹੀ ਸਹਿਯੋਗ ਦੇ ਨਾਲ ਜੈਸ ਸਹੋਤਾ ਤੱਕ ਪਹੁੰਚਦੀ ਹੋਵੇਗੀ। ਤੇ ਬਹੁਤ ਹੀ ਪਿਆਰਾ ਬੱਚਾ ਆ। ਜਦੋਂ ਮੈਂ ਰਫਤਾਰ ਉਸ ਨੂੰ ਪੁੱਛਿਆ, ਮੈਂ ਕਿਹਾ ਜੈਸ ਤੁਸੀਂ, ਉਹਨਾਂ ਦੀ ਨਵੰਬਰ ਦੇ ਵਿੱਚ ਬਰਥਡੇ ਆ, ਨਵੰਬਰ 24 ਨੂੰ ਜੀ, ਮੈਂ ਕਿਹਾ ਤੁਸੀਂ ਆਪਣੇ ਬਰਥਡੇ ਤੇ ਕੀ ਲੈਣਾ ਆ? ਕਹਿੰਦੇ ਮੈਂ ਕੁਛ ਨਹੀਂ ਲੈਣਾ, ਮੈਨੂੰ ਵੀਲ ਚੇਅਰ ਲਈ ਪੈਸੇ ਮੇਰੇ ਪੂਰੇ ਹੋ ਜਾਣ ਗੋ ਫੰਡ ਮੀ ਤੇ ਮੈਂ ਵੀਲ ਚੇਅਰ ਹੀ ਲੈਣੀ ਹੈ। ਤੇ ਮੈਨੂੰ ਬੜਾ ਚੰਗਾ ਲੱਗਾ ਕਿ ਇੱਕ ਬੱਚਾ ਜਿਸ ਨੂੰ ਪਤਾ ਆ ਕਿ ਮੇਰੀ ਜਿਹੜੀ ਪੂਰੀ ਜ਼ਿੰਦਗੀ ਇਸ ਚੇਅਰ ਦੇ ਨਾਲ ਹੀ ਆ, ਇਹਦੇ ਨਾਲ ਹੀ ਮੈਨੂੰ ਤੁਰਨ ਫਿਰਨ ਦੇ ਵਿੱਚ, ਕੋਈ ਵੀ ਚੀਜ਼ ਲੈਣ ਦੇ ਵਿੱਚ ਇਹਦੇ ਨਾਲ ਹੀ ਮੈਂ ਕਰ ਸਕਦਾ ਆ। ਤੇ ਔਰ ਉਹਨਾਂ ਦੇ ਮੌਮ ਜਿਹੜੇ ਫਾਦਰ ਨਹੀਂ ਗਏ, ਉਹਨਾਂ ਦੇ ਮੌਮ ਆ ਜਿਹੜੇ ਕਿ ਰਾਤ ਦਾ ਕੰਮ ਕਰਦੇ ਆ, ਕਲੀਨਅਪ ਦਾ ਕੰਮ ਕਰਦੇ ਆ। ਪਰ ਇੱਥੇ ਮੈਂ ਇੱਕ ਗੱਲ ਜ਼ਰੂਰ ਸਾਂਝੀ ਕਰਨਾ ਚਾਹੂੰਗੀ ਕਿ ਜੇ ਸਾਡੀ ਕਮਿਊਨਿਟੀ ਦੇ ਵਿੱਚ ਇੰਨੇ ਚੰਗੇ ਲੋਕ ਆ ਨਾ, ਜਿਹੜੇ ਆਪਣਾ ਦਸਵੰਧ ਕੱਢ ਕੇ ਨੇਕ ਕੰਮਾਂ ਚ ਲਾਉਂਦੇ ਆ, ਤੇ ਉੱਥੇ ਇਹੋ ਜਿਹੇ ਭੈੜੇ ਲੋਕ ਵੀ ਆ। ਮੈਨੂੰ ਕਹਿੰਦੇ ਆ ਸ਼ਰਮ ਕਦੇ ਨਹੀਂ ਆਉਂਦੀ, ਜਿਹੜਾ ਸੱਚ ਹੁੰਦਾ ਮੈਂ ਸੱਚ ਨੂੰ ਸੱਚ ਕਹਿ ਹੀ ਦਿੰਦੀ ਹੁੰਦੀ ਆ। ਮੈਨੂੰ ਉਹਨਾਂ ਲੋਕਾਂ ਦੀ ਸੋਚ ਦੇ ਉੱਤੇ ਇੰਨੀ ਸ਼ਰਮ ਆਉਂਦੀ ਆ। ਮੇਰਾ ਦਿਲ ਕਰਦਾ ਕਿ ਇਹੋ ਜਿਹੇ ਲੋਕਾਂ ਦਾ ਜਲੂਸ ਕੱਢਣਾ ਚਾਹੀਦਾ ਕਮਿਊਨਿਟੀ ਦੇ ਵਿੱਚ। ਜਿਹੜਾ ਇਨਸਾਨ, ਇੱਕ ਲਾਚਾਰ ਮਾਂ, ਇੱਕ ਸਿੰਗਲ ਮੌਮ ਜਿਹੜੀ ਕਿ ਇੱਕ ਇਹੋ ਜਿਹੇ ਬੱਚੇ ਦੀ ਪਰਵਰਿਸ਼ ਕਰ ਰਹੀ ਹੈ, ਜਿਹੜਾ ਉਸ ਦੀ ਮਜਬੂਰੀ ਦੇ ਲਈ, ਫਾਇਦਾ ਚੁੱਕਣ ਦੇ ਲਈ ਕਹਿ ਰਿਹਾ ਕਿ ਤੈਨੂੰ ਮੈਂ ਫੰਡਿੰਗ 2 ਘੰਟਿਆਂ 'ਚ ਪੂਰੀ ਕਰਕੇ ਦੇ ਸਕਦਾ। ਤੁਸੀਂ ਸਾਰੇ ਸਮਝਦਾਰ ਹੋ, ਪਰਿਵਾਰਾਂ ਵਾਲੇ ਹੋ, ਉਹਦੇ ਕਹਿਣ ਦਾ ਮਤਲਬ ਕੀ ਆ? ਸ਼ਰਮ ਆਉਂਦੀ ਮੈਨੂੰ ਇਹੋ ਜਿਹੇ ਲੋਕਾਂ ਦੀ ਸੋਚ ਤੇ ਜੀ। ਔਰ ਜਦੋਂ ਇਹ ਗੱਲ ਜਸਕਰਨ ਦੀ ਮੌਮ ਨੇ ਨਹੀਂ ਸਾਡੇ ਨਾਲ ਕੀਤੀ, ਪਰ ਜੈਸ ਸਹੋਤਾ ਦੀ 15 ਸਾਲਾਂ ਦੀ ਸਿਸਟਰ ਕਿਰਨ, ਉਹ ਬੱਚੀ ਦੀਆਂ ਅੱਖਾਂ ਭਰੀਆਂ ਸੀ। ਉਹ ਆਪਣੀ ਮੌਮ ਨੂੰ ਕਹਿ ਰਹੀ ਸੀ, ਮੌਮ ਤੁਸੀਂ ਆਂਟੀ ਨੂੰ ਦੱਸੋ ਕੀ ਹੋਇਆ, ਕਿ ਸਿੰਗਲ ਮੌਮ ਦੇ ਬਾਰੇ ਲੋਕਾਂ ਦੀ ਸੋਚ ਕੀ ਆ, ਕਹਿੰਦੇ ਤੁਸੀਂ ਦੱਸੋ। ਔਰ ਮੈਂ ਜਦੋਂ ਲਖਵੀਰ ਨਾਲ ਗੱਲ ਕੀਤੀ ਤੇ ਉਹਨਾਂ ਦੀਆਂ ਅੱਖਾਂ 'ਚ ਹੰਝੂ ਸੀ। ਉਹ ਕਹਿੰਦੇ ਤੁਸੀਂ ਕੈਮਰਾ ਬੰਦ ਕਰ ਦਿਓ। ਮੈਂ ਕਿਹਾ ਨਹੀਂ ਜੀ, ਇਦਾਂ ਦੇ ਲੋਕਾਂ ਨੂੰ ਸਾਨੂੰ ਨੰਗਿਆਂ ਸਮਾਜ ਦੇ ਸਾਹਮਣੇ ਕਰਨਾ ਚਾਹੀਦਾ। ਕਹਿੰਦੇ ਕਿ ਮੈਨੂੰ ਉਹ ਇਨਸਾਨ ਕਹਿ ਰਿਹਾ ਕਿ ਮੈਂ ਤੇਰੇ ਲਈ ਫੰਡਿੰਗ 2 ਘੰਟਿਆਂ ਦੇ ਵਿੱਚ ਪੂਰੀ ਕਰਕੇ 25,000 ਦੇ ਸਕਦਾ, ਇਹਦੇ ਲਈ ਤੈਨੂੰ ਮੇਰੇ ਕੋਲ ਆਉਣਾ ਪਊ। ਮੈਂ ਕਿਹਾ ਜੀ ਤੁਸੀਂ ਮੈਨੂੰ ਫੋਨ ਕਰਨਾ ਸੀ, ਇਕੱਠੇ ਹੀ ਚੱਲਣਾ ਸੀ, 25,000 ਵੀ ਲੈਣਾ ਸੀ ਤੇ 25,000 ਜੁੱਤੀਆਂ ਵੀ ਨੀਵੇਂ ਥਾਂ ਬਿਠਾਲ ਕੇ ਮਾਰਨੀਆਂ ਸੀ। ਜੀ ਬਿਲਕੁਲ। ਆਪਾਂ ਪਹਿਲਾਂ ਵੀ ਮੈਂ ਤੁਹਾਨੂੰ ਇੱਕ ਵਾਰ ਦੱਸਿਆ ਸੀਗਾ, ਮੇਰੇ ਨਾਲ ਵੀ ਇਹ ਹੈਪਨ ਹੋਇਆ। ਮੈਂ ਗਿਆ ਸੀਗਾ ਇੱਕ ਵਾਰ, 2016 ਦੀ ਗੱਲ ਆ, ਮੈਂ ਪੰਜਾਬ ਗਿਆ ਸੀਗਾ। ਤੇ ਜਦੋਂ ਮੈਂ ਪਿੰਡ ਗਿਆ, ਉਹ ਰਮਦਾਸ ਸੀਗੇ ਭਾਈਚਾਰੇ ਦੇ ਆ। ਤੇ ਮੈਂ ਜਦੋਂ ਅਸੀਂ ਮੋਟਰ ਤੇ ਹੁੰਦੇ ਸੀ ਨਾ, ਪਹਿਲਾਂ ਛੋਟੇ ਹੁੰਦੇ ਸੀਗੇ, ਤੇ ਉੱਥੇ ਉਹ ਦਰਖਤ ਵੱਢਦੇ ਹੁੰਦੇ ਸੀਗੇ ਉਹ। ਸੋ ਨਿੱਕੇ ਹੁੰਦੇ ਸਾਨੂੰ ਉਹਨਾਂ ਨੇ ਦਰਖਤਾਂ ਤੋਂ ਅਮਰੂਦ ਤੋੜ ਕੇ ਦੇ ਦੇਣੇ, ਤੇ ਸਿਆਣੇ ਸੀਗੇ। ਜਦੋਂ ਮੈਂ ਗਿਆ 2016 'ਚ, ਤੇ ਬ੍ਰਦਰ ਨੇ ਦੱਸਿਆ, ਕਹਿੰਦਾ ਵੀ ਉਹ ਜਿਹੜੇ ਆਪਣੇ ਟਰੀ ਵੱਢਦੇ ਹੁੰਦੇ ਸੀਗੇ, ਵੀ ਉਹਨਾਂ ਦੀ ਨਾ ਅੱਖ ਦੇ ਉੱਤੇ ਕੈਂਸਰ ਹੋਇਆ ਹੋਇਆ।
ਕਹਿੰਦਾ ਵੀ ਤੈਨੂੰ ਜਾ ਕੇ ਦੇਖਣਾ ਚਾਹੀਦਾ, ਪਰ ਕਹਿੰਦਾ ਜੇ ਤਾਂ ਦਿਲ ਦਾ ਕੈੜਾ ਵਾ ਤਾਂ ਦੇਖੀ, ਕਹਿੰਦਾ ਜੇ ਤੂੰ ਦਿਲ ਦਾ ਨਰਮ ਆ ਤਾਂ ਜਾਈ ਨਾ, ਕਿਉਂਕਿ ਉਹਨਾਂ ਦੀ ਅੱਖ ਕਹਿੰਦਾ ਬਾਹਰ ਨਿਕਲ ਕੇ ਇਦਾਂ ਲੰਮਕ ਕੇ ਸਾਰਾ ਅੱਖ ਦੇ ਵਿੱਚੋਂ ਅੰਦਰੋਂ ਮਾਸ ਬਾਹਰ ਨਿਕਲਿਆ ਆ। ਮੈਂ ਕਿਹਾ ਵੀ ਚਲੋ ਆਪਾਂ ਨੇ ਇੰਨਾ ਸੇਵਾ ਕਰੀ ਨਿੱਕੇ ਹੁੰਦਿਆਂ ਉਹਨਾਂ ਨੇ ਤੇ ਜਾਣਾ ਚਾਹੀਦਾ। ਮੈਂ ਜਦੋਂ ਜਾ ਕੇ ਦੇਖਿਆ ਨਾ ਤਾਂ ਉਹ ਪੈ ਮੱਖੀਆਂ ਉਹਨਾਂ ਦੇ ਮੂੰਹ ਤੇ ਬੈਠੀਆਂ ਤੇ ਉਹ ਇਦਾਂ ਦਾ ਮੱਖੀਆਂ ਉਡਾਉਣ ਲੱਗੇ ਹੋਏ, ਇੱਕ ਪਾਸਾ ਜਿਹੜਾ ਪਾਸਾ ਜੀ ਥੱਲੇ ਲਮਕਾਇਆ ਹੋਇਆ। ਤੇ ਮੈਂ ਕਿਹਾ ਜਾ ਕੇ, ਮੈਂ ਕਿਹਾ ਚਾਚਾ ਮੇਰੇ ਵੱਲ ਦੇਖ ਕੇ ਜਦੋਂ ਮੈਂ ਦੇਖਿਆ ਮੇਰੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ। ਮੈਂ ਇੰਨਾ ਮਾੜਾ ਹਾਲ ਮੈਂ ਆਪਣੀ ਲਾਈਫ 'ਚ ਕਦੇ ਨਹੀਂ ਦੇਖਿਆ। ਮੈਂ ਕਿਹਾ ਵੀ ਐਂ ਦੇਖ ਕੇ ਦੂਜੀ ਅੱਖ ਨਾਲ ਮੇਰੇ ਵੱਲ, ਮੈਂ ਕਿਹਾ ਕਹਿੰਦੇ ਠੀਕ ਆ। ਮੈਂ ਕੀ ਹੋਇਆ, ਕਹਿੰਦਾ ਪਤਾ ਨਹੀਂ ਕੀ ਹੋ ਗਿਆ ਮੇਰੀ ਅੱਖ ਤੇ, ਮੇਰਾ ਮਾਸ ਟੁੱਟ ਗਿਆ ਥੱਲੇ ਡਿੱਗੀ ਜਾਂਦਾ, ਮਾਸ ਟੁੱਟ ਕੇ ਥੱਲੇ ਡਿੱਗਿਆ ਪਿਆ। ਤੇ ਉਹਨਾਂ ਦੀ ਵਾਈਫ ਸਿਆਣੇ ਆਂਟੀ ਸੀਗੇ, ਹੋਣਗੇ ਕੋਈ 55-60 ਸਾਲ ਦੇ ਨਾ, ਉਹ ਸਾਈਡ ਤੇ ਬੈਠੇ। ਮੈਂ ਕਿਹਾ ਵੀ ਤੁਹਾਨੂੰ ਕੀ ਚਾਹੀਦਾ, ਕਹਿੰਦੇ ਸਾਰਿਆਂ ਨਾਲੋਂ ਪਹਿਲਾਂ ਤਾਂ ਉਹ ਮੱਖੀਆਂ ਖਤਮ ਕਰ ਦੇ, ਜੇ ਤੂੰ ਇਹ ਕਰ ਦੇਵੇਂ ਕਹਿੰਦੇ ਮੈਂ ਸੁਖੀ ਹਾਂ। ਤੇ ਮੈਂ ਜਦ ਹੀ ਮੁੰਡੇ ਨੂੰ ਫੋਨ ਕਰਿਆ, ਮੈਂ ਕਿਹਾ ਜਿਹੜੀ ਹਿੱਟ ਹੁੰਦੀ ਹੈ, ਮੈਂ ਕਿਹਾ ਉਹ ਲੈ ਕੇ ਆ, ਉਹ ਲੈ ਕੇ ਆਇਆ, ਸਾਰੀ ਉਹ ਹਿੱਟ ਮਾਰੀ। ਲਾਈਟ ਹੈ ਨਹੀਂ ਸੀਗੀ, ਲਾਈਟ ਨਾਲੋਂ ਲਾਈਟ ਲਵਾਈ। ਮੈਂ ਕਿਹਾ ਮੈਂ ਬਿੱਲ ਪੇ ਕਰ ਦੂੰਗਾ। ਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਵੀ ਕੋਈ ਨਹੀਂ ਆਪਾਂ ਤੁਹਾਨੂੰ ਲੈ ਕੇ ਜਾਂਦੇ ਹਾਂ, ਆਪਾਂ ਤੁਹਾਡਾ ਇਲਾਜ ਕਰਾਉਂਦੇ ਹਾਂ। ਮੈਂ ਉਹਨੂੰ ਆਂਟੀ ਬੈਠੀ ਸੀ, ਮੈਂ ਕਿਹਾ ਵੀ ਆਂਟੀ ਕੀ ਵੀ ਆਪਣੇ ਪਿੰਡ ਦਾ ਕੋਈ ਮਰ ਗਏ ਸਾਰੇ ਪਿੰਡ ਦੇ ਲੋਕ, ਵੀ ਤੁਹਾਨੂੰ ਆ ਕੇ ਕਿਸੇ ਨੇ ਪੁੱਛਿਆ ਹੀ ਨਹੀਂ, ਜਿਹੜੀ ਗੱਲ ਤੁਸੀਂ ਕੀ ਉਹੀ ਗੱਲ ਉਹਨਾਂ ਨੇ ਮੈਨੂੰ ਕਹੀ। ਕਹਿੰਦੀ ਆਪਣੇ ਪਿੰਡ ਦੇ ਪੁੱਤ 2 ਆਏ ਸੀਗੇ, ਕਹਿੰਦੀ ਉਹ ਮੈਨੂੰ ਕਹਿੰਦੇ ਵੀ ਹੁਣੇ ਇਲਾਜ ਕਰਾ ਦਾਂਗੇ, ਜੇ ਤੂੰ ਕਹਵੇਂ ਹੁਣੇ ਗੱਡੀ ਲੈ ਆਉਂਦੇ ਅਸੀਂ ਚੱਕ ਕੇ ਲੈ ਜਾਂਦੇ ਹਾਂ, ਪਰ ਤੈਨੂੰ ਸਾਡੇ ਕੋਲ ਆਉਣਾ ਪਊ। ਉਹ ਮੈਨੂੰ ਕਹਿੰਦੇ ਵੀ ਉਹ ਕਹਿੰਦੀ ਤੂੰ ਮੇਰੇ ਜਵਾਕਾਂ ਤੋਂ ਵੀ ਛੋਟਾ ਵਾਂ, ਕਹਿੰਦੀ ਮੈਨੂੰ ਤੈਨੂੰ ਦੱਸਦੇ ਨੂੰ ਸ਼ਰਮ ਆਉਂਦੀ ਹੈ, ਸੰਗ ਲੱਗਦੀ ਹੈ ਤੈਨੂੰ ਦੱਸਦੇ ਨੂੰ, ਵੀ ਹੁਣ ਤੂੰ ਦੱਸ ਵੀ ਮੈਂ ਆਪਦੇ ਹਸਬੈਂਡ ਨੂੰ ਬਚਾਵਾਂ ਕਿ ਮੈਂ ਆਪਦੇ ਆਪ ਨੂੰ ਖਰਾਬ ਕਰ ਲਾਂ। ਕਹਿੰਦੀ ਮੈਂ ਦੋਨੇ ਪਾਸੇ ਫਸੀ ਹਾਂ, ਵੀ ਮੈਂ ਕਹਿੰਦੀ ਉਹ ਇਦਾਂ ਪਿਆ ਵਾ, ਮੈਂ ਇਹ ਸੋਚੀ ਜਾਂਦੀ ਆ ਪਈ ਮੈਂ ਲੋਕਾਂ ਦੀ ਸੋਚ ਤੇ ਹੈਰਾਨ ਆ, ਮੈਂ ਲੋਕਾਂ ਦੀ ਸੋਚ ਤੇ ਹੈਰਾਨ ਆ। ਔਰ ਜਦੋਂ ਮੈਨੂੰ ਲਖਵੀਰ ਆ ਭੈਣ ਦਾ ਨਾਂ, ਜਦੋਂ ਉਹਨੇ ਦੱਸਿਆ ਤੇ 17 ਸਾਲਾਂ ਦਾ ਬੱਚਾ ਆ ਜਿਹੜਾ ਕਿ ਵੀਲ ਚੇਅਰ 'ਚ ਆ, 15 ਸਾਲਾਂ ਦੀ ਉਹਨਾਂ ਦੀ ਬੇਟੀ ਆ, ਤੇ ਉਹ ਆਪ ਰਾਤ ਦਾ ਕੰਮ ਕਰਦੇ ਆ ਕਿਉਂਕਿ ਦਿਨੇ ਬੱਚੇ ਨੂੰ ਸਾਂਭਦੇ ਆ। ਜਦੋਂ ਉਹ ਭੈਣ ਮੈਨੂੰ ਇਹ ਗੱਲ ਦੱਸ ਰਹੀ ਸੀ, ਮੇਰਾ ਖੂਨ ਖੌਲਦਾ ਸੀ। ਮੈਂ ਕਿਹਾ ਇਦਾਂ ਦੇ ਲੋਕ ਆ ਕਿ ਤੁਸੀਂ ਕਿਸੇ ਦੀ ਮਜਬੂਰੀ ਦਾ ਫਾਇਦਾ ਚੁੱਕਦੇ ਆ। ਪਰ ਕਮਿਊਨਿਟੀ ਦੇ ਅਸੀਂ ਇੰਨਾ, ਮੈਂ ਪ੍ਰਾਊਡ ਕਰਦੀ ਆ ਕਿ ਮੈਂ ਪੰਜਾਬੀ ਹੋਣ ਤੇ ਮੈਨੂੰ ਮਾਣ ਆ ਕਿ ਮੈਂ ਪੰਜਾਬਣ ਆ। ਮੈਨੂੰ ਮਾਣ ਮਹਿਸੂਸ ਹੁੰਦਾ ਸਾਡੀ ਆਪਣੀ ਪੰਜਾਬੀ ਕਮਿਊਨਿਟੀ ਤੇ, ਕਿ ਸਾਡੀ ਕਮਿਊਨਿਟੀ ਹਮੇਸ਼ਾ ਹਰ ਇੱਕ ਦਾ ਸਾਥ ਦਿੰਦੀ ਆ। ਤੇ ਜਿਵੇਂ ਰਫਤਾਰ ਨੇ ਗੱਲ ਕੀਤੀ ਹੈ, ਰਫਤਾਰ ਜੀ, ਕਿ ਸਾਨੂੰ ਆਪਣੇ ਘਰ ਤੋਂ ਸ਼ੁਰੂਆਤ ਕਰਨੀ ਚਾਹੀਦੀ ਚੈਰਿਟੀ ਦੀ। ਸਾਡੇ ਪਿੰਡ ਆ, ਅਸੀਂ ਆਪਣਾ ਦਸਵੰਧ ਆਪਣੇ ਹੱਥੀਂ ਉਹਨਾਂ ਲੋਕਾਂ ਨੂੰ ਦਈਏ ਜਿਨ੍ਹਾਂ ਨੂੰ ਵਾਕਿਆ ਹੀ ਜ਼ਰੂਰਤ ਆ। The reason only ਇਹੀ ਆ ਰਫਤਾਰ ਜੀ, ਮੈਂ ਜਿਹੜੇ ਨਾਂ ਵੀ ਪੜ੍ਹ ਕੇ ਦੱਸੇ ਆ ਜਿਹੜੇ ਲੋਕਾਂ ਨੇ ਇੱਥੇ ਪੈਸੇ ਪਹੁੰਚਦੇ ਕੀਤੇ ਆ, ਕਿਉਂਕਿ ਇਹ ਪੈਸੇ ਜੈਸ ਦੇ ਆ, ਜੈਸ ਲਈ ਉਹਨਾਂ ਨੇ ਭੇਜੇ ਆ। ਇਹ ਉਹਨਾਂ ਦਾ ਦਸਵੰਧ ਕੱਢਿਆ ਆ, ਇਹਦੇ ਤੇ ਜੈਸ ਸਹੋਤਾ ਦਾ ਹੱਕ ਆ। ਸਾਂਝਾ ਟੀਵੀ ਹਮੇਸ਼ਾ ਹੀ ਕਮਿਊਨਿਟੀ ਦੇ ਹਰ ਕੰਮ ਦੇ ਵਿੱਚ ਅਸੀਂ ਖੜਦੇ ਆ। ਕਿਤੇ ਤੁਸੀਂ ਕਮਿਊਨਿਟੀ ਦੇ ਕੰਮ ਲਈ ਤੁਸੀਂ ਸਾਨੂੰ ਆਵਾਜ਼ ਮਾਰੋਗੇ, ਅਸੀਂ ਆਪਣਾ ਮਾਈਕ ਤੇ ਕੈਮਰਾ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਵਾਂਗੇ। ਕੋਈ ਵੀ ਕਮਿਊਨਿਟੀ ਦਾ ਕੰਮ ਹੋਵੇ, ਪਰ ਜਿੱਥੇ ਗੱਲ ਡੋਨੇਸ਼ਨ ਦੀ ਆਉਂਦੀ ਆ, ਪੈਸੇ ਦੀ ਆਉਂਦੀ ਆ, ਉੱਥੇ ਮੈਂ ਇੱਕ ਬੇਨਤੀ ਹੱਥ ਜੋੜ ਕੇ ਕਰਾਂਗੀ ਕਿ ਤੁਸੀਂ ਜਿੱਥੇ ਵੀ ਦਾਨ ਦੇਣਾ ਆ, ਜਿਹਨੂੰ ਵੀ ਦਾਨ ਦੇਣਾ ਆ, ਤੁਸੀਂ ਆਪਣੇ ਹੱਥੀਂ ਉਸ ਇਨਸਾਨ ਨੂੰ ਸਿੱਧਾ ਦਾਨ ਪਹੁੰਚਦਾ ਕਰੋ। ਕਿਉਂਕਿ ਅੱਜ ਕੱਲ NGO ਦੀ ਜੇ ਗੱਲ ਕਰੀਏ, ਦਾਨ ਦੀ ਜੇ ਗੱਲ ਕਰੀਏ, ਤੇ ਇਸ ਗੱਲ ਨੂੰ ਲੈ ਕੇ ਜਲੂਸ ਨਿਕਲਿਆ ਪਿਆ ਪੂਰੀ ਦੁਨੀਆ ਦੇ ਵਿੱਚ। ਜੀ ਆਪਾਂ ਹੁਣ ਮੀਡੀਆ ਦੀ ਗੱਲ ਕਰਦੇ, ਤੁਸੀਂ ਮੀਡੀਆ ਦੀ ਗੱਲ ਕੀਤੀ ਹੈ। ਮੀਡੀਆ ਦਾ ਕੰਮ ਕੱਲਾ ਇਹ ਨਹੀਂਗਾ ਵੀ ਆਪਾਂ ਇੱਥੇ ਬੈਠ ਗਏ, ਆਪਾਂ ਗੱਲਾਂ ਮਾਰ ਲੀਆਂ, ਗੱਲਾਂ ਮਾਰ ਕੇ ਆਪਾਂ ਆਪੋ ਆਪਦੇ ਘਰੇ ਚਲੇ ਗਏ। ਮੀਡੀਆ ਦਾ ਕੰਮ ਹੁੰਦਾ, ਜੇ ਮੀਡੀਆ ਜਿਹੜਾ ਵਾ ਉਹ ਮੀਡੀਆ ਕੋਈ ਆਪ ਨਹੀਂ ਚਲਾ ਸਕਦਾ, ਮੀਡੀਆ ਨੂੰ ਚਲਾਉਣ ਵਾਲੇ ਲੋਕ ਹੁੰਦੇ ਆ। ਮੀਡੀਆ ਨੂੰ ਚਲਾਉਣ ਵਾਲੇ ਜਿਹੜੇ ਉਹਨੂੰ ਦੇਖਦੇ ਆ, ਪਸੰਦ ਕਰਦੇ ਆ, ਉਹ ਹੁੰਦੇ ਆ। ਉਹਦੇ ਕਰਕੇ ਹੀ, ਉਹਨਾਂ ਕਰਕੇ ਹੀ ਮੀਡੀਆ ਚੱਲਦਾ। ਜੇ ਆਪਾਂ ਕਦੇ ਉਹਨਾਂ ਦੇ ਵਿੱਚੋਂ ਕਿਸੇ ਇੱਕ ਨੂੰ ਪ੍ਰੋਬਲਮ ਆਉਂਦੀ ਆ, ਜੇ ਆਪਾਂ ਉਹਨਾਂ ਦਾ ਸਾਥ ਨਹੀਂ ਦਿੰਦੇ, ਤਾਂ ਮੀਡੀਆ ਦੇ ਵਿੱਚ ਰਹਿਣ ਦਾ ਮੈਨੂੰ ਲੱਗਦਾ ਕੋਈ ਫਾਇਦਾ ਨਹੀਂਗਾ। ਤੇ ਦੂਜੀ ਗੱਲ ਤੁਸੀਂ ਕੀਤੀ NGO ਦੀ, NGO ਜਿੰਨੇ ਵੀ ਪੰਜਾਬ ਦੇ ਵਿੱਚ ਚੱਲਦੇ ਆ, ਜਿੰਨੇ ਵੀ, ਉਹਨਾਂ ਤੋਂ ਤੁਸੀਂ ਦੇਖ ਲਓ ਵੀ ਅੱਜ ਕੀ ਘਸਮਾਨ ਕਿਹੜੇ ਹਿਸਾਬ ਨਾਲ ਪਿਆ ਹੋਇਆ। ਹੁਣ ਇੱਥੇ ਲੋਕ ਅੰਨ੍ਹੇਵਾਹ ਦੇਖਦੇ ਨਹੀਂਗੇ, ਚੱਕ ਚੱਕ ਕੇ ਪੈਸੇ ਭੇਜੀ ਜਾਂਦੇ। ਪਰ ਜੇ ਆਪਾਂ ਕਿਸੇ ਨੂੰ ਕਹਿੰਦੇ, ਅਗਲਾ ਕਹਿੰਦਾ ਮੇਰੇ ਪੈਸੇ ਨੇ, ਮੈਂ ਜਿੱਥੇ ਮਰਜ਼ੀ ਭੇਜਾਂ। ਹਰ ਇੱਕ ਨੂੰ ਹੱਕ ਆ ਜਿੱਥੇ ਮਰਜ਼ੀ ਪੈਸੇ ਭੇਜੋ, ਪਰ ਇਹ ਤਾਂ ਦੇਖੋ ਵੀ ਜਿਹੜੇ ਪਿੰਡ 'ਚੋਂ ਤੁਸੀਂ ਆਏ ਹੋ, ਜਿਹੜੇ ਏਰੀਏ 'ਚੋਂ ਆਏ ਹੋ, ਉਸ ਪਿੰਡ ਦੇ ਵਿੱਚ ਹੀ ਲੋਕ ਗਰੀਬ ਬਹੁਤ ਨੇ, ਉਸ ਪਿੰਡ ਦੇ ਵਿੱਚ ਹੀ ਲੋਕ ਬਹੁਤ ਤੰਗ ਨੇ। ਫਿਰ ਆਪਾਂ ਇੱਕ ਕੋਈ ਇਦਾਂ ਦੀ ਵੀਡੀਓ ਕਿਸੇ ਦੀ ਦੇਖ ਲਈਏ ਵੀ ਕਿਸੇ ਨੇ, ਕੋਈ NGO ਆ, ਉਹਨਾਂ ਨੇ ਕੋਈ ਇਦਾਂ ਦੀ ਤਰਸਯੋਗ ਵੀਡੀਓ ਕਿਸੇ ਦੀ ਬਣਾ ਕੇ ਪਾਤੀ, ਆਪਾਂ ਉਹਨੂੰ ਲੱਖਾਂ ਭੇਜਣ ਲੱਗ ਜਾਂਦੇ, ਭੇਜ ਦੇਣ। ਹੋਰ ਲੋਕ ਵੀ ਬਹੁਤ ਬੈਠੇ ਆ ਜਿਨ੍ਹਾਂ ਨੂੰ ਲੋੜ ਆ, ਜਿੱਦਾਂ ਹੁਣ ਜੈਸ ਦੀ ਤੁਸੀਂ ਗੱਲ ਕਰਦੇ ਹੋ, ਇਹ ਬੱਚੇ ਨੂੰ ਲੋੜ ਆ, ਇਦਾਂ ਦੇ ਬਹੁਤ ਬੱਚੇ ਜਿਨ੍ਹਾਂ ਨੂੰ ਲੋੜ ਆ। ਸੋ ਆਪਾਂ ਨੂੰ ਜਦੋਂ ਪਤਾ ਲੱਗਦਾ, ਆਪਾਂ ਡਾਇਰੈਕਟ ਉਹਨਾਂ ਦੀ ਹੈਲਪ ਕਰ ਸਕਦੇ ਹਾਂ। ਸਾਡੀ ਆਪਣੀ ਕਮਿਊਨਿਟੀ ਵਿੱਚ ਬਹੁਤ ਇਹੋ ਜਿਹੇ ਬੱਚੇ ਆ, ਬਹੁਤ ਇਹੋ ਜਿਹੇ ਪਰਿਵਾਰ ਆ, ਇੰਟਰਨੈਸ਼ਨਲ ਸਟੂਡੈਂਟ ਇੰਨੇ ਇੱਥੇ ਆਏ ਆ ਬੱਚੇ, ਜਿਹੜੇ ਆਪਣੇ ਜਿਨ੍ਹਾਂ ਕੋਲ ਕਈ ਵਾਰੀ ਗਰੋਸਰੀ ਲੈਣ ਲਈ ਪੈਸੇ ਨਹੀਂ ਹੁੰਦੇ, ਜਿਨ੍ਹਾਂ ਕੋਲ ਕਈ ਵਾਰੀ ਰੈਂਟ ਦੇਣ ਲਈ ਪੈਸੇ ਨਹੀਂ ਹੁੰਦੇ। ਸਾਰੇ ਇੱਕੋ ਜਿਹੇ ਨਹੀਂ ਹੁੰਦੇ, ਜੇ ਕੁਝ % ਬੱਚੇ ਗਲਤੀਆਂ ਵੀ ਕਰਦੇ ਆ, ਮਾੜੇ ਵੀ ਆ, ਪਰ ਚੰਗੇ ਬੱਚੇ ਬਹੁਤ ਆ ਜਿਹੜੇ ਆਪਣੇ ਪਰਿਵਾਰ ਦੀ ਬਿਹਤਰ ਜ਼ਿੰਦਗੀ ਦੇ ਲਈ ਇੱਥੇ ਆਏ ਹੋਏ ਆ ਕਿ ਅਸੀਂ ਕੰਮਕਾਰ ਕਰੀਏ, ਅਸੀਂ ਇੱਥੇ ਆਪਣੀ ਸਟੱਡੀ ਪੂਰੀ ਕਰਕੇ PR ਹੋਈਏ।
ਕਿਉਂਕਿ ਉੱਥੋਂ ਤਾਂ ਹੀ ਬੱਚੇ ਇੱਥੇ ਆਉਂਦੇ ਆ, ਉੱਥੇ ਬੇਰੁਜ਼ਗਾਰੀ ਆ, ਜੌਬਾਂ ਨਹੀਂ ਮਿਲਦੀਆਂ, ਨੌਕਰੀਆਂ ਨਹੀਂ ਮਿਲਦੀਆਂ, ਬੱਚੇ ਉੱਥੇ ਰੁਲਦੇ ਆ। ਸੋ ਪੇਰੈਂਟਸ ਸੋਚਦੇ ਆ ਥੋੜੀ ਬਹੁਤੀ ਤੰਗੀ ਕੱਟ ਕੇ ਆਪਣੀ ਕੋਈ ਜ਼ਮੀਨ, ਕੋਈ ਆਪਣਾ ਖੇਤ ਵੇਚ ਕੇ ਉਹ ਬੱਚਿਆਂ ਨੂੰ ਇੱਥੇ ਭੇਜਦੇ ਆ ਕਿ ਸਾਡਾ ਗਾਂ ਜਿਹੜਾ ਭਵਿੱਖ ਆ ਇਹ ਥੋੜਾ ਜਿਹਾ ਵਧੀਆ ਹੋ ਜਾਊਗਾ, ਸਾਡਾ ਬੱਚਾ ਗਾਂ ਇੱਥੇ ਆ ਕੇ ਸਾਨੂੰ 4 ਕਮਾ ਕੇ ਪੈਸੇ ਭੇਜੂਗਾ, 4 ਛਿੱਲੜ ਜਾਣਗੇ ਜਾਂ ਪਰਿਵਾਰ ਪਿੱਛੇ ਆ ਜਾਊਗਾ। ਅਸੀਂ ਵੀ ਇਦਾਂ ਹੀ ਆਏ ਸੀ, ਅਸੀਂ ਕੋਈ ਬੋਰਨ ਕੈਨੇਡੀਅਨ ਨਹੀਂਗੇ ਵੀ ਅਸੀਂ ਇੱਥੇ ਹੀ ਧਰਤੀ ਚੋਂ ਨਿਕਲੇ ਆ, ਅਸੀਂ ਵੀ ਪੰਜਾਬ ਚੋਂ ਧੱਕੇ ਖਾ ਕੇ ਉੱਥੋਂ ਹੀ ਆਏ ਆ, ਉੱਥੇ ਦੀ ਮਿੱਟੀ ਚੋਂ ਹੀ ਨਿਕਲ ਕੇ ਆਏ ਆ। ਸਾਨੂੰ ਸਾਰਿਆਂ ਨੂੰ ਦਰਦ ਆ ਪੰਜਾਬ ਦਾ, ਪਰ ਪੰਜਾਬ 'ਚ ਜਿੰਨੇ ਮਰਜ਼ੀ NGO ਖੋਲੋ, ਜਿਹੜਾ ਮਰਜ਼ੀ ਖੋਲੇ, ਸੇਵਾ ਕਰੇ, ਪਰ ਇੱਕ ਬੇਨਤੀ ਜ਼ਰੂਰ ਆ ਕਿ ਤੁਸੀਂ ਐਦਾਂ ਵਰਲਡ ਵਾਈਡ ਦੁਨੀਆ ਦੇ ਵਿੱਚ ਜਲੂਸ ਨਾ ਕੱਢੋ। ਜੇ ਕੋਈ ਗੱਲ ਹੁੰਦੀ ਆ ਪਲੀਜ਼ ਉਹਨੂੰ ਬਹਿ ਕੇ ਨਜਿੱਠ ਲਿਆ ਕਰੋ, ਇੱਕ ਦੂਜੇ ਦੇ ਨਾਲ ਟਰਾਂਸਪੇਰੈਂਸੀ ਦੇ ਨਾਲ ਕੰਮ ਕਰੋ। ਜੇ ਤੁਹਾਨੂੰ ਕਿਸੇ ਨੇ $100 ਭੇਜਿਆ ਕਿਸੇ ਨੂੰ ਦੇਣ ਨੂੰ ਤੇ ਤੁਸੀਂ ਓਨੇ ਹੀ ਗਾਂ ਪਹੁੰਚਦੇ ਕਰੋ। ਤੁਸੀਂ ਕਿਸੇ ਦਾ ਕੱਢਿਆ ਦਸਵੰਧ ਖਾਂਦੇ ਆ ਤੇ ਉਹ ਵੀ ਕਹਿੰਦੇ ਹੁੰਦੇ ਇੱਥੇ ਹੀ ਸਾਨੂੰ ਲੇਖਾ ਹਿਸਾਬ ਦੇਣਾ ਪੈਂਦਾ ਆ। ਸਾਡੇ ਨਾਲ ਇੱਕ ਕਾਲਰ ਨੇ ਜੀ, ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਦੀਪਕ ਬੋਲ ਰਿਹਾ ਜੀ, ਬ੍ਰੈਂਪਟਨ ਤੋਂ। ਮੈਂ ਜੀ ਸਤਿ ਸ਼੍ਰੀ ਅਕਾਲ। ਹਾਂਜੀ ਦੀਪਕ ਥਾਪੜ ਜੀ, ਸਤਿ ਸ਼੍ਰੀ ਅਕਾਲ ਜੀ। ਇਹ ਮੈਂ ਨਾ ਸਤਿ ਸ਼੍ਰੀ ਅਕਾਲ ਸਤਿਕਾਰ ਭਾਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਕਾਫੀ ਦੇਰਾਂ ਤੋਂ ਚੱਲ ਰਿਹਾ ਇਹ ਸਭ, ਮੈਂ ਵੀ ਨੋਟਿਸ ਕਰ ਰਿਹਾ ਸੀਗਾ ਜੀ। ਤੇ ਸਾਡੇ ਐਫਰਟ ਨੂੰ ਤਾਂ ਤੁਸੀਂ ਮੋਹਰ ਲਾਈ। ਚਲੋ ਆਪਾਂ ਇਹ ਨਹੀਂ ਕਹਿੰਦੇ ਵੀ ਆਪਾਂ ਕੁਝ ਕਰ ਰਹੇ ਹਾਂ, ਬਟ ਜਿੱਦਾਂ ਤੁਸੀਂ ਬਲਜਿੰਦਰ ਜੀ ਗੱਲ ਕਰ ਰਹੇ ਹੋ, ਬਹੁਤ ਵਧੀਆ ਗੱਲ ਕਰ ਰਹੇ ਹੋ ਕਿ ਵੀ ਚੈਰਿਟੀ ਦਾ ਮਤਲਬ ਇਹ ਨਹੀਂ ਵੀ ਆਪਾਂ ਉੱਥੇ ਹੀ ਭੇਜਣੇ ਆ ਪੈਸੇ। ਚੈਰਿਟੀ ਤੁਹਾਡੇ ਹਰ ਮੋੜ ਤੇ ਆ ਜੀ। ਜੇ ਤੁਹਾਨੂੰ ਕੋਈ ਜ਼ਰੂਰਤਮੰਦ ਮਿਲਦਾ ਉਹਦੀ ਤੁਸੀਂ ਕਿਸੇ ਵੀ ਤਰ੍ਹਾਂ ਹੈਲਪ ਕਰੋ। ਇਹ ਜ਼ਰੂਰੀ ਨਹੀਂ ਵੀ ਆਪਾਂ ਉਹਦੇ ਹੱਥ 'ਚ ਪੈਸੇ ਦੇਣੇ ਆ ਜੀ। ਠੀਕ ਹੈ ਨਾ। ਜਿੱਦਾਂ ਉਰੇ ਸਟੂਡੈਂਟ ਨੇ ਰਹਿੰਦੇ ਜਾਂ ਕੋਈ ਉਰੇ ਹੋਮਲੈਸ ਨੇ, ਜਿੱਦਾਂ ਕਿ ਆਪਾਂ ਇੱਕ ਉਪਰਾਲਾ ਸ਼ੁਰੂ ਕੀਤਾ ਸੀ ਜਿਹਨੂੰ ਕਿ ਤੁਸੀਂ ਸਾਰਿਆਂ ਨੇ ਸਪੋਰਟ ਕਰਕੇ ਇੱਕ ਬਹੁਤ ਵਧੀਆ ਉਹ ਕੀਤਾ ਤੇ ਸਾਡੀ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਰਜਿਸਟਰਡ ਵੀ ਕਰਵਾਈ ਜੀ। ਇਹ ਸਭ ਦੇ ਉਹ ਕਰਕੇ ਮਤਲਬ ਸਭ ਕੁਝ ਕਰੋ ਜੇ ਤੁਸੀਂ ਚੀਜ਼ ਵੱਲ ਕਰਨਾ ਤਾਂ ਕੁਝ ਉਹਨੂੰ ਵੀ ਲੀਗਲੀ ਕਰੋ ਸਭ ਕੁਝ ਜੀ। ਤੇ ਹੈਲਪ ਕਰਨੀ ਹੈ ਤਾਂ ਤੁਹਾਡੇ ਲਾਗੇ ਛਾਗੇ ਹੀ ਹੈਲਪ ਬਹੁਤ ਆ। ਕਿਸੇ ਦਾ ਦਸਵੰਧ ਕੱਢ ਕੇ ਜਾਂ 10 ਨੋਹਾਂ ਦੀ ਕਿਰਤ ਕਰੋ, ਕਿਸੇ ਸਟੂਡੈਂਟ ਦਾ ਪੈਸਾ ਨਾ ਮਾਰੋ, ਜਾਂ ਮਤਲਬ ਕਿਸੇ ਨੂੰ ਉਹਨਾਂ ਦਾ ਬਣਦਾ ਹੱਕ ਮਿਲੇ, ਉਹਨਾਂ ਦੀ ਹੈਲਪ ਕਰੋ। ਹੋਮਲੈਸ ਦੀ ਹੈਲਪ ਕਰੋ। ਚੈਰਿਟੀ ਇਹ ਵੀ ਚੈਰਿਟੀ ਹੈ ਜੀ, ਇਟਸ ਕਾਈਂਡ ਆਫ ਚੈਰਿਟੀ। ਬਿਲਕੁਲ ਜੀ। ਸੋ ਥੈਂਕ ਯੂ ਤੁਹਾਡਾ ਦੀਪਕ ਜੀ, ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਔਰ ਇਸੇ ਤਰ੍ਹਾਂ ਹੀ ਕਰਦੇ ਰਹੋ ਤੇ ਕਦੇ ਵੀ ਰਾਹੇ ਬਰਾਹੇ ਸਾਡੀ ਲੋੜ ਆ ਤੇ ਹਮੇਸ਼ਾ ਅਸੀਂ ਹਾਜ਼ਰ ਹਾਂ ਜੀ। ਥੈਂਕ ਯੂ ਜੀ, ਥੈਂਕ ਯੂ। ਤੁਸੀਂ ਕੀਪ ਇਟ ਅਪ ਗੁੱਡ ਵਰਕ। ਥੈਂਕ ਯੂ ਦੀਪਕ ਜੀ, ਗੱਲ ਕਰ ਰਹੇ ਹੋ ਜੀ। ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ। ਸਤਿ ਸ਼੍ਰੀ ਅਕਾਲ ਜੀ। ਸੋ ਬਿਲਕੁਲ ਰਫਤਾਰ ਜੀ, ਇਹਨਾਂ ਨੇ ਵੀ ਇੱਕ ਮੁਹਿੰਮ ਸ਼ੁਰੂ ਕੀਤੀ ਸੀ ਟੋਰਾਂਟੋ ਏਰੀਆ ਦੇ ਵਿੱਚ ਪੈਂਡੈਮਿਕ ਦੇ ਚੱਲਦਿਆਂ। ਇਹਨਾਂ ਨੇ ਮਾਸਕ, ਸੈਨੀਟਾਈਜ਼ਰ ਤੇ ਹੋਰ ਜ਼ਰੂਰਤ ਦੀਆਂ ਚੀਜ਼ਾਂ ਇਹਨਾਂ ਨੇ ਜਿਹੜੇ ਹੋਮਲੈਸ ਤੱਕ ਪਹੁੰਚਣੀਆਂ ਸ਼ੁਰੂ ਕੀਤੀਆਂ ਸੀ। ਔਰ ਸਾਡੇ ਆਪਣੇ ਸ਼ਹਿਰ ਦੀਆਂ ਬਹੁਤ ਸਾਰੀਆਂ ਭੈਣਾਂ ਨੇ ਜਿਹੜੇ ਮਾਸਕ ਬਣਾ ਕੇ ਵੀ ਡੋਨੇਟ ਕੀਤੇ ਸੀ। ਹਾਲੇ ਵੀ ਮੇਰੇ ਕੋਲ ਤਕਰੀਬਨ 250-300 ਮਾਸਕ ਪਿਆ ਆ, ਕਿਉਂਕਿ ਹੁਣ ਮੇਰੇ ਖਿਆਲ ਦੇ ਵਿੱਚ ਬੱਸਾਂ 'ਚ ਤਾਂ ਸਕਾਈ ਟ੍ਰੇਨ ਦੇ ਵਿੱਚ ਜ਼ਰੂਰੀ ਕਰ ਦੇਣੇ ਆ ਕਿ ਤੁਸੀਂ ਬਿਨਾਂ ਮਾਸਕ ਤੋਂ ਜਾ ਨਹੀਂ ਸਕਦੇ। ਸੋ ਜਿਹੜੇ ਵੀ ਇੰਟਰਨੈਸ਼ਨਲ ਸਟੂਡੈਂਟ ਸਾਡਾ ਪ੍ਰੋਗਰਾਮ ਦੇਖਦੇ ਆ, ਤੁਸੀਂ ਕੰਮਾਂ ਕਾਰਾਂ ਤੇ ਜਾਂਦੇ ਹੋ, ਤੁਹਾਨੂੰ ਮਾਸਕ ਚਾਹੀਦੇ ਆ, ਸੋ ਤੁਹਾਨੂੰ ਖਰੀਦਣ ਦੀ ਲੋੜ ਨਹੀਂ। ਤੁਸੀਂ ਮੈਨੂੰ ਫੋਨ ਕਰ ਸਕਦੇ ਹੋ, ਤੁਸੀਂ ਸਾਡੇ ਸਟੂਡੀਓ 'ਚੋਂ ਆ ਕੇ ਸਾਡੇ ਕੋਲੋਂ ਮਾਸਕ ਫ੍ਰੀ ਦੇ ਵਿੱਚ ਲਿਜਾ ਸਕਦੇ ਹੋ। ਅਸੀਂ ਤੁਹਾਡੇ ਲਈ ਹਾਲੇ ਵੀ ਉਂਝ ਹੀ ਮਾਸਕ ਸਪਲਾਈ ਕਰਾਂਗੇ ਜਿਵੇਂ ਤੁਹਾਨੂੰ ਚਾਹੀਦੇ ਨੇ। ਸੋ ਇਹੋ ਜੀ ਕੋਈ ਗੱਲ ਨਹੀਂ। ਸਾਡੇ ਨਾਲ ਇੱਕ ਹੋਰ ਕਾਲਰ ਨੇ ਜੀ, ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ, ਬਲਵਿੰਦਰ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਹਰਦੀਪ ਬੋਲਦੀ ਹਾਂ ਅਨੋਖਾ ਫੈਸ਼ਨ ਤੋਂ। ਹਾਂਜੀ ਹਰਦੀਪ ਭੈਣ ਜੀ। ਹਾਂਜੀ, ਉਹ ਜਿਹੜੇ ਤੁਸੀਂ ਕਹਿੰਦੇ ਸੀ ਨਾ ਵੀਲ ਚੇਅਰ ਚਾਹੀਦੀ ਜਿਸ ਬੱਚੇ ਨੂੰ, ਹਾਂਜੀ, ਉਹਦੇ ਲਈ ਮੈਂ $100 ਦਿੰਦੀ ਹਾਂ। ਤੁਸੀਂ ਉਹਨਾਂ ਨੂੰ ਦੇ ਦਿਓ ਤੇ ਜਦੋਂ ਮਰਜ਼ੀ ਮੇਰੇ ਕੋਲ ਪਿਕ ਕਰ ਲਿਆ ਸਟੋਰ 'ਚ। ਠੀਕ ਹੈ ਜੀ। ਉਹਨਾਂ ਨੇ ਮੇਰੇ ਖਿਆਲ ਦੇ ਵਿੱਚ ਇਸ ਐਤਵਾਰ ਨੂੰ ਉਹਨਾਂ ਨੇ ਦੂਖ ਨਿਵਾਰਨ ਗੁਰਦੁਆਰਾ ਸਾਹਿਬ ਆਉਣਾ ਆ ਲੈ ਕੇ ਬੱਚੇ ਨੂੰ। ਸੋ ਮੈਂ ਚਾਹੂੰਗੀ ਕਿ ਤੁਸੀਂ ਉੱਥੇ ਨਾਲੇ ਮਿਲਿਓ ਪਰਿਵਾਰ ਨੂੰ ਤੇ ਨਾਲੇ ਆਪਣੇ ਹੱਥੀ ਉਹਨਾਂ ਨੂੰ ਤੁਸੀਂ ਦਸਵੰਧ ਕੱਢਿਓ ਆਪਣਾ। ਨੋ ਪ੍ਰੋਬਲਮ, ਇਦਾਂ ਕਰ ਲਾਂਗੇ। ਥੈਂਕ ਯੂ ਭੈਣ ਜੀ, ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ। ਸਤਿ ਸ਼੍ਰੀ ਅਕਾਲ ਜੀ। ਜੀ ਓਕੇ ਜੀ, ਸਤਿ ਸ਼੍ਰੀ ਅਕਾਲ। ਬਿਲਕੁਲ ਜੀ, ਅਨੋਖਾ ਫੈਸ਼ਨ ਤੋਂ ਹਰਦੀਪ ਭੈਣ ਜੀ ਸੀ। ਥੈਂਕ ਯੂ ਭੈਣ ਜੀ ਤੁਹਾਡਾ। ਔਰ ਇਹਨਾਂ ਨੇ $100 ਕਿਹਾ ਹੈਗਾ ਆ ਜੈਸ ਸਹੂਲਤਾਂ ਦੇ ਲਈ। ਔਰ ਜਦੋਂ ਅਸੀਂ ਗੱਲ ਕਰਦੇ ਸੀ ਕਿ ਮੈਂ ਇਹ ਨਹੀਂ ਕਹਿ ਰਹੀ ਕਿ ਅਸੀਂ ਨਾ ਦਈਏ ਕਿਸੇ ਨੂੰ ਚੈਰਿਟੀ, ਅਸੀਂ ਆਪਣਾ ਦਸਵੰਧ ਪੰਜਾਬ ਨਾ ਘੱਲੀਏ, ਕਿਉਂਕਿ ਪੰਜਾਬ ਵਾਲਿਆਂ ਨੂੰ ਵੀ ਸਾਡੇ ਤੋਂ ਹੀ ਆਸਾਂ ਨੇ। NRIਆਂ ਨੇ ਪੰਜਾਬ ਦੀ ਨੁਹਾਰ ਬਦਲ ਕੇ ਰੱਖਤੀ, ਆਪੋ ਆਪਣੇ ਪਿੰਡ ਬਦਲ ਕੇ ਰੱਖਤੇ। ਪਿੰਡਾਂ ਦੇ ਵਿੱਚ ਕਹਿ ਲਓ ਕਿ ਬਹੁਤ ਤਰੱਕੀ ਹੋਈ, ਬਹੁਤ ਵਿਕਾਸ ਹੋਇਆ।
ਪਰ ਕਿਸੇ ਇੱਕ ਅੱਧੇ ਇਨਸਾਨ ਦੀ ਸੋਚ ਨੂੰ ਲੈ ਕੇ ਮੈਨੂੰ ਸਮਝ ਨਹੀਂ ਆਉਂਦੀ ਕਿ ਜੇ ਇਹ ਲੋਕ ਕਿਤੇ ਸਰਕਾਰਾਂ ਕੋਲੋਂ ਇਦਾਂ ਹਿਸਾਬ ਮੰਗ ਲੈਣ ਤੇ ਹੁਣ ਤੱਕ ਆ ਸੰਤਰੀ ਮੰਤਰੀ ਸਾਰੇ ਸਿੱਧੇ ਹੋਏ ਹੋਣੇ ਸੀਗੇ। ਸਾਡੇ ਨਾਲ ਇੱਕ ਹੋਰ ਕਾਲਰ ਨੇ ਜੀ। ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਮੈਂ ਰਿਕੁਐਸਟ ਕਰਨੀ ਹੈ ਹਾਂਜੀ ਕਿ ਚੈਨਲ ਪੰਜਾਬੀ ਵਾਲਾ ਕਦੇ ਕਦੇ ਬਹੁਤ ਗਰੀਬ ਪਰਿਵਾਰਾਂ ਨੂੰ ਦਿਖਾਉਂਦਾ ਹੈ। ਜੀ ਦਰਦ ਪੰਜਾਬ ਦਾ ਚੈਨਲ ਪੰਜਾਬੀ, ਪਰ ਉਹ ਫੋਨ ਨੰਬਰ ਨਹੀਂ ਕੋਈ ਦੱਸਦੇ ਉਹਨਾਂ ਉਸ ਫੈਮਿਲੀ ਦਾ ਜਾਂ ਕਿਸ ਤਰ੍ਹਾਂ ਥੋੜੇ ਬਹੁਤੇ ਉਹਨਾਂ ਦੀ ਹੈਲਪ ਕਰੀ ਹੈ। ਅੱਗੇ ਪਰਿਵਾਰ ਨੂੰ ਭੇਜੇ ਸੀ ਥੋੜੇ ਜਿਹੇ। ਜੀ ਤੁਸੀਂ ਭੈਣ ਜੀ ਫੋਨ ਕਿੱਥੋਂ ਕਰਦੇ ਸੀ ਜੀ? ਇੱਥੋਂ ਲੋਕਲ ਸਰੀ ਤੋਂ ਹੀ ਕਰਦੇ ਆ? ਸਰੀ ਤੋਂ ਲੋਕਲ ਕਰ ਰਹੀ ਹਾਂ। ਤੁਸੀਂ ਭੈਣ ਜੀ ਇੱਥੇ ਕੋਸ਼ਿਸ਼ ਕਰਿਆ ਕਰੋ ਕਿ ਇੱਥੇ ਬਹੁਤ ਸਾਰੇ ਇਹੋ ਜਿਹੇ ਪਰਿਵਾਰ ਹੈਗੇ ਆ ਜਿਨ੍ਹਾਂ ਨੂੰ ਆਪਣੀ ਜ਼ਰੂਰਤ ਆ। ਉੱਥੇ ਵੀ ਜੇ ਤੁਸੀਂ ਆਪ ਸਰਚ ਕਰੋਗੇ ਨਾ ਆਪਣੇ ਪਿੰਡ ਤੋਂ ਜਾਂ ਆਪਣੇ ਆਲੇ ਦੁਆਲੇ ਦੇ ਪਿੰਡ ਤੋਂ, ਤੁਹਾਨੂੰ ਮਿਲ ਜਾਣਗੇ ਇਹੋ ਜਿਹੇ ਲੋਕ ਜਿਨ੍ਹਾਂ ਨੂੰ ਤੁਸੀਂ ਸਿੱਧੀ ਮਦਦ ਪਹੁੰਚਦੀ ਕਰ ਸਕਦੇ ਆ। ਨੋ, ਪਰ ਜੇ ਕੋਈ ਟੀਵੀ ਤੇ ਵੀ ਆਉਂਦੇ ਨੇ ਕੀ ਸਾਨੂੰ ਉਹਦਾ ਨੁਕਸਾਨ ਹੈ ਜੇ ਉਹਨਾਂ ਵਿਚਾਰਿਆਂ ਨੂੰ 10,000 ਭੇਜ ਜਾਂਗੇ ਜਾਂ 15,000। ਇਟਸ ਨਥਿੰਗ ਫॉर ਅਸ। ਪਰ ਭੈਣ ਜੀ ਮੈਂ ਤੁਹਾਡੀਆਂ ਭਾਵਨਾਵਾਂ ਮੈਂ ਸਮਝਦੀ ਆ, ਪਰ ਜੇ ਮੈਂ ਮੂੰਹ ਖੋਲਿਆ ਤੇ ਬਹੁਤ ਸਾਰੇ ਟੀਵੀ ਵਾਲਿਆਂ ਨੂੰ ਤੜਿੰਗ ਲੱਗਣਾ ਆ, ਕਿਉਂਕਿ ਮੈਂ ਤਾਂ ਫਿਰ ਸੱਚ ਹੀ ਬੋਲਦੀ ਹੁੰਨੀ ਆ ਨਾ। ਪਰ ਕੀ ਕਰਨਾ ਚਾਹੀਦਾ? ਇੱਕ ਨੇ ਤੇ ਆਪਣਾ ਫੋਨ ਨੰਬਰ ਦੱਸਤਾ ਸੀ। ਜ਼ਰੂਰ ਜੀ, ਤੁਸੀਂ ਚਲਾਉਂਦੀ ਸੀ। ਭੈਣ ਜੀ ਮੈਂ ਤੁਹਾਡਾ ਨੰਬਰ ਲਿਖ ਲਿਆ ਹੈਗਾ ਆ ਤੇ ਮੈਂ ਜ਼ਰੂਰ ਤੁਹਾਡੇ ਨਾਲ ਗੱਲਬਾਤ ਕਰਕੇ ਮੈਂ ਤੁਹਾਨੂੰ ਕੁਝ ਇਹੋ ਜਿਹੀਆਂ ਪਰਿਵਾਰਾਂ ਦੀ ਸੂਚੀ ਦਵਾਂਗੀ ਜਿਨ੍ਹਾਂ ਨੂੰ ਤੁਸੀਂ ਆਪ ਸਿੱਧਾ ਦਾਨ ਦੇ ਸਕਦੇ ਹੋ। ਅਸੀਂ ਇੱਥੇ ਵੀ ਹੈਲਪ ਕਰਦੇ ਹਾਂ, ਐਸੀ ਕੋਈ ਗੱਲ ਨਹੀਂ, ਇੱਥੇ ਵੀ ਕਾਫੀ ਹੈਲਪ ਕਰਦੇ ਆ। ਥੈਂਕ ਯੂ ਜੀ ਤੁਹਾਡਾ ਭੈਣ ਜੀ ਫੋਨ ਕਰਨ ਦੇ ਲਈ, ਵਧੀਆ ਲੱਗਾ ਜੀ। ਕਿ ਉੱਥੇ ਵੀ ਕਿਸੇ ਗਰੀਬ ਦੀ ਹੈਲਪ ਹੋ ਜਾਏ ਤੇ ਕੀ ਬਿਲਕੁਲ ਜੀ। ਜੀ ਥੈਂਕ ਯੂ ਭੈਣ ਜੀ, ਜ਼ਰੂਰ। ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ ਜੀ। ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਰਸਾਲ ਗਿੱਲ ਜੀ। ਭੈਣ ਜੀ ਕੀ ਹਾਲ ਨੇ? ਹਾਂਜੀ ਸਤਿ ਸ਼੍ਰੀ ਅਕਾਲ ਜੁਗਰਾਜ ਸਿੰਘ ਜੀ, ਬਹੁਤ ਵਧੀਆ ਜੀ। ਤੁਸੀਂ ਦੱਸੋ ਕਿਵੇਂ, ਠੀਕ ਠਾਕ ਹੋ? ਹਾਂ ਠੀਕ ਆ ਜੀ। ਤੇ ਆਪਣੇ ਤਾਂ ਆਦਤ ਆ ਵਿਅੰਗ ਜਿਹਾ ਸੁਣਾਉਣ ਦੀ, ਫਿਰ ਤੁਹਾਨੂੰ ਲੱਗਾ ਸੁਣਾਉਣ ਮੈਂ ਛੋਟਾ ਜਿਹਾ। ਜੀ ਜੀ ਆਉਣ ਦਿਓ। ਧੰਦੇ ਕਰੇ ਕਰੋਨਾ ਨੇ ਬੰਦ ਬਹੁਤੇ, ਧੰਦੇ ਕਰੇ ਮਜ਼ਦੂਰ ਦੀ ਜਾਨ ਜਾਂਦਾ, ਪੰਡਾਂ ਸਿਰਾਂ ਦੇ ਬਾਲ ਕੰਧਾਲਿਆਂ ਤੇ ਪੈਦਲ ਸੜਕਾਂ ਤੇ ਹਿੰਦੁਸਤਾਨ ਜਾਂਦਾ ਜੀ। ਗਿਣਤੀ ਹਾਦਸੇ ਮੌਤਾਂ ਦੀ ਘਟਣ ਲੱਗੀ ਤੇ ਘਟੇ ਨਫੇ ਨੂੰ ਰੋਈ ਸ਼ਮਸ਼ਾਨ ਜਾਂਦਾ ਜੀ। ਤੇ ਵੇਖ ਗਿੱਲਾ ਭਾਗੋ ਦੀ ਸ਼ਰਮਲਤ ਤੇ ਮੰਗੀ ਲਾਲੋ ਦੇ ਬੂਹੇ ਤੇ ਦਾਨ ਜਾਂਦਾ। ਉੱਤੋਂ ਵੇਖਣ ਨੂੰ ਸਰੋਵਰ ਸਾਫ਼ ਦਿਖਦਾ ਜੀ ਤੇ ਜੰਮੀ ਦਿਖਦੀ ਨਾ ਪਾਣੀ ਦੇ ਗਾਰ ਥੱਲੇ, ਤੇ ਭਾਓ ਤੇਲ ਦਾ ਹਰ ਦਿਨ ਵਧੀ ਜਾਂਦਾ ਤੇ ਔਖੀ ਸ਼ੂਕਣੀ ਚੱਤੇ ਪੈਰ ਕਾਰ ਥੱਲੇ। ਬੁੱਕੀਏ ਵਿਲਕਦੇ ਪੁੱਠੇ ਕਰ ਗੀਜਿਆਂ ਨੂੰ ਜੀ ਤੇ ਮੂਧਾ ਡਿੱਗ ਪਿਆ ਸੱਟਾ ਬਾਜ਼ਾਰ ਥੱਲੇ, ਤੇ ਅਖਬਾਰਾਂ ਛਪਣੀਆਂ ਕਾਗਜ਼ ਤੇ ਬੰਦ ਹੋਈਆਂ ਤੇ ਆਈਆਂ ਗਿੱਲਾ ਕਰੋਨਾ ਦੀ ਮਾਰ ਥਲ। ਕੀ ਬਾਤ ਹੈ ਜੀ। ਥੈਂਕ ਯੂ ਜਗਰਾਜ ਜੀ, ਥੈਂਕ ਯੂ ਵੈਰੀ ਮਚ ਜੀ ਤੁਹਾਡਾ, ਥੈਂਕ ਯੂ ਜੀ। ਰਫਤਾਰ ਜੀ ਸਾਡੇ ਨਾਲ ਕਾਲਰ ਆਈ ਸੀ ਭਾਈ ਮਨਜੀਤ ਸਿੰਘ ਪੱਤੜ ਕੈਲੀਫੋਰਨੀਆ ਤੋਂ, ਜਿਨ੍ਹਾਂ ਨੇ ਕਾਲ ਕੀਤੀ ਸੀ। ਉਹਨਾਂ ਨੇ ਮੈਨੂੰ ਸਵਾਲ ਕੀਤਾ ਸੀ ਪਿਛਲੀ, ਤੁਹਾਨੂੰ ਯਾਦ ਹੋਣਾ ਕਿ ਆਪਾਂ ਆਪਣੇ ਸ਼ੋਅ ਦੇ ਵਿੱਚ ਇਹਨਾਂ ਨੂੰ ਸਾਫ਼-ਸਾਫ਼ ਸਵਾਲ ਕੀਤੇ ਸੀ ਕਿ ਤੁਸੀਂ ਲੋਕਾਂ ਦੇ ਪੈਸੇ ਮਾਰੇ ਆ, ਕਿਉਂਕਿ ਇਹਨਾਂ ਤੇ ਇਲਜ਼ਾਮ ਲੱਗੇ ਸੀ ਸੋਸ਼ਲ ਮੀਡੀਆ ਤੇ, ਇਹਨਾਂ ਦੀ ਫੋਟੋ ਵਾਇਰਲ ਹੋ ਰਹੀ ਸੀਗੀ। ਔਰ ਇੱਕ ਗੱਲ ਮੈਨੂੰ ਕਰਦਿਆਂ ਨੂੰ ਬੜੀ ਕਈ ਵਾਰੀ ਸ਼ਰਮ ਆਉਂਦੀ ਆ ਕਿ ਜਦੋਂ ਸਾਡੇ ਆਪਸ ਦੇ ਵਿੱਚ ਕੋਈ ਲੜਾਈ ਝਗੜਾ ਹੁੰਦਾ ਨਾ, ਜੇ ਔਰਤਾਂ ਦਾ ਆਪਸ ਵਿੱਚ ਹੁੰਦਾ ਤੇ ਇੱਕ ਦੂਜੇ ਨੂੰ ਅਸੀਂ ਕਰੈਕਟਰ ਸਰਟੀਫਿਕੇਟ ਦੇਣ ਤੁਰ ਪਈਦਾ, ਤੇ ਜੇ ਬੰਦਿਆਂ ਦਾ ਹੁੰਦਾ ਤੇ ਦੂਜੇ ਦੀਆਂ ਧੀਆਂ ਭੈਣਾਂ ਦੀਆਂ ਗਲਤ ਫੋਟੋ ਵਾਇਰਲ ਕਰਨੀਆਂ ਸ਼ੁਰੂ ਕਰ ਦਿੰਦੇ ਆ। ਮੇਰੇ ਖਿਆਲ ਦੇ ਵਿੱਚ ਜੇ ਸਾਨੂੰ ਵਾਕਿਆ ਹੀ ਕਿਸੇ ਗੱਲ ਦਾ ਗੁੱਸਾ ਗਿਲਾ ਆ, ਸਾਨੂੰ ਇੱਕ ਦੂਜੇ ਦੇ ਨਾਲ ਬਹਿ ਕੇ ਉਹ ਗੱਲਬਾਤ ਨਜਿੱਠ ਲੈਣੀ ਚਾਹੀਦੀ ਆ। ਧੀਆਂ ਭੈਣਾਂ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ, ਉਹਨਾਂ ਦੀ ਪੱਤ ਸਾਨੂੰ ਇਦਾਂ ਸੋਸ਼ਲ ਮੀਡੀਆ ਤੇ ਨਹੀਂ ਰੋਲਣੀ ਚਾਹੀਦੀ। ਜੀ ਬਿਲਕੁਲ ਸਹੀ ਜੀ। ਔਰ ਇਹਨਾਂ ਦੇ ਲਈ ਜਿਹੜੀ ਇਹਨਾਂ ਦੀ ਤੇ ਇਹਨਾਂ ਦੀ ਸਰਦਾਰਨੀ ਦੀ ਫੋਟੋ ਵਾਇਰਲ ਕੀਤੀ ਸੀਗੀ, ਔਰ ਉਹਦੇ ਵਿੱਚ ਇਹਨਾਂ ਨੇ 4 ਲੋਕਾਂ ਦੇ ਨਾਂ ਵੀ 에ਅਰ ਤੇ ਲਏ ਸੀ। ਉਹਨਾਂ ਦੇ ਵਿੱਚੋਂ ਮੈਂ ਜਤਿੰਦਰ ਸਿੰਘ ਹੈਪੀ ਗਿੱਲ ਹੋਣਾ ਦੇ ਨਾਲ, ਜੋ ਕਿ ਐਬਸਫੋਰਡ 'ਚ ਨੇ, ਔਰ ਉਹਨਾਂ ਦੇ ਨਾਲ ਮੈਂ ਗੱਲ ਕਰਨ ਦੀ ਵੀ ਕੋਸ਼ਿਸ਼ ਕੀਤੀ ਸੀ। ਉਹਨਾਂ ਨੇ ਕਿਹਾ ਸੀ ਕਿ ਉਹ ਦੱਸਣਗੇ ਕਿ ਉਹਨਾਂ ਦੇ ਤੱਕ ਉਹ ਫੋਟੋ ਕਿਹਨੇ ਪਹੁੰਚਦੀ ਕੀਤੀ ਸੀ, ਵਾਇਰਲ ਕਿਹੜੇ ਇਨਸਾਨ ਨੇ ਫੋਟੋ ਕੀਤੀ ਸੀ, ਕਿਹੜੇ ਇਨਸਾਨ ਦੇ ਇਹਨਾਂ ਨੇ ਪੈਸੇ ਮਾਰੇ ਆ। ਹਾਲੇ ਤੱਕ ਉਹਨਾਂ ਨੇ ਮੈਨੂੰ ਉਹਦਾ ਜਵਾਬ ਨਹੀਂ ਦਿੱਤਾ। ਸੋ ਮੈਂ ਇਹਦੇ ਤੇ ਵਰਕ ਕਰ ਰਹੀ ਹਾਂ। ਜਿੱਦਣ ਵੀ ਮੈਨੂੰ ਉਹ ਇਨਫੋਰਮੇਸ਼ਨ ਦੇਣਗੇ ਤੇ ਮੈਂ ਜ਼ਰੂਰ ਇਸੇ ਮਾਧਿਅਮ ਦੇ ਰਾਹੀਂ ਹੀ ਉਸ ਇਨਸਾਨ ਨੂੰ ਕੋਸ਼ਿਸ਼ ਕਰਾਂਗੀ ਉਹਨਾਂ ਦਾ ਮੈਸੇਜ ਲੈ ਕੇ ਆਉਣ ਦੀ, ਤੇ ਜਾਂ ਉਹਨਾਂ ਨੂੰ ਨਾਲ ਲਿਆ ਕੇ ਗੱਲ ਕਰਨ ਦੀ।
ਤੇ ਦੂਜੇ ਇਹਨਾਂ ਨੇ ਸਵਾਲ ਕੀਤੇ ਸੀ ਕਿ ਦਲਜੀਤ ਸਿੰਘ ਮਾਨ ਜਿਹੜੇ ਕਿ ਮੋਡੈਸਟੋ ਗੁਰੂ ਘਰ ਦੇ ਵਿੱਚ ਜਿਹੜੀ ਬੜੇ ਲੰਬੇ ਸਮੇਂ ਤੋਂ ਇੱਕ ਕਹਿ ਲਓ ਕਿ ਕਮੇਟੀ ਦੀ ਲੜਾਈ ਚੱਲ ਰਹੀ ਹੈਗੀ ਆ, ਕਿਉਂ ਚੱਲ ਰਹੀ ਆ ਸ਼ਾਇਦ ਤੁਹਾਨੂੰ ਵੀ ਪਤਾ ਆ ਜੀ। ਭਾਈ ਅਮਰਜੀਤ ਸਿੰਘ ਤੇ ਮਨਜੀਤ ਸਿੰਘ ਜਿਹੜੇ ਉਸ ਗੁਰੂ ਘਰ ਦੇ ਗ੍ਰੰਥੀ ਸਨ, ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਗੁਰੂ ਦੇ ਵਜ਼ੀਰ ਜੀ। ਉੱਥੇ ਇੱਕ ਭਗਵੇਂ ਰੰਗ ਦਾ ਨਿਸ਼ਾਨ ਸਾਹਿਬ ਚੜਾਇਆ ਗਿਆ ਸੀ, ਜਿਹਦੀ ਮੀਡੀਆ 'ਚੋਂ ਸਾਡੇ ਤੱਕ ਗੱਲ ਪਹੁੰਚੀ ਸੀ ਤੇ ਮੈਂ ਵੀ ਉਸ ਦੀ ਗੱਲਬਾਤ ਕਰਨ ਦੇ ਲਈ ਫੋਨ ਕੀਤਾ ਸੀ। ਮੇਰੇ ਨਾਲ ਗੱਲ ਕਰਨ ਤੋਂ ਬਾਅਦ ਉਹਨਾਂ ਨੇ ਬਹੁਤ ਮਾੜੀ ਸ਼ਬਦਾਵਲੀ ਮੇਰੇ ਲਈ ਵਰਤੀ ਸੀ ਤੇ ਉਸ ਦੇ ਬਾਅਦ ਉਹਨਾਂ ਨੇ ਮੇਰੇ ਤੋਂ ਮਾਫੀ ਵੀ ਮੰਗੀ ਸੀ ਪੂਰੀ ਦੁਨੀਆ ਦੇ ਸਾਹਮਣੇ। ਜੀ ਬਿਲਕੁਲ। ਉਸ ਮਾਫੀਨਾਮੇ ਤੋਂ ਬਾਅਦ ਉਹਨਾਂ ਨੇ ਅਸਤੀਫਾ ਦੇ ਦਿੱਤਾ ਸੀ ਗੁਰਦੁਆਰੇ 'ਚੋਂ। ਸੋ ਗੁਰਦੁਆਰਾ ਸਾਹਿਬ ਤੋਂ ਅਸਤੀਫਾ ਦੇਣ ਤੋਂ ਬਾਅਦ ਉਹ ਦੁਬਾਰਾ ਫੇਰ ਗੁਰਦੁਆਰੇ ਦੀ ਸਟੇਜ ਤੇ ਜਦੋਂ ਇੱਕ ਵਿਆਹ ਭਗਤਾਉਣ ਲਈ ਆਏ ਸੀ ਤੇ ਕਮੇਟੀ ਦੇ ਕਿਸੇ ਮੈਂਬਰ ਨੇ ਉਹਨਾਂ ਨੂੰ ਕਿਹਾ ਸੀ, ਮੇਰੇ ਖਿਆਲ ਜਗਤਾਰ ਸਿੰਘ ਹੋਣਾ ਨੇ, ਕਿ ਤੁਸੀਂ ਅਸਤੀਫਾ ਦਿੱਤਾ ਹੈ। ਜੇ ਹੁਣ ਮੈਂ ਵੀ ਸਾਂਝਾ ਟੀਵੀ ਤੋਂ ਅੱਜ ਕੰਮ ਕਰਨ ਨੂੰ ਹਟ ਜਾਵਾਂ ਤੇ ਕੱਲ ਆ ਕੇ ਮੈਂ ਇੱਥੇ ਬਹਿ ਕੇ ਕੰਮ ਕਰਨ ਲੱਗ ਪਵਾਂ, ਮੈਨੇਜਮੈਂਟ ਮੈਨੂੰ ਪੁੱਛੇਗੀ ਕਿ ਕੱਲ ਤਾਂ ਤੂੰ ਕੰਮ ਛੱਡ ਕੇ ਗਈ ਸੀ, ਅੱਜ ਤੂੰ ਇੱਥੇ ਬੈਠੀ ਕੀ ਕਰਦੀ ਆ। ਸੋ ਜਦੋਂ ਕਮੇਟੀ ਨੇ ਪੁੱਛਿਆ ਤੇ ਇਹਨਾਂ ਨੇ ਦਲਜੀਤ ਸਿੰਘ ਮਾਨ ਹੋਣਾ ਨੇ ਕਿਹਾ ਕਿ ਇਹ ਮਰਿਆਦਾ ਜਿਹੜੀ ਆ ਇਹੋ ਬੇਅਦਬੀ ਕੀਤੀ ਗਈ ਕਿ ਕਿਸੇ ਗ੍ਰੰਥੀ ਨੂੰ, ਕਿਸੇ ਪ੍ਰਚਾਰਕ ਨੂੰ ਜਾਂ ਕਿਸੇ ਰਾਗੀ ਢਾਡੀ ਨੂੰ ਸਟੇਜ ਦੇ ਉੱਤੋਂ ਬੈਠੇ ਨੂੰ ਮੈਸੇਜ ਦੇ ਕੇ ਉੱਥੋਂ ਠਾਲਣਾ, ਉਹਨੂੰ ਕਹਿਣਾ ਕਿ ਤੂੰ ਹੁਣ ਬੱਸ ਕਰ, ਜਦ ਕਿ ਉਹਨਾਂ ਨੇ ਪੂਰੀ ਸਮਾਪਤੀ ਕੀਤੀ ਸੀ, ਹੁਕਮਨਾਮਾ ਲਿਆ ਸੀ, ਪੂਰੀਆਂ ਸਾਰੀਆਂ ਮਰਿਆਦਾ ਫੋਲੋ ਕਰਨ ਤੋਂ ਬਾਅਦ ਹੀ ਉਹ ਸਟੇਜ ਤੋਂ ਉੱਠੇ ਸੀ। ਇਸ ਗੁਰਦੁਆਰੇ ਦੀ ਲੜਾਈ ਅੱਜ ਦੀ ਨਹੀਂ, ਇਸੇ ਹੀ ਗੁਰੂ ਘਰ ਦੇ ਵਿੱਚ ਪਹਿਲਾਂ ਪਾਣੀ ਰੱਖਿਆ ਜਾਂਦਾ ਸੀ ਜਿਸ ਨੂੰ ਜਲ ਕਿਹਾ ਜਾਂਦਾ, ਜਿਹੜਾ ਕਿ ਇੱਕ ਅੰਧ ਵਿਸ਼ਵਾਸ ਆ। ਮੈਂ ਤਾਂ ਇਹੀ ਕਹੂੰਗੀ ਕਿ ਪਾਠ ਕਹਿੰਦੇ ਪੜ ਹੋ ਜਾਂਦਾ ਉਸ ਪਾਣੀ ਦੇ ਉੱਤੇ ਤੇ ਫਿਰ ਉਹ ਕੈਨੀਆਂ ਭਰ ਕੇ ਦਿੱਤਾ ਜਾਂਦਾ। ਮੇਰੇ ਲਈ ਉਹ ਪਾਣੀ ਆ, ਸ਼ਾਇਦ ਦੂਜੇ ਲੋਕ ਉਹਨੂੰ ਜਲ ਸਮਝਦੇ ਹੋਣਗੇ। ਅਸੀਂ ਗੁਰੂ ਸ਼ਬਦ ਨੂੰ ਮੰਨਣਾ, ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ। ਇਹ ਮਨ ਮਤ ਜਿਹੜੇ ਇਹੋ ਜਿਹੇ ਮੂਰਤੀ ਪੂਜਾ ਵਾਲੀਆਂ ਜਿਹੜੀਆਂ ਆ, ਇਹਨਾਂ ਗੱਲਾਂ ਤੋਂ ਤਾਂ ਉੱਤੇ ਉੱਠ ਕੇ ਸੋਚਣਾ। ਮੈਂ ਵੀ ਇੱਕ ਵਾਰੀ ਕੁਐਸਚਨ ਕੀਤਾ ਸੀਗਾ ਇੱਕ ਵਾਰ ਇੰਡੀਆ 'ਚ। ਮੈਂ ਕਿਹਾ ਵੀ ਉਹ ਪਾਣੀ ਜਿਹੜਾ ਉੱਥੇ ਘੜਾ ਰੱਖਿਆ ਹੁੰਦਾ, ਘੜੇ ਦੇ ਉੱਪਰ ਨਾਰੀਅਲ ਵੀ ਰੱਖ ਦਿੰਦੇ ਆ, ਵੀ ਇਹ ਕਿਉਂ ਰੱਖਿਆ ਹੁੰਦਾ? ਕਹਿੰਦੇ ਵੀ ਜਿੰਨਾ ਵੀ ਉਹ ਗੁਰਬਾਣੀ ਪੜ੍ਹਦੇ ਆ ਉਹ ਸਾਰਾ ਗੁਰਬਾਣੀ ਦਾ ਅਸਰ ਉਸ ਪਾਣੀ 'ਚ ਚਲਾ ਜਾਂਦਾ। ਵੀ ਜਿਨ੍ਹਾਂ ਦੇ ਦਿਮਾਗ ਲੱਗੇ ਹੋਏ ਨੇ, ਪਾਣੀ ਦੇ ਤਾਂ ਕੋਈ ਦਿਮਾਗ ਨਹੀਂ, ਕੋਈ ਜਾਨ ਨਹੀਂ, ਉਹ 'ਚ ਕੁਛ ਨਹੀਂ, ਜਿਨ੍ਹਾਂ ਦੇ ਦਿਮਾਗ ਲੱਗੇ, ਜਦੋਂ ਉਹਨਾਂ ਦੇ ਦਿਮਾਗਾਂ 'ਚ ਨਹੀਂ ਪਿਆ, ਪਾਣੀ ਦੇ ਦਿਮਾਗ 'ਚ ਕਿੱਦਾਂ ਪੈ ਜਾਊਗਾ ਜਾ ਕੇ? ਨਾਰੀਅਲ ਦੇ ਉੱਤੇ ਰਫਤਾਰ ਜੀ ਕਿੰਨੀਆਂ ਤਹਿਾਂ ਹੁੰਦੀਆਂ ਨਾਰੀਅਲ ਦੇ, ਉਹਨੂੰ ਥੋੜੇ ਦੇ ਨਾਲ ਭੰਨਦੇ ਆ ਫੇ ਭੱਜਦਾ। ਹੁਣ ਨਾਰੀਅਲ ਦੇ ਵਿੱਚ ਬਾਣੀ ਵੜ ਸਕਦੀ ਆ ਤੇ ਜਿਹੜਾ ਸਾਨੂੰ ਮਨੁੱਖਾ ਜੀਵਨ ਦਿੱਤਾ ਆ, ਸਾਡਾ ਐਡਾ ਸਾਰਾ ਸਿਰ ਉੱਤੇ ਲਾਇਆ, ਸਾਡੇ ਸਿੱਧੀ ਬਾਣੀ ਅੰਦਰ ਨਹੀਂ ਵੜਦੀ। ਅਸੀਂ ਉਹ ਬਾਣੀ ਪੜਿਆ ਹੋਇਆ ਨਾਰੀਅਲ ਭੰਨ ਕੇ ਉਹਦੇ ਚੋਂ ਬਾਣੀ ਦਾ ਸਾਡੇ ਤੇ ਅਸਰ ਹੋਣਾ, ਸਿੱਧਾ ਬਾਣੀ ਦਾ ਅਸਰ ਨਹੀਂ ਸਾਡੇ ਤੇ ਹੁੰਦਾ। ਜੇ ਹੁਣ ਮੈਂ ਅੱਜ ਦੀ ਗੱਲ ਕਰਾਂ, ਜਦੋਂ ਪਹਿਲਾਂ ਹੁੰਦਾ ਸੀ ਨਾ ਪਿੰਡਾਂ 'ਚ ਅਖੰਡ ਪਾਠ ਸਾਹਿਬ ਕਰਵਾਉਂਦੇ ਹੁੰਦੇ ਸੀਗੇ ਤਾਂ ਭੱਜ ਕੇ ਲੋਕ ਆਉਂਦੇ ਹੁੰਦੇ ਸੀਗੇ ਵੀ ਦੇਖ ਤੇ ਮੈਂ ਬੈਠਣਾ, ਦੂਜਾ ਕਹਿੰਦਾ ਹੁੰਦਾ ਸੀ ਮੈਂ ਬੈਠਣਾ, ਲਾਈਨ ਲੱਗੀ ਹੁੰਦੀ ਸੀ ਬੈਠਣ ਵਾਲਿਆਂ ਦੀ। ਪਰ ਹੁਣ ਜੇ ਅਖੰਡ ਪਾਠ ਕਰਾਉਂਦੇ ਆ ਤਾਂ ਇੱਕ ਵੀ ਬੰਦਾ ਨਹੀਂ ਮਿਲਦਾ, ਉਹਨਾਂ ਦੇ ਨਾਲ ਉਹ ਠੇਕਾ ਕਰ ਲੈਂਦੇ ਨੇ। ਉਹ ਕਹਿੰਦੇ ਨੇ ਸਾਡਾ ਹੀ ਬੰਦਾ ਆਊਗਾ, ਤੁਹਾਨੂੰ ਬੰਦਾ ਬਿਠਾਉਣ ਦੀ ਨਹੀਂ ਲੋੜ, ਅਸੀਂ ਬੰਦਾ ਚੇਂਜ ਕਰਾਂਗੇ, ਤੁਹਾਨੂੰ 200 ਰੁਪਇਆ ਦੇਣਾ ਪਊਗਾ ਬੰਦੇ ਦੇ ਮਗਰ। ਹੁਣ ਇਹ ਹੋ ਗਿਆ ਵੀ ਹੁਣ ਕੋਈ ਆਉਂਦਾ ਹੀ ਨਹੀਂ। ਸੋ ਹੁਣ ਤਾਂ ਠੇਕੇ ਤੇ ਲਿਆ ਜਾਂਦਾ, ਸਾਰੇ ਕੰਮ ਦਾ ਠੇਕਾ ਲਿਆ ਜਾਂਦਾ। ਸੋ ਬਾਣੀ ਵੀ ਬਹੁਤ ਸਾਰੇ ਥਾਵਾਂ ਦੇ ਉੱਤੇ ਜਿਹੜੇ ਮਨ ਮਤ ਪਾਈ ਜਾਂਦੀ ਹੈਗੀ ਆ। ਸੋ ਦਲਜੀਤ ਸਿੰਘ ਮਾਨ ਹੋਣਾ ਨੇ ਇੱਕ ਜਿਹੜਾ ਸ਼੍ਰੋਮਣੀ ਕਮੇਟੀ ਨੂੰ, ਇੱਕ ਉਹਨਾਂ ਨੇ ਕਹਿ ਲਓ ਕਿ SGPC ਨੂੰ ਇੱਕ ਚਿੱਠੀ ਲਿਖੀ ਆ ਕਿ ਬੇਅਦਬੀ ਕੀਤੀ ਗਈ ਆ, ਕਿ ਇਹਨਾਂ ਰਾਗੀ ਢਾਡੀਆਂ ਨੂੰ, ਸਿੰਘਾਂ ਨੂੰ ਸਟੇਜ ਤੇ ਬੈਠਿਆਂ ਨੂੰ ਕਿਹਾ ਗਿਆ ਕਿ ਤੁਸੀਂ ਹੁਣ ਸਮਾਪਤੀ ਕਰ ਦਿਓ ਜੀ। ਤੇ ਉਹਨਾਂ ਦੇ ਨਾਲ ਜਦੋਂ ਗੱਲਬਾਤ ਹੋਈ ਸੀ, ਇਹਦੀ ਲਾਈਵ ਵੀਡੀਓ ਮੈਂ ਖੁਦ ਦੇਖੀ ਸੀ। ਬੂਟਾ ਸਿੰਘ ਬਾਸੀ ਸਾਂਝੀ ਸੋਚ ਅਖਬਾਰ ਦੇ ਮੁੱਖ ਸੰਪਾਦਕ ਆ, ਉਹਨਾਂ ਨੇ ਲਾਈਵ ਹੋਇਆ ਸੀ ਤੇ ਉਹਨਾਂ ਨੂੰ ਦਲਜੀਤ ਸਿੰਘ ਮਾਨ ਨੇ ਕਿਹਾ ਸੀ ਕਿ ਅਸੀਂ ਬਲਜਿੰਦਰ ਕੌਰ ਨੂੰ ਨਹੀਂ ਜਾਣਦੇ ਤੇ ਉਹ ਸਾਡੀ ਭੈਣ ਨਹੀਂ, ਤੂੰ ਕਿਹੜੀ ਉਤੋਂ ਰੱਖੜੀ ਬਣਾਉਣਾ, ਤੇਰੀ ਉਹ ਭੈਣ ਕਿਵੇਂ ਹੋਈ? ਕਿਉਂਕਿ ਬੂਟਾ ਸਿੰਘ ਨੇ ਤੇ ਮਨਜੀਤ ਸਿੰਘ ਹੁਣਾਂ ਨੇ ਉਦੋਂ ਸਾਥ ਦਿੱਤਾ ਸੀ ਜਦੋਂ ਗਲਤ ਬੋਲੇ ਸੀ ਗਿਆਨੀ ਗੁਰਦੁਆਰਾ ਸਾਹਿਬ ਦੇ। ਇੱਕ ਗੱਲ ਮੈਂ ਦਲਜੀਤ ਸਿੰਘ ਮਾਨ ਹੋਣਾ ਨੂੰ ਕਹਿਣਾ ਚਾਹੁੰਦੀ ਆ, ਮੇਰੇ ਅੰਮਾ ਜਾਏ ਭਰਾ ਮੇਰੇ ਕੋਲ ਹੈ ਤੇ ਜਿਹੜੇ ਭਰਾ ਮੇਰੇ ਤੇ ਮਾਣ ਕਰਦੇ ਆ, ਮੈਨੂੰ ਭੈਣ ਮੰਨਦੇ ਆ, ਉਹਨਾਂ ਦਾ ਨਾਂ ਲੈਂਦੇ ਆ ਮੇਰਾ ਸਿਰ ਸਤਿਕਾਰ ਨਾਲ ਝੁਕ ਜਾਂਦਾ ਕਿ ਇਹੋ ਜਿਹੇ ਭਰਾ ਮੈਨੂੰ ਆਪਣੀ ਭੈਣ ਮੰਨਦੇ ਆ। ਸੋ ਤੁਹਾਡੇ ਵਰਗੇ ਭਰਾਵਾਂ ਦੀ ਮੈਨੂੰ ਲੋੜ ਵੀ ਨਹੀਂਗੀ, ਪਰ ਮੇਰਾ ਇੱਕ ਖੁੱਲਾ ਤੁਹਾਨੂੰ ਇਹ ਹੈਗਾ ਕਿ ਜੇ ਤੁਸੀਂ ਸ਼੍ਰੋਮਣੀ ਕਮੇਟੀ ਨੂੰ ਇਹ ਚਿੱਠੀ ਲਿਖ ਕੇ ਪਾਈ ਆ, ਇਹ ਬੇਨਤੀ ਕੀਤੀ ਆ ਕਿ ਬੇਅਦਬੀ ਹੋਈ ਆ, ਰਾਗੀਆਂ ਢਾਡੀਆਂ ਨੂੰ ਸਟੇਜ ਤੋਂ ਕਿਹਾ ਗਿਆ ਕਿ ਤੁਸੀਂ ਸਮਾਪਤੀ ਕਰ ਦਿਓ, ਤੇ ਕੋਸ਼ਿਸ਼ ਕਰੋ ਕਿ ਤੁਸੀਂ ਆ ਵੀ ਮਤੇ ਵਿੱਚ ਪਾਓ ਜਿਹੜਾ ਕਿ 21 ਸਤੰਬਰ 2014 ਨੂੰ ਬੀਬੀਆਂ ਨੇ ਗੋਲਕ ਤੇ ਕਬਜ਼ਾ ਕੀਤਾ ਸੀ, ਸਟੇਜ ਤੇ ਗੋਲਕ 'ਚ ਲੱਤਾਂ ਮਾਰੀਆਂ ਸੀ, ਗਾਲੀ ਗਲੋਚ ਹੋਈਆਂ ਸੀ,
ਜਿੱਦਾਂ ਪਿੰਡਾਂ 'ਚ ਲੜਦੀਆਂ ਹੁੰਦੀਆਂ ਇਦਾਂ ਲੜੀਆਂ ਸੀ। ਕਿ ਇਹ ਬੇਅਦਬੀ ਨਹੀਂ ਹੈ? ਬਾਕੀ ਭਾਈ ਮਨਜੀਤ ਸਿੰਘ ਦੱਸ ਕੇ ਗਏ ਹੈਗੇ ਆ ਕਿ ਜਦੋਂ ਸਟੇਜ ਮੰਗਣ ਤੇ ਸੈਕਟਰੀ ਸੁਖਮਿੰਦਰ ਸਿੰਘ ਹੁਣਾਂ ਨੇ ਜਦੋਂ ਨਾ ਕੀਤੀ ਸੀ, ਉਹਨਾਂ ਤੇ ਹਮਲਾ ਕੀਤਾ ਗਿਆ ਸੀ। ਬਾਜਵਾ ਸਾਹਿਬ ਤੇ ਰਣਜੀਤ ਸਿੰਘ ਦੇ ਦਾੜੇ ਨੂੰ ਹੱਥ ਪਾਇਆ ਗਿਆ ਸੀ ਗੁਰੂ ਦੀ ਹਜ਼ੂਰੀ ਅੰਦਰ। ਕਿ ਉਹ ਬੇਅਦਬੀ ਨਹੀਂ ਸੀ? ਉਸ ਤੋਂ ਬਾਅਦ ਜਦੋਂ ਉਹਨਾਂ ਨੇ ਦੱਸਿਆ ਕਿ 9 ਫਰਵਰੀ 2018 ਨੂੰ ਖੰਡ ਪਾਠ ਰੱਖਿਆ ਸੀ, ਟ੍ਰੇਨ ਪਟੜੀ ਤੋਂ ਲੱਥ ਗਈ ਸੀ, 5 ਘੰਟੇ ਦੇ ਲਈ ਗੁਰਦੁਆਰਾ ਸਾਹਿਬ ਬੰਦ ਰਿਹਾ ਸੀ ਤੇ ਦੂਜੇ ਦਿਨ ਸੇਮ ਟਾਈਮ ਤੇ ਭੋਗ ਪਾਤਾ ਸੀ ਸਮਾਪਤੀ ਦਾ, ਉਹ 5 ਘੰਟਿਆਂ ਦੀ ਬਾਣੀ ਵਿੱਚੋਂ ਮਿਸਿੰਗ ਸੀ। ਕਿ ਉਹ ਬੇਅਦਬੀ ਨਹੀਂ ਸੀ? ਇਸ ਤੋਂ ਇਲਾਵਾ ਭਾਈ ਅਮਰਜੀਤ ਸਿੰਘ ਨੇ ਮੈਂ ਇੱਕ ਔਰਤ ਆ, ਮੀਡੀਆ 'ਚ ਕੰਮ ਕਰਦੀ ਆ, ਸਿਰਫ ਸਾਦਾ ਸਵਾਲ ਕੀਤਾ ਸੀ ਕਿ ਭਗਵੇਂ ਰੰਗ ਦਾ ਨਿਸ਼ਾਨ ਸਾਹਿਬ ਕਿਹਨਾਂ ਨੇ ਚੜਾਇਆ? ਉਹ ਗੁਰੂ ਘਰ ਦੇ ਵਜ਼ੀਰ ਸੀ। ਜੇ ਉਹਨਾਂ ਦੀ ਸੋਚ ਮੈਨੂੰ ਲੈ ਕੇ ਇੰਨੀ ਘਟੀਆ ਹੋ ਸਕਦੀ ਹੈ ਤੇ ਸੋਚ ਕੇ ਦੇਖੋ ਜਿਹੜੀਆਂ ਧੀਆਂ ਭੈਣਾਂ ਉਸ ਗੁਰਦੁਆਰਾ ਸਾਹਿਬ 'ਚ ਜਾਂਦੀਆਂ ਨੇ ਸਵੇਰ ਸ਼ਾਮ, ਉਹਨਾਂ ਦੇ ਲਈ ਕੀ ਸੋਚ ਹੋਊਗੀ। ਤੇ ਦਲਜੀਤ ਸਿੰਘ ਮਾਨ ਵੀਰੇ, ਮੇਰੀ ਵੈਸੇ ਤਾਂ ਮੈਂ ਵੀਰਾ ਕਹਿਣਾ ਵੀ ਨਹੀਂ ਚਾਹੁੰਦੀ ਕਿਉਂਕਿ ਮੈਨੂੰ ਉਹਨਾਂ ਵੀਰਾਂ ਤੇ ਮਾਣ ਆ ਜਿਨ੍ਹਾਂ ਦਾ ਨਾਂ ਲੈਂਦੇ ਆ ਮੇਰਾ ਸਿਰ ਫਖਰ ਦੇ ਨਾਲ ਉੱਚਾ ਹੁੰਦਾ। ਪਰ ਤੁਹਾਡੇ ਅੱਗੇ ਮੇਰਾ ਇਹ ਸਵਾਲ ਆ, ਜੇ ਤੁਸੀਂ ਕਹਿੰਦੇ ਆ ਕਿ ਬਲਜਿੰਦਰ ਕੌਰ ਕਿਹੜੀ ਮੇਰੀ ਭੈਣ ਲੱਗਦੀ ਆ, ਜੇ ਮੈਂ ਤੁਹਾਨੂੰ ਜਾਣਦੀ ਨਹੀਂ, ਤੁਸੀਂ ਮੈਨੂੰ ਜਾਣਦੇ ਨਹੀਂ, ਜੇ ਮੇਰੇ ਲਈ ਤੁਹਾਡੀ ਇਹੋ ਜੀ ਸੋਚ ਆ, ਤੇ ਜਿਹੜੀਆਂ ਮੇਰੀਆਂ ਭੈਣਾਂ ਜਾਂਦੀਆਂ ਆ ਉੱਥੇ, ਜਿਹੜੀਆਂ ਮੇਰੀਆਂ ਧੀਆਂ, ਮੇਰੀਆਂ ਬੱਚੀਆਂ, ਬਜ਼ੁਰਗ ਮੇਰੀਆਂ ਉੱਥੇ ਜਾਂਦੀਆਂ, ਉਹਨਾਂ ਲਈ ਤੁਹਾਡੀ ਸੋਚ ਕਿਹੋ ਜਿਹੀ ਹੋਵੇਗੀ? ਇਹ ਮੇਰੀਆਂ ਭੈਣਾਂ ਨੂੰ ਸੋਚਣ ਦੀ ਲੋੜ ਆ, ਇਹ ਸੰਗਤ ਨੂੰ ਸੋਚਣ ਦੀ ਲੋੜ ਆ ਕਿ ਸਾਬਕਾ ਇਹ ਉੱਥੇ ਦੇ ਕਮੇਟੀ ਮੈਂਬਰ ਨੇ, ਜੇ ਇੱਕ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦਾ ਇਨਸਾਨ ਆ ਜਿਹਦੇ ਕੋਲ ਔਰਤ ਦੇ ਲਈ ਸਤਿਕਾਰ ਹੈ ਨੀਗਾ, ਅਦਬ ਹੈ ਨੀਗਾ, ਉਹਨੂੰ ਇਹੋ ਜਿਹੇ ਅਦਾਰਿਆਂ ਦੇ ਵਿੱਚ ਰੱਖਣ ਦਾ ਵੀ ਸੰਗਤ ਨੂੰ ਵਿਰੋਧ ਕਰਨਾ ਚਾਹੀਦਾ। ਉਹਨੂੰ ਉੱਥੇ ਹੱਕ ਨਹੀਂ ਇਹੋ ਜਿਹੇ ਧਾਰਮਿਕ ਸਾਡੇ ਅਸਥਾਨਾਂ ਤੇ ਬਹਿ ਕੇ ਬੇਅਦਬੀ ਕਰਨ ਦਾ, ਕਿਉਂਕਿ ਜਿਹੜਾ ਇਨਸਾਨ ਧੀ ਭੈਣ ਦੀ ਨਹੀਂ ਨਾ ਇੱਜ਼ਤ ਕਰ ਸਕਦਾ, ਉਹ ਕਿਸੇ ਦੀ ਨਹੀਂ ਕਰ ਸਕਦਾ, ਉਹ ਆਪਣੀਆਂ ਦੀ ਕੀ ਕਰੇਗਾ। ਸਾਡੇ ਗੁਰਾਂ ਨੇ ਦੂਜਿਆਂ ਦੀਆਂ ਧੀਆਂ ਭੈਣਾਂ ਦੇ ਲਈ ਸੀਸ ਕਟਵਾਤੇ ਸੀ, ਉਹਨਾਂ ਨੇ ਆਪਣੇ ਸਰਬੰਸ ਤੱਕ ਵਾਰਤੇ, ਦੂਜਿਆਂ ਦੀਆਂ ਧੀਆਂ ਭੈਣਾਂ ਦੀ ਰੱਖਿਆ ਕੀਤੀ ਆ। ਤੇ ਸਾਡੇ ਆਪਣੇ ਗੁਰੂ ਘਰਾਂ ਦੀਆਂ ਕਮੇਟੀਆਂ 'ਚ ਕਿਹਾ ਜਾਂਦਾ ਕਿ ਉਹ ਕਿਸੇ ਨੂੰ ਭੈਣ ਮੰਨਦੇ ਹੀ ਨਹੀਂ। ਸੋ ਦਲਜੀਤ ਸਿੰਘ ਮਾਨ ਜੀ, ਤੁਸੀਂ ਇਹ ਮਤੇ ਜ਼ਰੂਰ ਵਿੱਚ ਪਾਇਓ, ਨਹੀਂ ਤਾਂ ਆਉਣ ਵਾਲੇ ਸਮੇਂ 'ਚ ਜਿਵੇਂ ਭਾਈ ਮਨਜੀਤ ਸਿੰਘ ਪੱਤੜ ਹੋਣਾ ਨੇ ਕਿਹਾ ਆ, ਸ਼ਾਇਦ ਮੈਂ ਵੀ ਸ਼੍ਰੋਮਣੀ ਕਮੇਟੀ ਨੂੰ ਇਹ ਪੱਤਰ ਜ਼ਰੂਰ ਲਿਖ ਕੇ ਭੇਜਾਂਗੀ ਕਿ ਜੋ ਮੇਰੇ ਨਾਲ ਉੱਥੇ ਸਲੂਕ ਹੋਇਆ ਸੀ, ਉਸ ਗੁਰੂ ਘਰ ਦੇ ਵਜ਼ੀਰ ਨੇ ਕੀਤਾ ਸੀ, ਕਿ ਉਹ ਬੇਅਦਬੀ ਨਹੀਂ ਸੀ, ਕਿ ਉਹ ਔਰਤ ਦਾ ਅਪਮਾਨ ਨਹੀਂ ਸੀ। ਸਾਡੇ ਗੁਰਾਂ ਨੇ ਕਿਹਾ ਸੋ ਕਿਉ ਮੰਦਾ ਆਖੀਏ ਜਿੱਤ ਜੰਮੇ ਰਾਜਾਨ। ਸੋ ਇਹ ਗੱਲ ਇੱਥੇ ਨਹੀਂ ਮੁੱਕੂਗੀ। ਜੇ ਤੁਸੀਂ ਚਾਹੁੰਦੇ ਆ ਤੇ ਤੁਸੀਂ ਜ਼ਰੂਰ ਇਸ ਦਾ ਸਪਸ਼ਟੀਕਰਨ ਦਿਓ, ਇਹ ਗੱਲਾਂ ਵੀ ਵਿੱਚ ਪਾਇਓ। ਮੈਨੂੰ ਇੱਕ ਗੱਲ ਨਹੀਂ ਰਫਤਾਰ ਜੀ ਸਮਝ ਆਉਂਦੀ ਕਿ ਸਾਡੇ ਇਹਨਾਂ ਮੁਲਕਾਂ ਦੇ ਵਿੱਚ ਪਤਾ ਨਹੀਂ ਤਾਂ ਇਹ ਕੋਈ ਸਾਜ਼ਿਸ਼ ਹੈ ਜੀ, ਪਤਾ ਨਹੀਂ ਕਿਉਂ। ਹੁਣ ਭਾਈ ਅਮਰਜੀਤ ਸਿੰਘ ਦੇ ਸੁਪੁੱਤਰ ਨੇ ਕਿਹਾ ਕਿ ਆਰਐਸਐਸ ਦੇ ਨਾਲ ਮਿਲਿਆ ਹੋਇਆ ਆ ਕਮੇਟੀ ਦੇ, ਉਹ ਸਾਰੀ ਗੁਰਦੁਆਰੇ ਦੀ ਕਮੇਟੀ दारू ਪੀਂਦੀ ਆ ਗੁਰਦੁਆਰੇ ਦੇ ਵਿੱਚ। ਇਹਦਾ ਸਪਸ਼ਟੀਕਰਨ ਵੀ ਤੁਸੀਂ ਭਾਈ ਅਮਰਜੀਤ ਸਿੰਘ ਦੇ ਪੁੱਤਰ ਤੋਂ ਲਿਓ ਕਿ ਵਾਕਿਆ ਹੀ ਕਮੇਟੀ ਉੱਥੇ ਬਹਿ ਕੇ दारू ਪੀਂਦੀ ਆ, ਇਹ ਬੇਅਦਬੀ ਨਹੀਂ? ਕਿ ਵਾਕਿਆ ਹੀ ਗੁਰਦੁਆਰੇ ਦੀ ਕਮੇਟੀ ਆਰਐਸਐਸ ਦੇ ਅੰਡਰ ਆ, ਕਿ ਇਹ ਬੇਅਦਬੀ ਨਹੀਂ? ਕਿ ਵਾਕਿਆ ਹੀ ਤੁਸੀਂ ਉਹਨਾਂ ਦੇ ਇਸ਼ਾਰੇ ਤੇ ਚੱਲਦੇ ਆ? ਇਹ ਸਾਰੇ ਸਵਾਲ ਵੀ ਜ਼ਰੂਰ ਪਾਇਓ। ਮੇਰਾ ਮੈਸੇਜ ਤੁਹਾਡੇ ਤੱਕ ਪਹੁੰਚ ਤਾਂ ਜਾਣਾ ਹੀ ਆ ਜੀ। ਸੋ ਅਗਲੀ ਜਿਹੜੀ ਕਾਰਵਾਈ ਆ ਕਰਨ ਲੱਗੇ ਇੱਕ ਵਾਰੀ ਸਲਾਹ ਜ਼ਰੂਰ ਕਰ ਲਿਓ। ਸੋ ਹੁਣ ਰਫਤਾਰ ਜੀ ਤੁਸੀਂ ਬੋਲੋ। ਸੋ ਤੁਸੀਂ ਸਾਰੀਆਂ ਗੱਲਾਂ ਕਹਿਤੀਆਂ ਜੀ, ਮੇਰੇ ਤਾਂ ਕੋਈ ਕਹਿਣ ਵਾਲੀ ਗੱਲ ਰਹੀ ਨਹੀਂਗੀ। ਸੋ ਆਪਾਂ ਗੁਰੂ ਘਰਾਂ ਦੀ ਤੁਸੀਂ ਗੱਲ ਕਰਦੇ ਸੀ, ਪਰ ਮੈਂ ਆ ਪਹਿਲਾਂ ਵੀ ਗੱਲ ਕੀਤੀ ਹੈ ਵੀ ਜਦੋਂ ਪਿੰਡਾਂ ਦੇ ਵਿੱਚ ਹੁੰਦੇ ਸੀ ਨਾ, ਗੁਰੂ ਘਰ ਦੇ ਵਿੱਚ ਜਾਂਦੇ ਬੜੀ ਸ਼ਾਂਤੀ ਜਿਹੀ ਮਿਲਦੀ ਹੁੰਦੀ ਸੀਗੀ। ਇੱਥੇ ਵੀ ਇੱਕ ਵਾਰ ਮੈਂ ਤੁਹਾਨੂੰ ਪਹਿਲਾਂ ਵੀ ਦੱਸੀ ਸੀ ਗੱਲ ਵੀ ਮੈਂ ਗਿਆ ਗੁਰੂ ਘਰ ਤੇ ਉੱਥੇ ਆਨੰਦ ਕਾਰਜ ਹੁੰਦੇ ਸੀਗੇ ਤੇ ਉਹ ਅੰਦਰ ਹੀ ਕੁੜੀਆਂ ਮੁੰਡੇ ਉਹਨਾਂ ਦੇ ਸਿਰ ਨੰਗੇ ਉੱਥੇ ਸੈਲਫੀਆਂ ਲਈ ਜਾਂਦੇ ਸੀਗੇ ਮੱਥਾ ਟੇਕਣ ਵਾਲੀ ਜਗ੍ਹਾ ਤੇ, ਉੱਥੇ ਉਹਨਾਂ ਨੇ ਪੂਰਾ ਗਵਾਹ ਪਾਇਆ ਸੀਗਾ। ਤੇ ਮੈਂ ਉਹਨਾਂ ਨੂੰ ਜਾ ਕੇ ਕਿਹਾ, ਮੈਂ ਕਿਹਾ ਜੀ ਵੀ ਮਾੜਾ ਮੋਟਾ ਤੁਸੀਂ ਧਿਆਨ ਰੱਖੋ ਵੀ ਅਸੀਂ ਮੱਥਾ ਵੀ ਟੇਕਣਾ ਵਾ। ਉਹ ਕਹਿੰਦੇ ਜੀ ਅਸੀਂ 2 ਘੰਟੇ ਲਈ ਗੁਰਦੁਆਰਾ ਬੁੱਕ ਕਰਿਆ ਹੋਇਆ, ਜੇ ਗੁਰਦੁਆਰਾ ਬੁੱਕ ਕਰਿਆ ਅਸੀਂ ਕੁਝ ਵੀ ਕਰ ਸਕਦੇ ਹਾਂ। ਸੋ ਨੰਗੇ ਸਿਰ ਵੀ ਫਿਰ ਸਕਦੇ ਆ, ਗੁਰੂ ਗ੍ਰੰਥ ਸਾਹਿਬ ਪਿੱਠ ਕਰਕੇ ਸੈਲਫੀਆਂ ਵੀ ਕਰ ਸਕਦੇ ਆ, ਬਾਹਰ ਵੀ ਕਰ ਸਕਦੇ, ਵਪਾਰ ਹੋ ਰਿਹਾ ਜੀ। ਉਹਨਾਂ ਨੂੰ ਦੱਸਦੇ ਵੀ ਆ ਜਾ ਕੇ, ਉਹ ਕਹਿੰਦੇ ਨੇ ਜੀ ਸੌਰੀ ਅਸੀਂ ਨਹੀਂ ਕੁਝ ਕਰ ਸਕਦੇ। ਇੱਕ ਕਵਿਤਾ ਆ ਸਾਡੇ ਕੋਲ, ਥੈਂਕ ਯੂ ਕਰਨਾ ਚਾਹੁੰਦੀ ਆ, ਫੇਸਬੁੱਕ ਰਾਹੀਂ ਸਾਨੂੰ ਤੁਸੀਂ ਪਹੁੰਚਦੀ ਕੀਤੀ। ਕਹਿੰਦੇ ਲਾਹੌਰ ਗਿਆ ਨਨਕਾਣਾ ਛੱਡਿਆ, ਹੁਣ ਚੰਡੀਗੜ੍ਹ ਦੱਬ ਕੇ ਬਹਿ ਗਿਆ, ਝੋਲੀ ਤੇਰੀ ਵਿੱਚ ਸਿੱਖਾ ਨਿੱਕਾ ਟੁਕੜਾ ਪੰਜਾਬ ਦਾ ਰਹਿ ਗਿਆ। ਗੁਰਮੁਖੀ ਗਈ ਉਰਦੂ ਗਈ, ਖਤਰਾ ਪੰਜਾਬੀ ਦੇ ਸਿਰ ਤੇ ਬਹਿ ਗਿਆ, ਝੋਲੀ ਵਿੱਚ ਤੇਰੀ ਸਿੱਖਾ ਬੋਲੀ ਦਾ ਇਤਿਹਾਸ ਬਣ ਕੇ ਰਹਿ ਗਿਆ। ਹਿਮਾਚਲ ਕੱਢਿਆ, ਹਰਿਆਣਾ ਕੱਢਿਆ, ਰਾਜਸਥਾਨ ਵੀ ਕੱਢ ਕੇ ਲੈ ਗਿਆ,
ਪੰਜਾਬ ਤੇਰੇ ਤੇ ਸਿੱਖਾ ਸੈਂਟਰ ਕਬਜ਼ਾ ਕਰਕੇ ਬਹਿ ਗਿਆ। ਕਹਿੰਦੇ ਤਿਲ ਵੀ ਗਏ ਅਲਸੀ ਵੀ ਗਈ, ਹੁਣ ਕਮਾਦ ਵੀ ਭੋਰਾ ਕ ਰਹਿ ਗਿਆ। ਖੇਤੀ ਤੇਰੀ ਨੂੰ ਜੱਟਾ ਝੋਨਾ ਭਾਰੀ ਪੈ ਗਿਆ। ਕਹਿੰਦੇ ਬੋੜ ਕਿੱਕਰ ਵੀ ਗਏ ਨਿੰਮ ਤੂਤ ਵੀ ਗਏ, ਹੁਣ ਧਰੇਕਾਂ ਦਾ ਵੇਲਾ ਆ ਗਿਆ। ਕੁਦਰਤ ਤੇਰੀ ਨੂੰ ਰੱਬਾ ਇਨਸਾਨੀ ਲੱਕੋਂ ਏਸੀ ਲੈ ਕੇ ਬਹਿ ਗਿਆ। ਕਹਿੰਦੇ ਸਿਹਤ ਤੇਰੀ ਨੂੰ ਕਹਿੰਦੇ ਦੁੱਧ ਦਹੀਂ ਤੇ ਮੱਖਣ ਲੱਸੀ ਵੀ ਗਏ, ਦੇਸੀ ਘਿਓ ਵੀ ਯਾਦਾਂ ਵਿੱਚ ਰਹਿ ਗਿਆ। ਸਿਹਤ ਤੇਰੀ ਨੂੰ ਜਵਾਨੀ ਪੰਜਾਬ ਦੀ ਨੂੰ दारू ਚਿੱਟਾ ਸਰਦਾਰਾ ਦੱਬ ਕੇ ਬਹਿ ਗਿਆ। दारू ਚਿੱਟਾ ਸਰਦਾਰਾ ਦੱਬ ਕੇ ਬਹਿ ਗਿਆ। ਸੋ ਗੱਲਾਂ ਖਰੀਆਂ ਸੀ ਜੀ। ਸਾਡੀਆਂ ਗੱਲਾਂ ਕਈ ਵਾਰੀ ਕਈਆਂ ਨੂੰ ਮਿਰਚਾਂ ਵਾਂਗ ਲੜਦੀਆਂ, ਪਰ ਕਰ ਕੁਛ ਨਹੀਂ ਸਕਦੇ ਕਿਉਂਕਿ ਗੱਲਾਂ ਹੀ ਖਰੀਆਂ ਆ। ਸੋ ਅਗਲੀ ਵਾਰ ਮੇਰਾ ਤੇ ਰਫਤਾਰ ਦਾ ਫਿਰ ਤੁਹਾਡੇ ਨਾਲ ਸਾਥ ਹੋਵੇਗਾ, ਪਰ ਮੈਂ ਸਵੇਰੇ ਤੁਹਾਨੂੰ ਖਬਰਸਾਰ 'ਚ ਮਿਲਾਂਗੀ ਤੇ ਕੱਲ ਸ਼ਾਮੀ ਮੇਰੇ ਨਾਲ ਡਾਕਟਰ ਮੁਰਤਜ਼ਾ ਆ ਰਹੇ ਨੇ। ਸੋ ਕੋਈ ਵੀ ਤੁਹਾਨੂੰ ਕਹਿ ਲਓ ਕਿ ਪਰੇਸ਼ਾਨੀ ਆ ਜਾਂ ਕਿਸੇ ਵੀ ਗੱਲ ਦਾ ਤੁਸੀਂ ਉਹਨਾਂ ਤੋਂ ਜਵਾਬ ਚਾਹੁੰਦੇ ਹੋ, ਸੋ ਤੁਸੀਂ ਉਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। ਸੋ ਬਹੁਤ ਹੀ ਵਧੀਆ ਉਹ ਡਾਕਟਰ ਨੇ ਤੇ ਤੁਹਾਨੂੰ ਤੁਹਾਡਾ ਸਹੀ ਇਲਾਜ ਦੇ ਲਈ ਤੁਹਾਡਾ ਸਹੀ ਜਵਾਬ ਦੇਣਗੇ ਜੋ ਵੀ ਤੁਸੀਂ ਉਹਨਾਂ ਨੂੰ ਸਵਾਲ ਕਰੋਗੇ। ਸੋ ਕੱਲ 7 ਤੋਂ 8 ਮੇਰੇ ਨਾਲ ਉਹ ਹੋਣਗੇ, ਲਾਈਵ ਹੋਵੇਗਾ ਇਹ ਵੀ ਸ਼ੋਅ, ਤੇ ਸਵੇਰੇ 11 ਤੋਂ 12 ਮੈਂ ਤੁਹਾਨੂੰ ਮਿਲਾਂਗੀ। ਤੇ ਰਫਤਾਰ ਜੀ ਕਿਵੇਂ ਚੱਲੀਏ ਫਿਰ? ਬਿਲਕੁਲ ਜੀ। ਕੀ ਕਹੋਗੇ? ਮੇਰੇ ਕਹਿਣ ਨੂੰ ਤੁਸੀਂ ਕੋਈ ਛੱਡਦੇ ਨਹੀਂ ਹੁੰਦੇ। ਮੈਂ ਸੋਚਦਾ ਨਾ ਪਾਣੀ ਪੀ ਲਓ ਤੁਸੀਂ, ਸਤਿ ਸ੍ਰੀ ਅਕਾਲ ਬੁਲਾ ਮੈਂ ਸੋਚਦਾ ਨਾ ਬਈ ਹੁਣ ਮੈਂ ਕਈ ਵਾਰੀ ਨਾ ਜਦੋਂ ਤੁਸੀਂ ਬੋਲਦੇ ਨੇ ਮੈਂ ਗੱਲ ਦਿਮਾਗ ਦੇ ਵਿੱਚ ਘੁਮਾ ਕੇ ਲੈ ਕੇ ਆਉਣਾ ਨਾ, ਜਦ ਤੱਕ ਗੋਲ ਜੀ ਕਰਕੇ ਮੈਂ ਗੱਲ ਜੀ ਬਣਾ ਲੈਣਾ ਨਾ ਵੀ ਮੈਂ ਆਹ ਗੱਲ ਕਰੂੰਗਾ, ਉਹ ਗੱਲ ਜਦੋਂ ਤੁਸੀਂ ਕਰ ਦਿੰਦੇ ਹੋ ਫਿਰ ਮੈਂ ਹੋਰ ਗੱਲ ਬਣਾ ਕੇ ਲੈ ਕੇ ਉਹ ਫੇਰ ਕਰ ਦਿੰਦੇ, ਜਾਨੂੰ ਕਹਿੰਦੇ ਕਹੋ ਕੁਝ, ਫਿਰ ਉਹ ਗੱਲਾਂ ਤੁਸੀਂ ਆਲਰੇਡੀ ਕਹੀਆਂ ਹੁੰਦੀਆਂ ਨੇ ਸਾਰੀਆਂ। ਤੁਸੀਂ ਮੇਰੇ ਤੋਂ ਛੋਟੇ ਆ, ਮੇਰੇ ਛੋਟੇ ਭਰਾ ਆ, ਸੋ ਜੋ ਤੁਹਾਡੇ ਦਿਲ 'ਚ ਗੱਲ ਚੱਲ ਰਹੀ ਹੁੰਦੀ ਆ ਨਾ ਜਾਂ ਤੁਸੀਂ ਸੋਚ ਰਹੇ ਹੁੰਦੇ ਆ ਉਹ ਮੈਨੂੰ ਪਹਿਲਾਂ ਸੋਚੀ ਹੁੰਦੀ ਆ। ਕਹਿੰਦੇ ਹੁੰਦੇ ਨੇ ਵੀ ਉਸਤਾਦ ਦੇ ਕੋਲੇ, ਕਿਉਂਕਿ ਉਸਤਾਦ ਨੇ ਤਾਂ ਸਿਖਾਇਆ ਹੁੰਦਾ ਵਾ, ਉਹੀ ਚੀਜ਼ਾਂ ਸੇਮ ਚੀਜ਼ਾਂ ਸਿਖਾਈਆਂ ਹੁੰਦੀਆਂ ਨੇ ਵੀ ਇਦਾਂ ਦਾ ਬੋਲਣਾ ਗੱਲ ਕਰਨੀ ਹੈ। ਉਹ ਜਿਹੜਾ ਤੁਸੀਂ ਮੈਨੂੰ ਸਿਖਾਇਆ ਜਿਹੜਾ ਕੁਝ ਉਹੀ ਕੁਝ ਮੈਂ ਬੋਲਣਾ ਹੁੰਦਾ ਉਹ ਤੁਸੀਂ ਪਹਿਲਾਂ ਬੋਲ ਜਾਂਦੇ ਹੋ। ਸੋ ਮੇਰੇ ਕੋਲੇ ਕੋਈ ਗੱਲ ਨਹੀਂ ਰਹਿੰਦੀ। ਚਲੋ ਠੀਕ ਹੈ ਜੀ। ਸੋ ਜੈਸ ਸਹੋਤਾ ਦੇ GoFundMe ਪੇਜ ਨੂੰ ਜਰੂਰ ਵਿਜ਼ਿਟ ਕਰਿਓ ਤੇ ਮੈਂ ਇੱਕ ਹੋਰ ਰਿਕੁਐਸਟ ਕਰਾਂਗੀ ਪੂਰੀ ਕਮਿਊਨਿਟੀ ਨੂੰ ਕਿ ਤੁਸੀਂ ਬੇਸ਼ੱਕ $1 $2 ਇਸ ਬੱਚੇ ਨੂੰ ਜਰੂਰ ਦਿਓ GoFundMe ਤੇ, ਤਾਂ ਕਿ ਇਹ ਬੱਚਾ ਵੀ ਆਪਣਾ ਜੋ ਇੱਕ ਸੁਪਨਾ ਲੈ ਕੇ ਚੱਲਿਆ ਉਸ ਨੂੰ ਪੂਰਾ ਕਰ ਸਕੇ। ਸੋ ਮੇਰੀ ਕੱਲ ਮੁਲਾਕਾਤ ਹੋਵੇਗੀ, ਰਫਤਾਰ ਦੀ ਅਗਲੇ ਹਫਤੇ ਹੋਵੇਗੀ ਮੁਲਾਕਾਤ। ਤੁਸੀਂ ਰੱਖਿਓ ਖਿਆਲ। ਗੱਲਾਂ ਖਰੀਆਂ ਵਿੱਚ ਅੱਜ ਦਿਓ ਇਜਾਜ਼ਤ। ਸਾਡੇ ਵੱਲੋਂ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ।